ਸਤਿ ਸ਼੍ਰੀ ਅਕਾਲ ਜੀ, ਵੈਲਕਮ ਬੈਕ ਟੂ CBO's YouTube ਚੈਨਲ। ਸੋ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ, ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਰੀਸੈਂਟਲੀ ਪੰਜਾਬ ਸਿਵਲ ਸਰਵਿਸਿਜ਼ ਐਗਜ਼ੀਕਿਊਟਿਵ ਬ੍ਰਾਂਚ ਯਾਨੀ ਕਿ ਰਜਿਸਟਰ A2 ਤੇ ਰਜਿਸਟਰ C ਦੀ ਨੋਟੀਫਿਕੇਸ਼ਨ ਰਿਲੀਜ਼ ਕਰ ਦਿੱਤੀ ਹੈ। ਤੇ ਇਸ ਐਗਜ਼ਾਮ ਦੀ ਪ੍ਰਿਪਰੇਸ਼ਨ ਦੇ ਵਿੱਚ ਪ੍ਰੀਵੀਅਸ ਈਅਰ ਕੁਐਸਚਨਸ ਦਾ ਐਨਾਲਿਸਿਸ ਇੱਕ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੈ। ਤੇ ਅਸੀਂ ਆਪਣੀ ਲਾਸਟ ਵੀਡੀਓ ਦੇ ਵਿੱਚ 2014 ਦੇ ਵਿੱਚ ਜਿਹੜਾ PCS ਐਗਜ਼ੀਕਿਊਟਿਵ ਬ੍ਰਾਂਚ ਦਾ ਪੇਪਰ ਹੋਇਆ ਸੀ ਉਹਨੂੰ ਡਿਸਕਸ ਕੀਤਾ ਤੇ ਦੇਖਿਆ ਕਿ ਕਿਹੜੇ-ਕਿਹੜੇ ਜੀਓਗ੍ਰਾਫੀ ਬੇਸਡ ਕੁਐਸਚਨਸ ਪੁੱਛੇ ਗਏ ਸੀ। ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਬਿਲਕੁਲ ਲੇਟੈਸਟ 2024 ਦਾ ਜੋ ਪੇਪਰ ਹੋਇਆ ਸੀ PCS ਐਗਜ਼ੀਕਿਊਟਿਵ ਬ੍ਰਾਂਚ ਦਾ, ਉਸ ਪੇਪਰ ਦੇ ਵਿੱਚ ਸਬਜੈਕਟ ਵਾਈਜ਼ ਆਪਾਂ ਐਨਾਲਿਸਿਸ ਕਰਾਂਗੇ। ਅੱਜ ਦੇਖਾਂਗੇ ਕਿ ਜੀਓਗ੍ਰਾਫੀ ਤੇ এনवायरमेंट ਦੇ ਕਿਸ ਤਰ੍ਹਾਂ ਦੇ ਕੁਐਸਚਨਸ, ਕਿਸ ਲੈਵਲ ਦੇ ਕੁਐਸਚਨਸ PPSC ਨੇ ਪੁੱਛੇ ਸੀ। ਸੋ ਲੈਟਸ ਬਿਗਿਨ ਵਿਦ 2024 ਸੈਟ। ਤਾਂ ਸਭ ਤੋਂ ਪਹਿਲਾ ਜਿਹੜਾ ਅਸੀਂ ਕੁਐਸਚਨ ਡਿਸਕਸ ਕਰਦੇ ਹਾਂ, ਨਾਓ ਇਹ ਜੋ ਕੁਐਸਚਨ ਹੈਗਾ ਹੈ ਇਹ ਸਪੀਸ਼ੀਜ਼ ਆਈਡੈਂਟੀਫਿਕੇਸ਼ਨ ਨੂੰ ਲੈ ਕੇ ਹੈ। ਨਾਓ ਇਹ ਜੋ ਟ੍ਰੈਂਡ ਤੁਹਾਨੂੰ ਦਿਖੇਗਾ ਕਿ ਉੱਤੇ ਕਾਫੀ ਬੜੀ ਡਿਸਕ੍ਰਿਪਸ਼ਨ ਦਿੱਤੀ ਹੋਈ ਹੈ, ਕਿਸੇ ਵੀ ਚੀਜ਼ ਦੀ, ਉਹ ਸਪੀਸ਼ੀਜ਼ ਦੀ ਹੋ ਸਕਦੀ ਹੈ, ਕਿਸੇ ਆਰਗੇਨਾਈਜੇਸ਼ਨ ਦੀ ਹੋ ਸਕਦੀ ਹੈ, ਐਨੀਥਿੰਗ। ਤੇ ਲਾਸਟ ਵਿੱਚ ਪੁੱਛਿਆ ਹੈ ਕਿ ਦੱਸੋ ਜਿਹੜੇ ਉੱਤੇ ਅਸੀਂ ਡਿਸਕ੍ਰਿਪਸ਼ਨ ਦਿੱਤੀ ਹੈ, ਜੋ ਫੀਚਰਸ ਡਿਸਕਸ ਕੀਤੇ ਨੇ, ਉਹ ਕਿਹਦੇ ਨਾਲ ਰਿਲੇਟ ਕਰਦੇ ਨੇ। ਨਾਓ ਇੱਕ ਚੀਜ਼ ਮੈਂ ਤੁਹਾਨੂੰ ਇੱਥੇ ਸਟਾਰਟਿੰਗ ਵਿੱਚ ਕਹਿਣਾ ਚਾਹੂੰਗੀ, ਇਹ ਜੋ ਪੈਟਰਨ ਹੈ ਇਹ PPSC ਨੇ ਆਪਣੇ 2024 ਦੇ PCS ਐਗਜ਼ੀਕਿਊਟਿਵ ਬ੍ਰਾਂਚ ਵਾਲੇ ਪੇਪਰ ਦੇ ਵਿੱਚ ਪਹਿਲੀ ਵਾਰੀ ਮੋਸਟਲੀ ਪੁੱਛਿਆ। ਤੇ ਇਸ ਸਾਲ 2026 ਦੇ ਵਿੱਚ ਜੋ UPSC ਦਾ ਪ੍ਰੀਲਿਮਸ ਹੋਇਆ ਸੀਗਾ, UPSC ਦੇ ਪ੍ਰੀਲਿਮਸ ਦੇ ਵਿੱਚ ਵੀ ਸਾਨੂੰ ਸੇਮ ਪੈਟਰਨ ਦੇਖਣ ਲਈ ਮਿਲਿਆ। ਤਾਂ ਮਤਲਬ PPSC ਨੇ ਪਹਿਲਾਂ 2024 ਦੇ ਵਿੱਚ ਇਹ ਪੈਟਰਨ ਬਣਾਤਾ ਸੀ ਜੋ ਕਿ UPSC ਨੇ 2026 ਦੇ ਵਿੱਚ ਆਪਣੇ ਪ੍ਰੀਲਿਮਸ ਦੇ ਵਿੱਚ ਪੁੱਛਿਆ ਹੈ। ਤਾਂ ਇਸ ਕਰਕੇ ਇਹ ਸੋਚਣਾ ਕਿ PCS ਐਗਜ਼ੀਕਿਊਟਿਵ ਦਾ ਪੇਪਰ ਤਾਂ ਬਹੁਤ ਆਸਾਨ ਹੋਏਗਾ, ਇਹ ਭੁਲੇਖਾ ਨਾ ਪਾਇਓ। ਬਹੁਤ ਵਧੀਆ ਮਾਡਰਨ ਲੈਵਲ ਦੇ ਜਿਹੜੇ ਕੁਐਸਚਨਸ ਬਣਦੇ ਨੇ, PPSC ਨੇ ਆਪਣੇ ਲਾਸਟ ਪੇਪਰ ਦੇ ਵਿੱਚ ਬਹੁਤ ਵਧੀਆ ਲੈਵਲ ਦੇ ਕੁਐਸਚਨਸ ਪੁੱਛੇ ਨੇ। ਪਹਿਲਾ ਕੁਐਸਚਨ ਤੁਹਾਡੀ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਕੁਐਸਚਨ ਹੈ ਇਹ ਸਪੀਸ਼ੀਜ਼ ਆਈਡੈਂਟੀਫਿਕੇਸ਼ਨ ਨੂੰ ਲੈ ਕੇ ਹੈ। ਸਾਡੇ ਕੋਲ ਆਪਸ਼ਨ ਦੇ ਵਿੱਚ 4 ਸਪੀਸ਼ੀਜ਼ ਦਿੱਤੀਆਂ ਹੋਈਆਂ ਨੇ ਤੇ ਕਿਹਾ ਗਿਆ ਹੈ ਕਿ ਜਿਹੜੀ ਉੱਤੇ ਡਿਸਕ੍ਰਿਪਸ਼ਨ ਦਿੱਤੀ ਹੈ, ਦੱਸੋ ਇਹਨਾਂ ਵਿੱਚੋਂ ਕਿਹੜੀ ਸਪੀਸ਼ੀ ਦੀ ਗੱਲ ਹੋ ਰਹੀ ਹੈ। ਨਾ ਜਦੋਂ ਵੀ ਆਪਾਂ ਇਦਾਂ ਦਾ ਕੁਐਸਚਨ ਸੋਲਵ ਕਰਨਾ ਹੈ, ਆਪਾਂ ਹਰ ਇੱਕ ਡਿਸਕ੍ਰਿਪਸ਼ਨ ਨੂੰ ਇੱਕ ਬਹੁਤ ਵਧੀਆ ਤਰੀਕੇ ਨਾਲ ਪੜ੍ਹਨਾ ਹੈ, ਬਿਕਾਜ਼ ਹਰ ਇੱਕ ਡਿਸਕ੍ਰਿਪਸ਼ਨ ਸਾਨੂੰ ਆਪਸ਼ਨਸ ਐਲੀਮੀਨੇਟ ਕਰਨ ਦੇ ਵਿੱਚ ਹੈਲਪ ਕਰਦੀ ਹੈ। ਸਭ ਤੋਂ ਪਹਿਲਾਂ ਦੇਖਦੇ ਹਾਂ ਕੀ ਕਹਿ ਰਹੇ हैं कि ਆਈਡੈਂਟੀਫਾਈ ਦ ਫੌਨਾ X ਫਰੋਮ ਦੀ ਗਿਵਨ ਇਨਫੋਰਮੇਸ਼ਨ ਬਿਲੋ। ठीक है, किसी ऑर्गेनिज्म की गल हो रही है, किसी फौना की गल हो रही है। इंफॉर्मेशन की दी गई है, पहली इंफॉर्मेशन ये है, इट इज जनरली अ शाई मैमल। यूजुअली की है, ये एक शाई मैमल है इन द पार्ट्स ऑफ नॉर्थ ईस्टर्न इंडिया। दिस इज आवर फर्स्ट क्लू। सानू पहला क्लू ये दिता गया है कि ये स्पीशी एक शाई मैमल है, कित्थों आंदी है, नॉर्थ ईस्टर्न इंडिया दे विच देखण लई मिलदी है। ठीक हो गया, चलो नेक्स्ट स्टेटमेंट देख लेंदे हैं। सेकेंड क्लू ये है दैट X इज द स्टेट एनिमल ऑफ सिक्किम। ठीक है, सेकेंड क्लू की देता सानू दैट दिस स्पीशी इज द स्टेट एनिमल ऑफ सिक्किम। ओके, आगे बढ़ते हैं। थर्ड क्लू की गल करिए तो इट सेज दैट इथे एक वर्ड मैं मार्क करूंगी विच इज रिसेंटली। ठीक है, रिसेंटली जूलॉजिकल सर्वे ऑफ इंडिया has signed an MOU with Bhutan to conduct population assessment of the X. ठीक है, थ्रू अ नॉन इनवेसिव मैथड। तो बेसिकली की होया कि जो साडे कोल 2024 ਦਾ ਇਹ ਪੇਪਰ ਹੋਇਆ ਸੀ, ਇਹ ਉਸ ਟਾਈਮ ਦਾ ਕਰੰਟ ਅਫੇਅਰ ਹੈ, ਤਾਂ ਹੀ ਇੱਥੇ ਕੀ ਟਰਮ ਯੂਜ਼ ਕੀਤੀ ਗਈ ਹੈ ਰੀਸੈਂਟਲੀ, ਕਿਉਂਕਿ ਉਸ ਵੇਲੇ ਇੱਕ ਸਾਡਾ ਜਿਹੜਾ ਜ਼ੂਲੌਜੀਕਲ ਸਰਵੇ ਆਫ ਇੰਡੀਆ ਹੈ ਤੇ ਭੂਟਾਨ ਦੇ ਵਿੱਚ ਇੱਕ MOU ਸਾਈਨ ਹੋਇਆ ਸੀ ਕਿ ਆਪਾਂ ਇਸ ਪਾਰਟਿਕੂਲਰ ਸਪੀਸ਼ੀ ਦੀ ਪੋਪੂਲੇਸ਼ਨ ਨੂੰ ਅਸੈਸ ਕਰਨਾ ਹੈ, ਦੇਖਣਾ ਹੈ ਕਿ ਕਿੰਨੀ ਪੋਪੂਲੇਸ਼ਨ ਸਾਡੇ ਕੋਲ ਪ੍ਰੈਜ਼ੈਂਟ ਹੈ। ਠੀਕ ਹੈ ਜੀ, ਇਹ ਵੀ ਕਲੀਅਰ ਹੋ ਗਿਆ। ਨਾਓ ਨੈਕਸਟ ਆਪਸ਼ਨ which is about Master Shifu. Master Shifu is an anthropomorphic X associated with DreamWorks animation, martial arts और action comedy franchise। ਤਾਂ ਮਤਲਬ ਸਾਡੇ ਕੋਲ ਮਾਸਟਰ ਸ਼ਿਫੂ ਨਾਮ ਦਾ ਇੱਕ ਕਰੈਕਟਰ ਹੈ ਜੋ ਕਿ ਸਾਡੇ ਕੋਲ ਇਸ ਐਨੀਮੇਸ਼ਨ ਮਾਰਸ਼ਲ ਆਰਟ ਫਾਰਮ ਦੀ ਇੱਕ ਮੂਵੀ ਹੈ, ਉਹਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਉਹ ਇਸ ਪਾਰਟਿਕੂਲਰ ਸਪੀਸ਼ੀਜ਼ ਤੋਂ ਇਨਸਪਾਇਰਡ ਹੈ। ਕੌਣ? ਮਾਸਟਰ ਸ਼ਿਫੂ। चलो अगला पढ़ लेते हैं। लास्ट ऑप्शन ये है दैट इंटरनेशनल एक्स डे, मतलब इस पर्टिकुलर स्पीशी का जो दिन है वो हर साल हर सैप्टेंबर के 3rd सैटरडे नू सैलीब्रेट किया जाता है। नाउ साडे कोल
ਕੁੱਲ ਮਿਲਾ ਕੇ ਇਹ 5 ਕਲੂਜ਼ ਜਿਹੜੇ ਹੈਗੇ ਨੇ ਉਹ ਪੀਪੀਐਸਸੀ ਨੇ ਤੁਹਾਨੂੰ ਦਿੱਤੇ। ਸ਼ਾਈ ਮੈਮਲ ਹੈ, ਕਿੱਥੇ ਦਾ ਹੈ? ਨਾਰਥ ਈਸਟ ਦਾ ਹੈ। ਸਟੇਟ ਐਨੀਮਲ ਕਿਹਦਾ ਹੈ? ਸਿੱਕਿਮ ਦਾ। ਜ਼ੂਲੋਜੀਕਲ ਸਰਵੇ ਆਫ ਇੰਡੀਆ ਤੇ ਭੂਟਾਨ ਦੇ ਵਿੱਚ MOU ਸਾਈਨ ਹੋਇਆ ਪੋਪੂਲੇਸ਼ਨ ਅਸੈਸ ਕਰਨ ਵਾਸਤੇ। ਮਾਸਟਰ ਸ਼ਿਫੂ ਨਾ ਤੁਹਾਨੂੰ ਸਾਰਿਆਂ ਨੂੰ ਪਤਾ ਇੱਕ ਬਹੁਤ ਹੀ ਫੇਮਸ ਮੂਵੀ ਹੈਗੀ ਵਿਚ ਇਜ਼ ਕੁੰਗ ਫੂ ਪਾਂਡਾ ਫਰੈਂਚਾਈਜ਼। ਉਸ ਕੁੰਗ ਫੂ ਪਾਂਡਾ ਫਰੈਂਚਾਈਜ਼ ਦੇ ਵਿੱਚ ਜਿਹੜਾ ਮਾਸਟਰ ਸ਼ਿਫੂ ਹੈ ਉਹ ਇਹ ਸਪੀਸ਼ੀਜ਼ ਨੂੰ ਦੇਖ ਕੇ ਹੀ ਬਣਾਇਆ ਗਿਆ, ਇਹ ਸਪੀਸ਼ੀਜ਼ ਤੋਂ ਇਨਸਪਾਇਰਡ ਹੈ। ਤੇ ਲਾਸਟ ਕਲੂ ਹੈ ਕਿ ਹਰ ਸਾਲ ਸੈਪਟੈਂਬਰ ਦੇ 3rd ਸੈਟਰਡੇ ਨੂੰ ਅਸੀਂ ਇਹ ਸਪੀਸ਼ੀ ਦਾ ਦਿਨ ਮਨਾਉਂਦੇ ਹਾਂ। ਹੁਣ 1 by 1 ਕਰਕੇ ਡੀਕੋਡ ਕਰਦੇ ਹਾਂ। ਪਹਿਲਾ ਜਿਹੜਾ ਸਾਡੇ ਕੋਲ ਆਪਸ਼ਨ ਹੈ ਨਾ ਉਹ ਕੀ ਕਹਿ ਰਿਹਾ ਹੈ, ਇਹਦੇ ਵਿੱਚ ਦੇਖੋ ਸਾਡੇ ਕੋਲ ਕਿਹੜੇ ਕੀਵਰਡਸ ਪ੍ਰੈਜ਼ੈਂਟ ਹੈ। ਇਟ ਇਜ਼ ਅ ਸ਼ਾਈ ਮੈਮਲ, मतलब पहली गल स्पीशी की होनी चाहिए? मैमल होनी चाहिए, कमिंग फ्रॉम दी पार्ट्स ऑफ नॉर्थ ईस्टर्न इंडिया। देख लेंगे सब तो पहला स्नो लैपर्ड की जे आप गल करिए, स्नो लैपर्ड मैमल है, ठीक है, ये मैमल तो जरूर है। चलो ਜਦੋਂ ਆਪਾਂ स्टार टॉर्टोइज देखते हैं, स्टार टॉर्टोइज एक मैमल नहीं है, ये की है? ये एक रेप्टाइल है। रेड पांडा की गल करिए, रेड पांडा इज अ मैमल। चलो पहला ऑप्शन ठीक हो गया। ते वन हॉर्न राइनोसोरस भी मैमल की कैटेगरी में आ जाता है। चलो ठीक है। नेक्स्ट ऑप्शन बोलिया, नेक्स्ट स्टेटमेंट च क्या है? नॉर्थ ईस्टर्न इंडिया ते नाल ही क्या है दैट इट इज द स्टेट एनीमल ऑफ सिक्किम। तो देखो जो भी आप स्नो लैपर्ड की गल करते हैं ना, स्नो लैपर्ड तो सानू हिमालयाज दे विच मिलता है। ਸਾਡੇ ਜਿਹੜੇ ਹਿਮਾਚਲ ਪ੍ਰਦੇਸ਼ ਦੇ ਹਿਮਾਲਿਆਜ਼ ਹੈ ਮੋਸਟਲੀ ਉੱਥੇ ਸਾਨੂੰ ਸਨੋ ਲੈਪਰਡ ਮਿਲਦਾ ਹੈ। ਨਾਰਥ ਈਸਟ ਦੇ ਨਾਲ ਸਾਡੇ ਸਨੋ ਲੈਪਰਡ ਦਾ ਕੋਈ ਲਿੰਕ ਨਹੀਂ ਹੈ। ਤੇ ਰੈਦਰ ਸਨੋ ਲੈਪਰਡ ਇਜ਼ ਦੀ ਸਟੇਟ ਐਨੀਮਲ ਆਫ ਹਿਮਾਚਲ ਪ੍ਰਦੇਸ਼। ਇਹ ਹਿਮਾਚਲ ਪ੍ਰਦੇਸ਼ ਦਾ ਹਿਮਾਚਲ ਪ੍ਰਦੇਸ਼ ਦਾ ਸਟੇਟ ਐਨੀਮਲ ਹੈ। चलो स्टार टॉर्टोइज तो पहले एलिमिनेट हो गया, क्यों? बिकॉज एक रेप्टाइल है। आप किहदी गल कर रहे हैं? आप गल कर रहे हैं मैमल दी। दिस इज एलिमिनेटेड। ते हुण साडा स्नो लेपर्ड भी एलिमिनेट हो गया। गल करिए रेड पांडा दी, तो रेड पांडा इज दी इट इज प्रेवलेंट इन नॉर्थ ईस्टर्न इंडिया। नॉर्थ ईस्टर्न इंडिया दे विच ए सिक्किम स्टेट दा स्टेट एनिमल है। एंड वन हॉर्न राइनो ये भी नॉर्थ ईस्ट विच ही मिलता है, लेकिन इट इज द स्टेट एनिमल ऑफ आसाम। तो देखो जो सिक्किम टर्म यूज किया ना, स्टेट एनिमल ऑफ सिक्किम, इन्हें थोड़े सारे ऑप्शंस एलिमिनेट करते ते थानू दिखाता कि हाँ जी इहदा सही आंसर की होना चाहिए है? रेड पांडा। होर अगे पढ़िए तो क्योंकि करंट अफेयर तो यह क्वेश्चन डिराइव होके आया है, तो उस टाइम दे विच भूटान ते जूलॉजिकल सर्वे ऑफ इंडिया ने एक MOU साइन किया सी कादे वास्ते कि आपां रेड पांडा दी पॉपुलेशन का अनुमान लावांगे, असैस करांगे। ते इस तो बाद ऑप्शन है मास्टर शिफू, तो जिहड़ा कुंग फू पांडा है दैट इज इंस्पायर्ड बाय रेड पांडा। ठीक है, सो दिस इज ऑल्सो वन थिंग। ते हर साल सैप्टेंबर का जो 3rd सैटरडे है वो असी सैलीब्रेट करते हैं एज इंटरनेशनल रेड पांडा डे। तो आई होप थानू समझ आया होगा कि किस तरीके नाल इदां दा जिहड़ा डिस्क्रिप्टिव क्वेश्चन साडे कोल आंदा है ओदी हर एक स्टेटमेंट नू आपां क्लू दे वांगू यूज करांगे टू एलिमिनेट द स्पीशीज। फाइन एवरीबडी। ते दूसरी गल हुण सानू इथों लगदा है कि क्या हर एक स्पीशी तो क्वेश्चन पूछा जा सकदा है? वेल कुछ स्पीशीज बहुत इंपॉर्टेंट है जिन्हां नू बचाउण वास्ते इंडिया बहुत एक्टिवली कंजरवेशन मेजर्स कर रहा है, ਉਹ ਤਾਂ ਇੰਪੋਰਟੈਂਟ ਹੋ ਹੀ ਜਾਂਦੀਆਂ ਨੇ। ਅਪਾਰਟ ਫਰਮ दैट ਜਿਹੜੀ ਵੀ ਸਪੀਸ਼ੀ ਨਿਊਜ਼ ਵਿੱਚ ਆਂਦੀ ਹੈ ਉਹ ਸਪੀਸ਼ੀ ਵੀ ਸਾਡੇ ਐਗਜ਼ਾਮ ਪਰਸਪੈਕਟਿਵ ਤੋਂ ਇੰਪੋਰਟੈਂਟ ਬਣ ਜਾਂਦੀ ਹੈ। ਇਹ ਕੁਐਸਚਨ ਇੱਕ ਅੱਛੀ ਐਗਜ਼ਾਮਪਲ ਹੈ ਕਿ 2024 ਦੇ ਵਿੱਚ ਸਪੀਸ਼ੀ ਆਇਡੈਂਟੀਫਿਕੇਸ਼ਨ ਤੇ ਕਰੰਟ ਅਫੇਅਰ ਨੂੰ ਇੰਟੀਗ੍ਰੇਟ ਕਰਕੇ PPSC ਨੇ ਇੰਨਾ ਵਧੀਆ ਕੁਐਸਚਨ ਬਣਾਇਆ। ਸਹੀ ਆਨਸਰ ਕੀ ਹੈ ਇਹਦਾ? रेड पांडा। फाइन एवरीवन। चलो अगे चलते हैं, नेक्स्ट क्वेश्चन देखते हैं। अगला क्वेश्चन भी डिस्क्रिप्टिव नेचर का ही थानू मिलेगा। इस क्वेश्चन विच की कीता है? इस क्वेश्चन दे विच साडे कोल कुछ एनवायरमेंटल एग्रीमेंट्स हुंदे ने, कन्वेंशनस हुंदे ने जिहदे थ्रू आपां कुछ गोल्स नू पूरा करते हैं। इन्होंने की कीता? सानू नीचे यह जे 4 एग्रीमेंट्स, कन्वेंशनस, प्रोटोकॉल्स दे दिते ते कहा कि असी ऊपर डिस्क्राइब कीता है ते दसो ये जो साडी डिस्क्रिप्शन है ਇਹ ਕਿਹੜੇ ਸਾਡੇ ਐਗਰੀਮੈਂਟ, ਕਨਵੈਨਸ਼ਨ ਜਾਂ ਪ੍ਰੋਟੋਕਾਲ ਦਾ ਹਿੱਸਾ ਹੈ। ਅਗੇਨ ਇਨਵਾਇਰਨਮੈਂਟ ਦੇ ਵਿੱਚ ਤੁਸੀਂ ਇੰਟਰਨੈਸ਼ਨਲ ਐਗਰੀਮੈਂਟਸ ਪੜ੍ਹਦੇ ਹੋ, ਇਹ ਕੁਐਸਚਨ ਇੱਥੋਂ ਡਿਰਾਈਵ ਹੋਇਆ, ਉਲਟਾ ਪੁੱਛ ਲਿਆ। ਠੀਕ ਹੈ, ਦੇਖ ਲੈਂਦੇ ਹਾਂ ਕੀ ਕਹਿ ਰਹੇ। ਫਰਸਟ ਸਟੇਟਮੈਂਟ ਇਹ ਹੈ that signing countries are expected to decrease
the manufacture and use of hydrofluorocarbons by about 80 to 85% from their respective baseline of 2025। ਸਿੰਪਲ ਸ਼ਬਦਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਇੱਥੇ ਇਹ ਗੱਲ ਹੈ ਕਿ ਜਿਹੜੀ ਵੀ ਕੋਈ ਅਸੀਂ ਪ੍ਰੋਟੋਕਾਲ ਦੀ ਗੱਲ ਕਰ ਰਹੇ ਹਾਂ ਜਾਂ ਐਗਰੀਮੈਂਟ ਦੀ ਗੱਲ ਕਰ ਰਹੇ ਹਾਂ, ਇਹਦੇ ਵਿੱਚ ਕੰਟਰੀਜ਼ ਨੇ ਮਿਲ ਕੇ ਇਹ ਫੈਸਲਾ ਕੀਤਾ ਹੈ ਕਿ ਅਸੀਂ ਹਾਈਡਰੋਫਲੋਰੋਕਾਰਬਨਸ ਦੀ ਮੈਨੂਫੈਕਚਰਿੰਗ ਜਿਹੜੀ ਹੈਗੀ ਹੈ ਇਹਨੂੰ ਕੀ ਕਰਨਾ ਹੈ, ਘਟਾਉਣਾ ਹੈ। 80 to 85% ਰਿਡਕਸ਼ਨ ਅਸੀਂ ਲੈ ਕੇ ਆਣੀ ਹੈ। ਸਿੰਪਲ। ਚਲੋ ਨੈਕਸਟ ਸਾਨੂੰ ਇਹ ਪੁਆਇੰਟ ਦਿੱਤਾ ਗਿਆ ਹੈ, ਦ ਰੈਸ਼ਨਲ ਇਜ਼, ਰੀਜ਼ਨਿੰਗ ਕੀ ਹੈ? ਦ ਰੈਸ਼ਨਲ ਇਜ਼ while HFCs don't have much impact on the depletion of ozone layer, they are powerful greenhouse gases and hence they contribute to global warming। keywords ਚੱਕਦੇ हैं। कीवर्ड ਇਹ ਹੈ ਕਿ ਹਾਈਡਰੋਫਲੋਰੋਕਾਰਬਨ ਹਾਲਾਂਕਿ ਓਜ਼ੋਨ ਡਿਪਲੀਸ਼ਨ ਦੇ ਵਿੱਚ ਉਨਾ ਜ਼ਿਆਦਾ ਆਪਣਾ ਇੰਪੈਕਟ ਨਹੀਂ ਕਰਦਾ, ओजोन लेयर ਨੂੰ ਉਨਾ ਹਾਰਮ ਨਹੀਂ ਕਰਦਾ, ਲੇਕਿਨ ਹਾਈਡਰੋਫਲੋਰੋਕਾਰਬਨ ਇੱਕ ਬਹੁਤ ਹੀ ਇੰਪੋਰਟੈਂਟ, ਬਹੁਤ ਹੀ ਪਾਵਰਫੁਲ ਗ੍ਰੀਨ ਹਾਊਸ ਗੈਸ ਹੈ ਜਿਹਦੇ ਕਰਕੇ ਕੀ ਹੋ ਰਹੀ ਹੈ, ਗਲੋਬਲ ਵਾਰਮਿੰਗ ਹੋ ਰਹੀ ਹੈ। ਇਸ ਕਰਕੇ ਅਸੀਂ ਇੱਕ ਐਗਰੀਮੈਂਟ ਜਾਂ ਪ੍ਰੋਟੋਕਾਲ ਜਾਂ ਕੋਈ ਕਨਵੈਨਸ਼ਨ ਸਾਈਨ ਕੀਤੀ ਹੈ ਜਿਹਦੇ ਵਿੱਚ ਕੀ ਕੰਟਰੀਜ਼ ਨੇ ਕਿਹਾ ਹੈ ਕਿ ਅਸੀਂ ਕੀ ਕਰਾਂਗੇ, ਅਸੀਂ ਹਾਈਡਰੋਫਲੋਰੋਕਾਰਬਨ ਦੀ ਮੈਨੂਫੈਕਚਰਿੰਗ ਨੂੰ 80 to 85% ਤੱਕ ਘਟਾ ਦਾਂਗੇ ਬਾਈ 2045। ਸਟੇਟਮੈਂਟ ਸਮਝ ਆ ਗਈ? ਠੀਕ ਹੈ। ਨਾਓ ਇਸ ਕੁਐਸਚਨ ਨੂੰ ਕਰਨ ਵਾਸਤੇ ਸਾਨੂੰ ਕੁਝ ਬੇਸਿਕਸ ਆਫ এনवायरमेंट ਪਤਾ ਹੋਣੇ ਚਾਹੀਦੇ ਹਨ। ਕਿਹੜੇ ਬੇਸਿਕਸ ਪਤਾ ਹੋਣੇ ਚਾਹੀਦੇ ਹਨ? ਸਾਡੀ ਕਹਾਣੀ ਸ਼ੁਰੂ ਹੁੰਦੀ ਹੈ क्लोरोफ्लोरोकार्बन्स तो। The story starts from क्लोरोफ्लोरोकार्बन्स। क्लोरोफ्लोरोकार्बन्स जो कि बहुत कॉमनली साडे कोल रिलीज हो रहा सीगा अर्लीयर, ਇਹ डायरेक्टली की करता है, ये साडे कोल ओजोन लेयर नू डैमेज करता है ना। ओजोन इज वेरी इंपॉर्टेंट। ओजोन लेयर ਜਿਹੜੀ ਹੈਗੀ ਹੈ ਸਾਡੀ अर्थ ਸਰਫੇਸ ਤੇ ਜਿਹੜੀ ਵੀ UV रेडिएशंस जो कि हार्मफुल रेडिएशंस ने ਉਹਨਾਂ ਨੂੰ ਐਬਜ਼ੌਰਬ ਕਰ ਲੈਂਦੀ ਹੈ ਤੇ ਅਰਥ ਦੀ ਸਰਫੇਸ ਤੱਕ UV ਰੇਡੀਏਸ਼ਨਸ ਨੂੰ ਪਹੁੰਚਣ ਨਹੀਂ ਦਿੰਦੀ। ਲੇਕਿਨ ਜਦੋਂ ਕਲੋਰੋਫਲੋਰੋਕਾਰਬਨਸ ਰਿਲੀਜ਼ ਹੋ ਰਹੇ ਸੀਗੇ, ਉਹ ਕੀ ਕਰ ਰਹੇ ਸੀ, ਲਗਾਤਾਰ ਓਜ਼ੋਨ ਨੂੰ ਡੈਮੇਜ ਕਰ ਰਹੇ ਸੀ। ਆਪਾਂ ਕਿਹਾ ਇਹ ਤਾਂ ਬਹੁਤ ਗਲਤ ਹੋ ਗਿਆ। ਸੋ ਕੰਟਰੀਜ਼ ਨੇ ਮਿਲ ਕੇ ਇੱਕ प्रोटोकॉल लेकर आए जिन्हों कहते हैं मॉन्ट्रियल प्रोटोकॉल। और ਆਪਾਂ मॉन्ट्रियल प्रोटोकॉल विच किया कि नहीं साडा जिहड़ा क्लोरोफ्लोरोकार्बन है ये तो बहुत ज्यादा हार्मफुल है। ਆਪਾਂ ਕੀ ਕਰਦੇ हैं, इस क्लोरोफ्लोरोकार्बन्स ਦਾ यूज करना बंद करते हैं ਤੇ ਇਹਦੀ ਜਗ੍ਹਾ ਤੇ ਆਪਾਂ ਸਵਿਚ ਕਰਦੇ हैं टुवर्ड्स हाइड्रोफ्लोरोकार्बन्स। ਇਹ ਕਿਹਨੇ ਕਿਹਾ? ਇਹ ਕਿਹਾ ਮੌਂਟਰੀਅਲ ਪ੍ਰੋਟੋਕਾਲ ਨੇ ਕਿ ਕਲੋਰੋਫਲੋਰੋਕਾਰਬਨ ਨੂੰ ਫੇਜ਼ ਆਊਟ ਕਰਕੇ ਕੀ ਅਡਾਪਟ ਕਰਨਾ ਹੈ, ਹਾਈਡਰੋਫਲੋਰੋਕਾਰਬਨਸ ਨੂੰ ਅਡਾਪਟ ਕਰਨਾ ਹੈ। ਲੇਕਿਨ ਫਿਰ ਕੀ ਹੋਇਆ? ਫਿਰ ਸਾਨੂੰ ਇਹ ਪਤਾ ਲੱਗਾ ਕਿ ਓਕੇ, ਹਾਲਾਂਕਿ ਹਾਈਡਰੋਫਲੋਰੋਕਾਰਬਨਸ ਜਿਹੜੇ ਹੈਗੇ ਨੇ ਇਹ ਓਜ਼ੋਨ ਨੂੰ ਡੈਮੇਜ ਨਹੀਂ ਕਰਦੇ, ਓਜ਼ੋਨ ਵਾਸਤੇ ਤਾਂ ਇਹ ਗੁੱਡ ਨੇ, ਲੇਕਿਨ ਹਾਈਡਰੋਫਲੋਰੋਕਾਰਬਨਸ ਆਪਣੇ ਆਪ ਵਿੱਚ ਇੱਕ ਬਹੁਤ ਪਾਵਰਫੁਲ ਗ੍ਰੀਨ ਹਾਊਸ ਗੈਸ ਹੈ। और ग्रीन हाउस गैस होने करके एक ही कर दिया अर्थ दे अराउंड हीट एनर्जी नू ट्रैप कर लेंदी है, जिदे करके साडी अर्थ दा टेंपरेचर वधदा है ते आपां की कहंदे हैं, की हो गया, ग्लोबल वार्मिंग हो गया। करन तां गए सी ओजोन नू बचाण गए सी, ओजोन नू बचाण वास्ते आपां क्या कि ओके क्लोरोफ्लोरोकार्बन बंद कर दो, हाइड्रोफ्लोरोकार्बन्स यूज कर लो। लेकिन हाइड्रोफ्लोरोकार्बन्स ने ओजोन नू तां कुछ नहीं किया, लेकिन हाइड्रोफ्लोरोकार्बन्स अपने आप विच एक एक्सट्रीमली पावरफुल ग्रीन हाउस गैस है जिन्हें हौली हौली करके अर्थ का टेंपरेचर ਵਧਾਉਣਾ भी शुरू करता ते ग्लोबल वार्मिंग ਲਈ रिस्पोंसिबल हो गया। सो हुण सानू एक होर एग्रीमेंट ਦੀ ਲੋੜ ਸੀ ਜਿਹਦੇ ਨਾਲ ਕਿ ਆਪਾਂ ਹਾਈਡਰੋਫਲੋਰੋਕਾਰਬਨਸ ਦੀ ਪ੍ਰੋਡਕਸ਼ਨ ਜਾਂ ਮੈਨੂਫੈਕਚਰਿੰਗ ਨੂੰ ਘਟਾ ਸਕੀਏ ਤੇ ਇਸ ਐਗਰੀਮੈਂਟ ਨੂੰ ਕਿਹਾ ਜਾਂਦਾ ਹੈ, ਦਿਸ ਐਗਰੀਮੈਂਟ ਇਜ਼ ਕਾਲਡ ਐਜ਼ ਕਿਗਾਲੀ ਐਗਰੀਮੈਂਟ। ਕਿਗਾਲੀ ਐਗਰੀਮੈਂਟ ਦੇ ਵਿੱਚ ਆਪਾਂ ਇਹ ਐਗਰੀ ਕੀਤਾ ਕਿ ਅਸੀਂ ਹਾਈਡਰੋਫਲੋਰੋਕਾਰਬਨਸ ਦਾ ਜਿਹੜਾ ਯੂਜ਼ ਹੈ ਇਹਨੂੰ ਫੇਜ਼ ਆਊਟ ਕਰਾਂਗੇ ਬਾਈ 2045। ਇਜ਼ ਦੈਟ ਕਲੀਅਰ एवरीवन? सो इस करके जे आप ऑप्शंस देखिए तो ऑप्शंस दे विच साडे कोल ऑप्शन बी है जो कि किगाली एग्रीमेंट लिखा हुआ है, दिस इज द राइट आंसर। ਇਹਦੇ ਵਿੱਚ ਕੰਟਰੀਜ਼ ਨੇ ਮਿਲ ਕੇ ਸਹਿਮਤੀ ਕੀਤੀ ਕਿ ਆਪਾਂ ਹਾਈਡਰੋਫਲੋਰੋਕਾਰਬਨ ਦੀ ਪ੍ਰੋਡਕਸ਼ਨ ਨੂੰ ਘਟਾਉਣਾ ਹੈ। ਠੀਕ ਹੈ। ਹੁਣ ਇੱਕ ਹੋਰ ਚੀਜ਼ ਦੇਖੋ, ਐਗਜ਼ਾਮੀਨਰ ਨੇ ਕਿੰਨਾ ਸਮਾਰਟਲੀ ਆਪਸ਼ਨਸ ਫਰੇਮ ਕੀਤੇ ਨੇ। ਐਗਜ਼ਾਮੀਨਰ ਤੁਹਾਨੂੰ ਕਨਫਿਊਜ਼ ਕਰਨਾ ਚਾਹੁੰਦਾ ਹੈ ਜਦੋਂ ਐਗਜ਼ਾਮੀਨਰ ਇੱਥੇ ਮੌਂਟਰੀਅਲ ਵਰਡ ਯੂਜ਼ ਕਰ ਲੈਂਦਾ ਹੈ। हालांकि जो मॉन्ट्रियल इत्थे लिखा है इट इज डिफरेंट,
पूरा नाम हैगा कुनमिंग मॉन्ट्रियल ग्लोबल बायोडाइवर्सिटी फ्रेमवर्क। ਇਹ ਬੇਸਿਕਲੀ ਬਾਇਓਡਾਇਵਰਸਿਟੀ ਦੀ ਫਰੇਮਵਰਕ ਵਾਸਤੇ ਇੱਕ ਅਲੱਗ ਸਾਡੇ ਕੋਲ ਆਂਦਾ ਹੈ ਤੇ ਅਗਰ ਕੋਈ ਬੱਚਾ ਜਲਦਬਾਜ਼ੀ ਕਰੇ ਤਾਂ ਹੋ ਸਕਦਾ ਹੈ ਕਿ ਉਹ ਇਸ ਮੌਂਟਰੀਅਲ ਨੂੰ ਮੌਂਟਰੀਅਲ ਪ੍ਰੋਟੋਕਾਲ ਦੇ ਨਾਲ ਕਨਫਿਊਜ਼ ਕਰ ਸਕਦਾ ਹੈ, ਹਾਈਡਰੋਫਲੋਰੋਕਾਰਬਨ ਨੂੰ ਕਲੋਰੋਫਲੋਰੋਕਾਰਬਨ ਦੇ ਨਾਲ ਕਨਫਿਊਜ਼ ਕਰ ਸਕਦਾ ਹੈ ਤੇ ਆਪਸ਼ਨ ਡੀ ਵੱਲ ਜਾ ਸਕਦਾ ਹੈ। ਐਦਾਂ ਨਹੀਂ ਕਰਨਾ, बहुत ध्यान नाल क्वेश्चन ਨੂੰ पढ़ना है। बेसिक्स ਤੇ ਤੁਹਾਡੇ ਕਲੀਅਰ ਹੈ ਤਾਂ ਇਹ ਕੁਐਸਚਨ ਕੁਝ ਵੀ ਨਹੀਂ ਹੈ। ਤੁਹਾਨੂੰ ਪਤਾ ਹੈ ਜੇਕਰ ਕਿ ਮੌਂਟਰੀਅਲ ਪ੍ਰੋਟੋਕਾਲ ਕਲੋਰੋਫਲੋਰੋਕਾਰਬਨਸ ਨੂੰ ਰੋਕਦੀ ਹੈ ਤੇ ਕਿਗਾਲੀ ਐਗਰੀਮੈਂਟ ਹਾਈਡਰੋਫਲੋਰੋਕਾਰਬਨਸ ਨੂੰ ਦੀ ਮੈਨੂਫੈਕਚਰਿੰਗ ਘਟਾਉਂਦੀ ਹੈ। ਸੋ ਦਿਸ ਕੁਐਸਚਨ ਇਜ਼ ਨਥਿੰਗ ਫॉर ਯੂ। ਅਪਾਰਟ ਫਰਮ ਦਿਸ ਜੇ ਆਪਾਂ ਏਜੰਡਾ 21 ਦੀ ਗੱਲ ਕਰੀਏ ਤਾਂ ਆਪਾਂ ਪੜ੍ਹਦੇ ਹਾਂ ਕਿ ਰੀਓ ਦੀ ਜਨੇਰੀਓ ਦੇ ਵਿੱਚ ਅਰਥ ਸਮਿਟ ਹੋਇਆ ਔਰ ਉਸ ਅਰਥ ਸਮਿਟ ਵਿੱਚ ਪਹਿਲੀ ਵਾਰੀ ਸਸਟੇਨੇਬਲ ਡਿਵੈਲਪਮੈਂਟ ਦੀ ਗੱਲ ਹੋਈ ਔਰ ਸਸਟੇਨੇਬਲ ਡਿਵੈਲਪਮੈਂਟ ਨੂੰ ਲੈ ਕੇ ਸਾਡੇ ਕੋਲ ਪ੍ਰੋਟੋਕਾਲਸ ਆਏ, ਫਰੇਮਵਰਕਸ ਆਏ ਤਾਂ ਉਹ ਏਜੰਡਾ 21 ਹੈ। 21 मतलब 21st सेंचुरी, 21st सेंचुरी ਦਾ ਏਜੰਡਾ ਫॉर ਸਸਟੇਨੇਬਲ ਡਿਵੈਲਪਮੈਂਟ। ਕਿਗਾਲੀ ਐਗਰੀਮੈਂਟ ਪਤਾ ਲੱਗ ਗਿਆ। ਬੌਨ ਕਨਵੈਨਸ਼ਨ ਜਿਹੜਾ ਹੈਗਾ ਹੈ ਦਿਸ ਇਜ਼ ਟੂ ਕੰਜ਼ਰਵ ਆਵਰ ਮਾਈਗ੍ਰੇਟਰੀ ਸਪੀਸ਼ੀਜ਼। ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਗਰਮੀਆਂ ਹੁੰਦੀਆਂ ਨੇ ਤਾਂ ਬਹੁਤ ਸਾਰੀਆਂ ਮਾਈਗ੍ਰੇਟਰੀ ਸਪੀਸ਼ੀਜ਼ ਜਿਹੜੀਆਂ ਹੈਗੀਆਂ ਨੇ ਉਹ ਠੰਡੇ ਇਲਾਕੇ ਵੱਲ ਜਾਣ ਦੀ ਕੋਸ਼ਿਸ਼ ਕਰਦੀਆਂ ਨੇ। ਬਰਡਸ ਜਿੱਦਾਂ ਹੋ ਗਿਆ, ਸਾਈਬੇਰੀਅਨ ਕ੍ਰੇਨ ਹੋ ਗਿਆ ਫॉर एग्जांपल। और ਜਦੋਂ ਠੰਡ ਆ ਜਾਂਦੀ ਹੈ, ਜਦੋਂ ਪੋਲਰ ਏਰੀਆਜ਼ ਦੇ ਆਸ-ਪਾਸ ਬਰਫ਼ ਪੈਣੀ ਸ਼ੁਰੂ ਹੋ ਜਾਂਦੀ ਹੈ, ਉਹਨਾਂ ਨੂੰ ਉੱਥੇ ਖਾਣ ਲਈ ਆਪਣੀ ਫੀਡ ਨਹੀਂ ਮਿਲ ਪਾਉਂਦੀ ਤਾਂ ਉਦੋਂ ਬਰਡਸ ਉੜ ਕੇ ਇਦਾਂ ਦੇ ਏਰੀਆ ਵਿੱਚ ਜਾਣਾ ਸ਼ੁਰੂ ਕਰ ਦਿੰਦੀਆਂ ਨੇ ਜਿੱਥੇ ਉਹਨਾਂ ਦਾ ਫੂਡ ਚੇਨ ਜੋ ਵੀ ਉਹਨਾਂ ਦੀ ਫੂਡ ਰਿਕੁਆਇਰਮੈਂਟ ਹੈ, ਮੀਟਿੰਗ ਰਿਕੁਆਇਰਮੈਂਟ ਹੈ, ਪੂਰੀ ਹੋ ਸਕੇ। ਤਾਂ ਇਦਾਂ ਦੀਆਂ ਸਪੀਸ਼ੀਜ਼ ਜੋ ਵੈਦਰ ਬਦਲਣ ਦੇ ਨਾਲ ਆਪਣੀ ਲੋਕੇਸ਼ਨ ਬਦਲਦੀਆਂ ਨੇ, ਮਾਈਗ੍ਰੇਟ ਕਰਦੀਆਂ ਨੇ, ਉਹਨਾਂ ਨੂੰ ਆਪਾਂ ਕਹਿੰਦੇ ਆ ਮਾਈਗ੍ਰੇਟਰੀ ਸਪੀਸ਼ੀਜ਼। ਤੇ ਉਹਨਾਂ ਦੀ ਕੰਜ਼ਰਵੇਸ਼ਨ ਹੁਣ ਉਹ ਮਲਟੀਪਲ ਕੰਟਰੀਜ਼ ਤੋਂ ਹੋकर ਗੁਜ਼ਰਦੀਆਂ ਨੇ ਤਾਂ ਉਹਨਾਂ ਦੀ ਕੰਜ਼ਰਵੇਸ਼ਨ ਦੇ ਲਈ ਕੰਟਰੀਜ਼ ਨੇ ਸਾਈਨ ਕੀਤਾ ਹੈ ਬੌਨ ਕਨਵੈਨਸ਼ਨ। ਸੋ ਇਫ ਯੂ ਨੋ, ਜੇ ਤੁਹਾਨੂੰ ਬੇਸਿਕ ਆਈਡੀਆ ਹੈ ਕਿ ਕਿਹੜੀ ਇੰਟਰਨੈਸ਼ਨਲ এনवायरमेंटल ਐਗਰੀਮੈਂਟ ਕਿਹੜੀ ਚੀਜ਼ ਨੂੰ ਟਾਰਗੇਟ ਕਰਦਾ ਹੈ, ਸੋ ਦਿਸ ਕੁਐਸਚਨ ਇਜ਼ ਨਥਿੰਗ ਫॉर ਯੂ। ਬਟ ਇਦਾਂ ਦੇ ਡਿਸਕ੍ਰਿਪਟਿਵ ਕੁਐਸਚਨ ਨੂੰ ਬਹੁਤ ਧਿਆਨ ਨਾਲ ਬ੍ਰੇਕ ਡਾਊਨ ਕਰਕੇ ਤੁਸੀਂ ਪੜ੍ਹਨਾ ਹੈ। ਫਾਈਨ, ਚਲੋ ਜੀ ਨੈਕਸਟ ਕੁਐਸਚਨ ਤੇ ਚੱਲਦੇ ਹਾਂ। ਅਗੇਨ ਅਨਦਰ ਡਿਸਕ੍ਰਿਪਟਿਵ ਕੁਐਸਚਨ ਓਵਰ ਹੇਅਰ। ਨਾਓ ਇਹ ਜੋ ਕੁਐਸਚਨ ਹੈ ਇਹ ਡਾਇਰੈਕਟਲੀ ਜਿਹੜਾ ਆਪਾਂ ਜੀਓਗ੍ਰਾਫੀ ਦਾ ਸਿਲੇਬਸ ਪੜ੍ਹਦੇ ਆ ਉਹਦੇ ਨਾਲ ਰਿਲੇਟ ਤਾਂ ਨਹੀਂ ਕਰਦਾ, ਲੇਕਿਨ ਇੱਥੇ ਕੁਝ ਇਦਾਂ ਦੀ ਰੀਜਨਲ ਗਰੁੱਪਿੰਗਸ ਦੀ ਗੱਲ ਕੀਤੀ ਗਈ ਹੈ ਜੋ ਕਿ ਆਪਾਂ ਜਦੋਂ ਮੈਪ ਵਰਕ ਕਰਦੇ ਆ, ਜਦੋਂ ਆਪਾਂ ਕੰਟਰੀਜ਼ ਦੇ ਗਰੁੱਪਸ ਨੂੰ ਪੜ੍ਹਦੇ ਆ ਉਦੋਂ ਆਪਾਂ ਡਿਸਕਸ ਕਰ ਲੈਂਦੇ ਆ। ਇੱਥੇ ਇੱਕ ਰੀਜਨਲ ਇੰਟਰ ਗਵਰਨਮੈਂਟਲ ਆਰਗੇਨਾਈਜੇਸ਼ਨ ਦੀ ਗੱਲ ਕੀਤੀ ਗਈ ਹੈ। ਠੀਕ ਹੈ, ਬਹੁਤ ਸਾਰੀ ਕੰਟਰੀਜ਼ ਨੇ ਮਿਲ ਕੇ ਇੱਕ ਰੀਜਨਲ ਆਰਗੇਨਾਈਜੇਸ਼ਨ ਬਣਾਈ ਹੈ। ਉਹਦੇ ਫੀਚਰਸ ਦੱਸੇ ਗਏ ਹੈ ਤੇ ਪੁੱਛਿਆ ਹੈ ਕਿ ਦੱਸੋ ਅਸੀਂ ਕਿਹੜੀ ਆਰਗੇਨਾਈਜੇਸ਼ਨ ਦੀ ਗੱਲ ਕਰ ਰਹੇ ਹਾਂ। ਚਲੋ ਇੱਕ ਇੱਕ ਕਰਕੇ ਅਗੇਨ ਕੀਵਰਡਸ ਜਿਹੜੇ ਹੈਗੇ ਆ ਉਹਨਾਂ ਨੂੰ ਅੰਡਰਲਾਈਨ ਕਰਦੇ ਆ ਤੇ ਪਛਾਣਨ ਦੀ ਕੋਸ਼ਿਸ਼ ਕਰਦੇ ਆ। ਇਸ ਕੁਐਸਚਨ ਦੇ ਵਿੱਚ ਫਰਸਟ ਲਾਈਨ ਕਹਿੰਦੀ ਹੈ ਸੈਟ ਅਪ ਇਨ ਜੂਨ 1997 in accordance with Bangkok Declaration, in accordance with Bangkok Declaration। ਨਾ ਜਦੋਂ ਤੁਸੀਂ ਇਹ ਇੰਟਰਨੈਸ਼ਨਲ ਗਰੁੱਪਿੰਗਸ ਪੜੋਗੇ, ਫਰਸਟ ਲਾਈਨ ਆਫ ਦਿਸ ਡਿਸਕ੍ਰਿਪਟਿਵ ਪੈਰਾਗ੍ਰਾਫ ਬੈਂਕਾਕ ਡੈਕਲੇਰੇਸ਼ਨ ਆਪਣੇ ਆਪ ਵਿੱਚ ਚੀਖ ਕੇ ਇੱਕ ਆਪਸ਼ਨ ਦਾ ਨਾਮ ਲੈ ਰਹੀ ਹੈ ਇਫ ਯੂ ਹੈਵ ਰੈਡ ਇਟ। ਠੀਕ ਹੈ, ਜੇ ਕਿਸੇ ਨੂੰ ਹਲੇ ਵੀ ਨਹੀਂ ਪਤਾ ਲੱਗਿਆ ਤਾਂ ਸੈਕੰਡ ਲਾਈਨ ਹੋਰ ਕਲੀਅਰ ਕਰ ਰਹੀ ਹੈ when it says that it is a intergovernmental organization ਜਿਹਦਾ ਸੈਕਟਰੀਏਟ ਕਿੱਥੇ ਹੈ, ਜਿਹਦਾ ਸੈਕਟਰੀਏਟ ਢਾਕਾ ਦੇ ਵਿੱਚ ਹੈ। ਇਹ ਦੋ ਲਾਈਨਾਂ ਸਭ ਤੋਂ ਇੰਪੋਰਟੈਂਟ ਹੈ। ਉਸ ਤੋਂ ਬਾਅਦ ਕਿਹਾ ਗਿਆ ਹੈ that it intends, ਇਹ ਜੋ ਆਰਗੇਨਾਈਜੇਸ਼ਨ ਹੈ ਇਹਦੀ ਕੋਸ਼ਿਸ਼ ਕੀ ਹੈ to create an enabling environment for rapid economic development। ਇਹ ਜਿਹਾ ਐਟਮੋਸਫੇਅਰ ਬਣਾਇਆ ਜਾਵੇ ਕਿ ਇਕਨੋਮਿਕ ਡਿਵੈਲਪਮੈਂਟ ਹੋ ਸਕੇ। then establishing multi-dimensional connectivity, ਆਪਸ ਦੇ ਵਿੱਚ ਜਿਹੜੀ ਕੰਟਰੀਜ਼ ਹੈ ਇਹਨਾਂ ਦਾ ਆਪਸ ਦੇ ਵਿੱਚ ਕਨੈਕਟੀਵਿਟੀ ਵੱਧ ਜਾਵੇ। promoting synergy among connectivity framework in the region। ਤਾਂ ਮੋਟੀ ਗੱਲ ਇਹ ਹੈ ਕਿ ਇਹ ਆਰਗੇਨਾਈਜੇਸ਼ਨ ਉਸ ਰੀਜਨ ਦਾ ਆਪਸ ਵਿੱਚ ਟ੍ਰੇਡ ਤੇ ਕਨੈਕਟੀਵਿਟੀ ਕੋਆਰਡੀਨੇਸ਼ਨ ਨੂੰ ਵਧਾਉਣ ਦੀ ਗੱਲ ਕਰ ਰਹੀ ਹੈ। ਠੀਕ ਹੈ, next it says that its charter also aspires to promote active collaboration and mutual assistance on the matters of common interest in the economic, social, technical and scientific field। ਤੁਸੀਂ ਦੇਖੋ ਹਾਲੇ ਵੀ ਕੁਝ ਵੀ ਮੈਂ ਮੋਟਾ ਅੰਡਰਲਾਈਨ ਨਹੀਂ ਕਰ ਰਹੀ। ਕਿਉਂਕਿ ਮੇਨ ਜਿਹੜਾ ਪੁਆਇੰਟ ਹੈ, ਕਲੂ ਹੈ, ਉਹ ਇੱਥੇ ਹੀ ਖਤਮ ਹੋ ਗਿਆ।
ਹੁਣ ਇੱਥੇ ਕੀ ਕਹਿ ਰਹੇ ਕਿ ਜੋ ਇਸ ਆਰਗੇਨਾਈਜੇਸ਼ਨ ਦਾ ਚਾਰਟਰ ਹੈ ਉਹ ਕਹਿੰਦਾ ਹੈ ਕਿ ਜਿਹੜੀ ਵੀ ਇਸ ਰੀਜਨ ਦਾ ਕਾਮਨ ਇੰਟਰਸਟ ਵਿੱਚ ਚੀਜ਼ਾਂ ਹੋਣਗੀਆਂ, ਚਾਹੇ ਉਹ ਟ੍ਰੇਡ ਨੂੰ ਲੈ ਕੇ ਹੋਵੇ, એનર્ਜੀ ਨੂੰ ਲੈ ਕੇ ਹੋਵੇ, ਟੈਰਰਿਜ਼ਮ ਨੂੰ ਲੈ ਕੇ ਹੋਵੇ, ਕਲਾਈਮੇਟ ਚੇਂਜ ਨੂੰ ਲੈ ਕੇ ਹੋਵੇ, ਆਪਾਂ ਉਹਨਾਂ ਇਸ਼ੂਜ਼ ਦੇ ਉੱਤੇ ਕੋਆਰਡੀਨੇਟ ਕਰਾਂਗੇ। ਐਂਡ ਦੈਨ ਲਾਸਟ ਪੁਆਇੰਟ ਇੱਥੇ ਜਿਹੜਾ ਇੰਪੋਰਟੈਂਟ ਉਹ ਇਹ ਹੈ that India is the lead country of security sector। ਇੰਡੀਆ ਇਜ਼ ਦਾ ਲੀਡ ਕੰਟਰੀ ਫॉर ਸਿਕਿਉਰਿਟੀ ਸੈਕਟਰ, ਮਤਲਬ ਇੰਡੀਆ ਇਹਦਾ ਮੈਂਬਰ ਹੈ। ਠੀਕ ਹੈ ਜੀ। ਹੁਣ ਜੇ ਆਪਾਂ ਆਇਡੈਂਟੀਫਾਈ ਕਰੀਏ ਨਾ, ਐਗਜ਼ਾਮੀਨਰ ਕੀ ਚਾਹੁੰਦਾ ਹੈ ਕਿ ਤੁਹਾਨੂੰ ਸਿਰਫ ਆਰਗੇਨਾਈਜੇਸ਼ਨ ਦਾ ਫੁੱਲ ਫਾਰਮ ਨਾ ਪਤਾ ਹੋਵੇ, ਕਿਹੜੇ ਰੀਜਨ ਦੇ ਵਿੱਚ ਹੈ, ਕੀ ਉਹਦਾ ਗੋਲ ਹੈ ਉਹ ਪਤਾ ਹੋਵੇ। ਵੈਲ ਇੱਥੇ ਜਿਹੜੀ ਆਰਗੇਨਾਈਜੇਸ਼ਨ ਦੀ ਗੱਲ ਹੋ ਰਹੀ ਹੈ that is BIMSTEC। the right answer is BIMSTEC। BIMSTEC ਦਾ ਫੁੱਲ ਫਾਰਮ ਹੁੰਦਾ ਹੈ ਬੇ ਆਫ ਬੰਗਾਲ इनिशिएटिव फॉर मल्टी सैक्टोरल। हुण तुहानूं समझ आएगा बिकॉज ऊपर इन्ने सारी चीज़ों की गल क्यों हो रही सी, बिकॉज दिस इज एन इनिशिएटिव फॉर मल्टी सैक्टोरल टेक्निकल एंड इकोनॉमिक कोऑपरेशन। आही तो गल हो रही है। BIMSTEC ਦਾ ਫੁੱਲ ਫਾਰਮ ਹੈ ਬੇ ਆਫ ਬੰਗਾਲ ਇਨੀਸ਼ੀਏਟਿਵ ਫॉर ਮਲਟੀ ਸੈਕਟੋਰਲ ਟੈਕਨੀਕਲ ਐਂਡ ਇਕਨੋਮਿਕ ਕੋਆਪਰੇਸ਼ਨ। ਉੱਤੇ ਆਪਾਂ ਕਹਿ ਰਹੇ ਹਾਂ ਕਿ ਟ੍ਰੇਡ ਵੀ ਵਧਾਉਣਾ ਹੈ, ਆਪਾਂ ਕਲਾਈਮੇਟ ਦੇ ਵਿੱਚ ਕਲਾਈਮੇਟ ਚੇਂਜ ਲਈ ਵੀ ਇਕੱਠੇ ਕੰਮ ਕਰਨਾ ਹੈ, એનર્ਜੀ ਸਿਕਿਉਰਿਟੀ ਲਈ ਕੰਮ ਕਰਨਾ ਹੈ, ਕਨੈਕਟੀਵਿਟੀ ਵਧਾਉਣੀ ਹੈ, ਟੂਰਿਜ਼ਮ ਵਧਾਉਣਾ ਹੈ, ਸੋ ਮੈਨੀ ਥਿੰਗਸ। ਸੋ ਥੀਸ ਆਰ ਮਲਟੀਪਲ ਸੈਕਟਰ ਟੈਕਨੀਕਲ ਐਂਡ ਇਕਨੋਮਿਕ ਕੋਆਪਰੇਸ਼ਨ, ਜਿਹਦੀ ਫਾਰਮੇਸ਼ਨ ਕਦੋਂ ਹੋਈ ਸੀ 1997 ਚ ਹੋਈ ਸੀ। ਐਂਡ ਉਹ ਪੁਆਇੰਟ ਜੋ ਪੂਰੀ ਤਰੀਕੇ ਨਾਲ ਡਿਕਲੇਅਰ ਕਰਦਾ ਹੈ ਕਿ ਕਿਹੜੀ ਕਨਵੈਨਸ਼ਨ ਦੀ ਗੱਲ ਹੋ ਰਹੀ ਹੈ, that is ਬੈਂਕਾਕ ਡਿਕਲੇਰੇਸ਼ਨ। ਜਦੋਂ ਵੀ ਤੁਸੀਂ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਪੜੋਗੇ, ਹਰ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੇ ਨਾਲ ਇੱਕ ਇੰਪੋਰਟੈਂਟ ਡਿਕਲੇਰੇਸ਼ਨ ਜੁੜੀ ਹੋਈ ਹੁੰਦੀ ਹੈ ਜੋ ਕਿ ਕਲੀਅਰਲੀ ਤੁਹਾਨੂੰ ਦੱਸ ਦੂਗੀ ਕਿ ਕਿਹੜੀ ਆਰਗੇਨਾਈਜੇਸ਼ਨ ਦੀ ਗੱਲ ਹੋ ਰਹੀ ਹੈ। ਤੇ ਸੈਕੰਡ ਕੀ ਪੁਆਇੰਟ ਵਾਸ ਕਿ ਇਸ ਆਰਗੇਨਾਈਜੇਸ਼ਨ ਦਾ ਸੈਕਟਰੀਏਟ ਕਿੱਥੇ ਹੈ, ਢਾਕਾ ਦੇ ਵਿੱਚ ਹੈ। ਕਲੀਅਰ एवरीवन। ਸੋ ਦਿਸ ਇਜ਼ ਹਾਊ ਯੂ ਡੀਲ ਵਿਦ ਦ ਕੁਐਸਚਨ। ਦੀ मतलब बड़ा क्वेश्चन देखे घबराना नहीं है। कई बार की होता है कि जिन्ना बड़ा क्वेश्चन है उन्ना ही ਉਹਦੇ ਵਿੱਚ इंपॉर्टेंट कीवर्ड ਹੁੰਦਾ है एंड यू आर एबल टू सॉल्व इट। सो दीज आर द कंट्रीज, ਇਹ ਮੈਂਬਰ ਕੰਟਰੀਜ਼ ਨੇ ਜੋ ਕਿ ਬਿਮਸਟੈਕ ਦੇ ਮੈਂਬਰ ਹਨ, ਜਿਹਦੇ ਵਿੱਚ ਕਿ ਇੰਡੀਆ, ਬੰਗਲਾਦੇਸ਼, ਭੂਟਾਨ, ਨੇਪਾਲ, ਸ਼੍ਰੀਲੰਕਾ, ਥਾਈਲੈਂਡ, ਮਿਆਂਮਾਰ। ਤਾਂ ਹੀ ਇਹਨੂੰ ਕਹਿ ਰਹੇ ਆ ਬੇ ਆਫ ਬੰਗਾਲ। ਤੁਸੀਂ ਦੇਖੋ ਜਿੰਨੇ ਵੀ ਕੰਟਰੀ ਬੇ ਆਫ ਬੰਗਾਲ ਨੂੰ ਟੱਚ ਕਰਦੇ ਨੇ ਉਹ ਤਾਂ ਇਹਦੇ ਮੈਂਬਰ ਹੈ ਹੀ, ਲੇਕਿਨ ਨਾਲ ਨਾਲ ਭੂਟਾਨ ਤੇ ਨੇਪਾਲ ਵੀ ਇਹਦੇ ਮੈਂਬਰ ਕੰਟਰੀਜ਼ ਨੇ। ਇੰਡੀਆ ਲਈ ਇੰਪੋਰਟੈਂਟ ਹੈ ਔਰ ਇੰਡੀਆ ਇਹਦਾ ਸਿਕਿਉਰਿਟੀ ਸੈਕਟਰ ਦੇ ਵਿੱਚ ਇਹਨੂੰ ਲੀਡ ਕਰਦਾ ਹੈ, ਚਾਹੇ ਉਹ ਟੈਰਰਿਜ਼ਮ ਨੂੰ ਲੈ ਕੇ ਹੋਵੇ, ਟ੍ਰਾਂਸਨੈਸ਼ਨਲ ਕ੍ਰਾਈਮ ਹੋਵੇ ਜਾਂ ਸਿਕਿਉਰਿਟੀ ਕੋਆਪਰੇਸ਼ਨ ਹੋਵੇ। ਕਲੀਅਰ एवरीवन। ਠੀਕ ਹੈ। ਹੁਣ ਜੇ ਆਪਾਂ ਐਲੀਮੀਨੇਟ ਕਰਨ ਆਉਂਦੇ ਹਾਂ, ਸਪੋਜ਼ ਸਾਨੂੰ ਨਹੀਂ ਪਤਾ, ਹੁਣ ਫਰਸਟ ਆਪਸ਼ਨ ਹੈਗਾ ਆਸੀਆਨ। ਆਸੀਆਨ ਹੈਗਾ ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨਸ। ਪਹਿਲੀ ਗੱਲ ਕਿਹਦੀ ਗੱਲ ਹੋ ਰਹੀ ਹੈ, ਸਾਊਥ ਈਸਟ ਏਸ਼ੀਅਨ ਨੇਸ਼ਨ ਦੀ ਗੱਲ ਹੋ ਰਹੀ ਹੈ। ਇੰਡੀਆ ਉਹਦਾ ਮੈਂਬਰ ਨਹੀਂ ਹੈ। ਇੰਡੀਆ ਡਾਇਲੌਗ ਪਾਰਟਨਰ ਹੈ, ਅਸੀਂ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ, ਲੇਕਿਨ ਅਸੀਂ ਮੈਂਬਰ ਨੇਸ਼ਨ ਨਹੀਂ ਹੈ। ਸੈਕੰਡਲੀ ਉਹਦਾ ਜਿਹੜਾ ਸੈਕਟਰੀਏਟ ਹੈ that is at ਜਕਾਰਤਾ। ਇਹ ਵੀ ਪੁੱਛਿਆ ਜਾ ਸਕਦਾ ਇਨ ਫਿਊਚਰ, ਜਕਾਰਤਾ। ठीक है। सो बैंकॉक, ढाका डिक्लेरेशन, ये सारे दे नाल क्लीयरली जानता है। सिमिलरली यू हैव मैकोंग गंगा कोऑपरेशन। ਇਹ ਜਿਹੜਾ ਹੈਗਾ ਇਹ ਇੰਡੀਆ ਤੇ ਸਾਊਥ ਈਸਟ ਏਸ਼ੀਅਨ ਕੰਟਰੀਜ਼ ਦੇ ਵਿੱਚ ਇੱਕ ਕੋਆਪਰੇਸ਼ਨ ਹੈ, ਬਟ ਕੋਈ ਬੈਂਕਾਕ ਡਿਕਲੇਰੇਸ਼ਨ ਨਹੀਂ ਆਉਂਦੀ ਇਹਦੇ ਵਿੱਚ, ਢਾਕਾ ਸੈਕਟਰੀਏਟ ਨਹੀਂ ਆਉਂਦਾ, ਇਸ ਕਰਕੇ ਇਹ ਐਲੀਮੀਨੇਟ ਹੋ ਜਾਂਦਾ ਹੈ। ਸੋ ਇਜ਼ ਦੀ ਕੇਸ ਵਿਦ ਦੀ ਇੰਡੀਅਨ ਓਸ਼ਨ ਰਿਮ ਨੇਸ਼ਨ। ਕਲੀਅਰ एवरीवन। ਤਾਂ ਇਸ ਤਰੀਕੇ ਨਾਲ ਤੁਸੀਂ ਇਦਾਂ ਦੇ ਕੁਐਸਚਨਸ ਨੂੰ ਡਿਸਕਸ ਕਰਨਾ ਹੈ, ਕਵਰ ਕਰਨਾ ਹੈ। ਨੈਕਸਟ ਕੁਐਸਚਨ ਫੇਰ ਆਇਆ ਹੈ ਸਪੀਸ਼ੀਜ਼ ਤੋਂ। Now this question I would say ਇਹ ਪੂਰਾ ਦਾ ਪੂਰਾ ਕਰੰਟ ਅਫੇਅਰਸ ਤੋਂ ਰਿਲੇਟਡ ਕੁਐਸਚਨ ਹੈ, ਕਿਉਂਕਿ ਜਿਸ ਟਾਈਮ ਇਹ ਪੇਪਰ ਹੋਇਆ ਸੀ ਇਹ ਪਾਰਟਿਕੂਲਰ ਸਪੀਸ਼ੀਜ਼ ਨਿਊਜ਼ ਵਿੱਚ ਸੀਗੀ, ਇਸ ਕਰਕੇ ਕੁਐਸਚਨ ਪੁੱਛਿਆ ਗਿਆ। ਕੁਐਸਚਨ ਦਾ ਨੇਚਰ ਕੀ ਹੈ, ਅਗੇਨ ਡਿਸਕ੍ਰਿਪਟਿਵ ਨੇਚਰ ਹੈ ਤੇ ਪੁੱਛਿਆ ਗਿਆ ਹੈ ਕਿ ਕੀ ਹੋਏਗਾ। ਸੋ ਇੱਥੇ ਕਿਹਾ ਗਿਆ ਕਿ ਕਲਾਊਨ ਫਿਸ਼ ਆਰ ਵਾਈਬ੍ਰੈਂਟ ਰੀਫ ਫਿਸ਼। ਠੀਕ ਹੈ। that can be found in Indian Ocean। clown fish किथे मिलती है, Indian Ocean दे विच मिलती है। reef fish है जो कि symbiotic relation दे विच है, which live in symbiosis with sea anemones, and along with that they show a strong social hierarchy। if dominant female dies or is removed from the system, which of the following is likely to happen। basically की किया गया है,
ਕਲਾਊਨਫਿਸ਼ ਸਿੰਬਾਇਓਸਿਸ ਵਿੱਚ ਰਹਿੰਦੀ ਹੈ, ਸਿੰਬਾਇਓਟਿਕ ਰਿਲੇਸ਼ਨ ਹੈ ਕਿਹਦੇ ਨਾਲ, ਸੀ ਐਨੀਮੋਨਸ ਦੇ ਨਾਲ, ਤੇ ਬਹੁਤ ਹੀ ਸਟਰੋਂਗ ਸੋਸ਼ਲ ਹਾਇਰਾਰਕੀ ਇਹ ਫੋਲੋ ਕਰਦੇ ਆ। ਤੇ ਜੇ ਕੋਈ ਡੋਮੀਨੈਂਟ ਫੀਮੇਲ ਦੀ ਡੈਥ ਹੋ ਜਾਂਦੀ ਹੈ ਤਾਂ ਫਿਰ ਕੀ ਹੋਏਗਾ? ਪਹਿਲਾ ਆਪਸ਼ਨ ਸੀ ਐਨੀਮੋਨ ਵਿਲ ਐਗਜ਼ੀਬਿਟ ਬਾਇਓਲਿਮਿਨੈਂਸ ਟੂ ਅਟਰੈਕਟ ਨਿਊ ਫੀਮੇਲਸ। ਠੀਕ ਹੈ, ਪਹਿਲਾ ਆਪਸ਼ਨ ਇਹ ਹੈ ਕਿ ਓਕੇ ਜਿੱਦਾਂ ਹੀ ਡੋਮੀਨੈਂਟ ਸਪੀਸ਼ੀਜ਼ ਦੀ ਡੈਥ ਹੋਈ ਤਾਂ ਕੀ ਹੋਏਗਾ ਕਿ ਜਿਹੜੀਆਂ ਹੋਰ ਸੀ ਐਨੀਮੋਨ ਹੈ ਉਹ ਕੀ ਕਰੂਗੀ, ਬਾਇਓਲਿਮਿਨੈਂਸ ਇੱਕ ਲਾਈਟ ਛੱਡਣੀ ਸ਼ੁਰੂ ਕਰ ਦੇਗੀ ਤਾਂ ਕਿ ਜਿਹੜੀ ਹੋਰ ਨਿਊ ਫੀਮੇਲਸ ਨੇ ਉਹ ਅਟਰੈਕਟ ਹੋਣਾ ਸ਼ੁਰੂ ਹੋ ਜਾਣ। ਨਾਓ ਦਿਸ ਇਜ਼ ਰੋਂਗ। ਇੱਕੋ ਦਮ ਇਦਾਂ ਨਹੀਂ ਹੋਗਾ ਕਿ ਹਾਂ ਜਿਹੜੇ ਸੀ ਐਨੀਮੋਨਸ ਹੈ ਉਹ ਲਾਈਟ ਛੱਡ ਰਹੇ ਹੈ ਤੇ ਫੀਮੇਲ ਫਿਸ਼ਿਸ ਭੱਜੀਆਂ ਆ ਰਹੀਆਂ ਨੇ। ਦਿਸ ਇਜ਼ ਅਨਰਿਲੇਟਡ ਓਵਰ ਹੇਅਰ। ਇਹ ਸਾਇੰਟਿਫਿਕ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਕਿ ਸਟੂਡੈਂਟਸ ਕਨਫਿਊਜ਼ ਹੋ ਜਾਣ, ਬਟ ਦਿਸ ਸਟੇਟਮੈਂਟ ਇਜ਼ ਨॉट ਕਰੈਕਟ। ਫਿਰ ਬੋਲਿਆ ਕਿ ਸੀ ਐਨੀਮੋਨਸ ਵਿਲ ਪ੍ਰੇ ਔਨ ਦ ਮੇਲਸ, ਕਿ ਕਿਉਂਕਿ ਫੀਮੇਲ ਖਤਮ ਹੋ ਗਈ ਇਸ ਕਰਕੇ ਉਹ ਕੀ ਕਰਨਗੇ, ਮੇਲ ਦੇ ਉੱਤੇ ਅਟੈਕ ਕਰਨਗੇ। ਇਹ ਕਿਵੇਂ ਹੋ ਸਕਦਾ ਹੈ? ਪਹਿਲਾਂ ਹੀ ਦੱਸਤਾ ਕਿ ਸਾਡੇ ਜਿਹੜੀ ਫਿਸ਼ ਸਪੀਸ਼ੀ ਹੈ ਇਹ ਸਿੰਬਾਇਓਟਿਕ ਰਿਲੇਸ਼ਨਸ਼ਿਪ ਵਿੱਚ ਰਹਿੰਦੀ ਹੈ। ਸੀ ਐਨੀਮੋਨਸ ਤੇ ਕਲਾਊਨ ਫਿਸ਼ ਵਿੱਚ ਸਿੰਬਾਇਓਟਿਕ ਰਿਲੇਸ਼ਨ ਹੈ, ਮਤਲਬ ਦੋਨੋਂ ਇੱਕ ਦੂਜੇ ਦੇ ਨਾਲ ਪੋਜ਼ਿਟਿਵ ਰਿਲੇਸ਼ਨ ਸ਼ੇਅਰ ਕਰਦੇ ਹੈ, ਤਾਂ ਫਿਰ ਉਹ ਇੱਕ ਦੂਜੇ ਉੱਤੇ ਸੀ ਐਨੀਮੋਨ ਫੀਡ ਕਿਉਂ ਕਰੇਗੀ? ਦਿਸ ਇਜ਼ ਆਲਸੋ ਰੋਂਗ। ਇਹਦਾ ਜਿਹੜਾ ਸਹੀ ਆਨਸਰ ਸੀ ਨਾ ਉਹ ਸੀਗਾ ਸੀ। ਇਸੇ ਕਰਕੇ ਨਿਊਜ਼ ਵਿੱਚ ਵੀ ਆਇਆ ਸੀ ਕਿ ਜਦੋਂ ਵੀ ਇਦਾਂ ਹੁੰਦਾ ਹੈ ਕਿ ਕੋਈ ਡੋਮੀਨੈਂਟ ਫੀਮੇਲ ਦੀ ਡੈਥ ਹੋ ਜਾਏ ਤਾਂ ਜਿਹੜੀ ਉੱਥੇ ਡੋਮੀਨੈਂਟ ਮੇਲ ਹੁੰਦਾ ਹੈ ਨਾ ਉਹ ਆਪਣਾ ਸੈਕਸ ਚੇਂਜ ਕਰ ਲੈਂਦਾ ਹੈ, ਤੇ ਇਹ ਇੱਕ ਬਾਇਓਲੋਜੀਕਲ ਫਿਨੋਮੀਨਾ ਹੈ। ਸਾਡੇ ਕੋਲ ਇਹ ਦੇਖਣ ਲਈ ਮਿਲਦਾ ਹੈ ਕਿ ਜਦੋਂ ਵੀ ਡੋਮੀਨੈਂਟ ਫੀਮੇਲ ਦੀ ਡੈਥ ਹੁੰਦੀ ਹੈ ਤਾਂ ਜਿਹੜਾ ਡੋਮੀਨੈਂਟ ਮੇਲ ਹੈ ਉਹ ਆਪਣਾ ਸੈਕਸ ਚੇਂਜ ਕਰ ਲੈਂਦਾ ਹੈ ਤੇ ਕੀ ਬਣ ਜਾਂਦਾ ਹੈ, ਫੀਮੇਲ ਬਣ ਜਾਂਦਾ ਹੈ। ਇਸੇ ਗੱਲ ਕਰਕੇ ਇਹ ਆਰਟੀਕਲ, ਇਹ ਫਿਸ਼ ਜਿਹੜੀ ਹੈਗੀ ਹੈ ਇਹ ਨਿਊਜ਼ ਦੇ ਵਿੱਚ ਸੀਗੀ ਜਿਹਨੂੰ ਕਿ ਇੱਥੇ ਡਿਸਕਸ ਕੀਤਾ ਗਿਆ। ਲਾਸਟ ਆਪਸ਼ਨ ਹੈ that all the clownfish will migrate and sea anemones will die। ਸਪੋਜ਼ ਕਰੋ ਇੱਕ ਫਿਸ਼ ਦੀ ਡੈਥ ਹੋਈ ਹੈ, ਉਹ ਆਪਣਾ ਘਰ ਛੱਡ ਕੇ ਥੋੜੀ ਨਾ ਜਾਣਗੇ, ਸਾਰੇ ਮਾਈਗ੍ਰੇਟ ਥੋੜੀ ਨਾ ਕਰਨਗੇ। ਇੱਥੇ ਬੋਲੇ ਕਿ ਜਿੱਦਾਂ ਹੀ ਡੈਥ ਹੋਏਗੀ ਸਾਰੇ ਦੀ ਸਾਰੇ ਕਲਾਊਨ ਫਿਸ਼ ਜਿਹੜੀ ਹੈਗੀ ਹੈ ਉਹ ਮਾਈਗ੍ਰੇਟ ਕਰ ਜਾਏਗੀ ਤੇ ਸੀ ਐਨੀਮੋਨ ਵਿਲ ਡਾਈ। ਦਿਸ ਇਜ਼ ਆਲਸੋ ਰੋਂਗ। ਰੈਦਰ ਜੋ ਕॉलोनी ਹੈ ਉਹ ਆਪਣੇ ਆਪ ਨੂੰ ਰੀਆਰਗੇਨਾਈਜ਼ ਕਰਦੀ ਹੈ, ਜਿਹੜਾ ਡੋਮੀਨੈਂਟ ਮੇਲ ਹੈ ਉਹ ਆਪਣਾ ਸੈਕਸ ਚੇਂਜ ਕਰਦਾ ਹੈ। ਸੋ ਦਿਸ ਇਜ਼ ਐਂਟਾਇਰਲੀ ਕਰੰਟ ਅਫੇਅਰ ਬੇਸਡ ਕੁਐਸਚਨ ਜੋ ਕਿ ਪੀਪੀਐਸਸੀ ਨੇ ਪੁੱਛਿਆ ਹੈ। ਫੇਅਰ ਡਾਇਰੈਕਸ਼ਨ ਕੀ ਆ ਰਹੀ ਹੈ ਕਿ ਜਿਹੜੀ ਵੀ ਸਪੀਸ਼ੀ ਨਿਊਜ਼ ਵਿੱਚ ਹੋਏਗੀ ਉਹ ਸਪੀਸ਼ੀ ਸਾਡੇ ਲਈ ਇੰਪੋਰਟੈਂਟ ਬਣ ਜਾਂਦੀ ਹੈ। ਨੈਕਸਟ ਕੁਐਸਚਨ ਦੇਖ ਲੈਂਦੇ ਹਾਂ। ਦਿਸ ਇਜ਼ ਅਨਦਰ ਮਿਸ਼ਨ। ਸਾਡੇ ਜਿੰਨੇ ਵੀ ਇਨਵਾਇਰਨਮੈਂਟਲ ਟਾਰਗੇਟਸ ਨੇ ਉਹਨਾਂ ਨੂੰ ਪੂਰਾ ਕਰਨ ਵਾਸਤੇ ਇੱਕ ਇੰਪੋਰਟੈਂਟ ਮਿਸ਼ਨ ਹੈ ਜਿਹਨੂੰ ਆਪਾਂ ਕਹਿੰਦੇ ਆ ਨੈਸ਼ਨਲ ਗ੍ਰੀਨ ਹਾਈਡਰੋਜਨ ਮਿਸ਼ਨ। ਕੀ ਨਾਮ ਹੈ? ਨੈਸ਼ਨਲ ਗ੍ਰੀਨ ਹਾਈਡਰੋਜਨ ਮਿਸ਼ਨ 2030। ਪੁੱਛਿਆ ਗਿਆ ਹੈ ਕਿ ਅਸੀਂ ਤੁਹਾਨੂੰ 4 ਆਪਸ਼ਨਸ ਦਿੱਤੇ ਨੇ, ਇਹਨਾਂ ਚਾਰਾਂ ਆਪਸ਼ਨ ਵਿੱਚੋਂ ਵਿਚ ਆਫ ਦ ਫੋਲੋਇੰਗ ਇਜ਼ ਲੀਸਟ ਲਾਈਕਲੀ ਟੂ ਬੀ ਆਊਟਕਮ ਆਫ ਨੈਸ਼ਨਲ ਗ੍ਰੀਨ ਹਾਈਡਰੋਜਨ ਮਿਸ਼ਨ। ਇਹਨਾਂ ਚਾਰਾਂ ਵਿੱਚੋਂ ਨੈਸ਼ਨਲ ਗ੍ਰੀਨ ਹਾਈਡਰੋਜਨ ਦਾ ਆਊਟਕਮ ਕਿਹੜਾ ਨਹੀਂ ਹੋਵੇਗਾ? ਠੀਕ ਹੈ, ਹੁਣ ਤੁਸੀਂ ਇੱਕ ਹੋਰ ਚੀਜ਼ ਦੇਖੋ, ਇੱਥੇ ਗਵਰਨਮੈਂਟ ਸਕੀਮ ਹੈ ਜਿਹਦਾ ਗੋਲ ਕੀ ਹੈ? ਕਲਾਈਮੇਟ ਚੇਂਜ ਨੂੰ ਟਾਰਗੇਟ ਕਰਨਾ। ਇਹਨੂੰ ਕਲੱਬ ਕਰਕੇ ਕੁਐਸਚਨ ਬਣਾਇਆ ਪੀਪੀਐਸਸੀ ਨੇ। ਸਭ ਤੋਂ ਪਹਿਲਾਂ ਗ੍ਰੀਨ ਹਾਈਡਰੋਜਨ ਨੂੰ ਸਮਝ ਲੈਂਦੇ ਹਾਂ। ਸਾਡੀ ਜੋ ਹਾਈਡਰੋਜਨ ਹੈ ਉਹ ਅਲੱਗ-ਅਲੱਗ ਤਰੀਕਿਆਂ ਦੇ ਨਾਲ ਪ੍ਰੋਡਿਊਸ ਹੋ ਸਕਦੀ ਹੈ। ਜੇ ਹਾਈਡਰੋਜਨ ਰਿਨਿਊਏਬਲ એનર્ਜੀ ਦਾ ਇਸਤੇਮਾਲ ਕਰਕੇ ਪ੍ਰੋਡਿਊਸ ਕੀਤੀ ਗਈ ਹੈ, ਰਿਨਿਊਏਬਲ ਇਲੈਕਟ੍ਰਿਸਿਟੀ, ਰਿਨਿਊਏਬਲ એનર્ਜੀ, ਚਾਹੇ ਉਹ ਸੋਲਰ એનર્ਜੀ ਹੋਵੇ, ਵਿੰਡ એનર્ਜੀ ਹੋਵੇ, ਉਹਦੇ ਥਰੂ ਵਾਟਰ ਦੀ ਇਲੈਕਟ੍ਰੋਲਾਈਸਿਸ ਕੀਤੀ ਗਈ ਹੈ। ਜਦੋਂ ਵੀ ਸਾਨੂੰ ਹਾਈਡਰੋਜਨ ਪ੍ਰੋਡਿਊਸ ਕਰਨਾ ਹੈ ਤਾਂ ਉਹਦੇ ਵਿੱਚ ਇੱਕ ਇੰਪੋਰਟੈਂਟ ਪ੍ਰੋਸੈਸ ਹੁੰਦਾ ਹੈ ਇਲੈਕਟ੍ਰੋਲਾਈਸਿਸ ਆਫ ਵਾਟਰ। ਬ੍ਰੇਕ ਕਰਕੇ ਵਾਟਰ ਮੋਲੀਕਿਊਲ ਨੂੰ H2O ਨੂੰ ਬ੍ਰੇਕ ਕਰਕੇ ਹਾਈਡਰੋਲਾਈਸਿਸ ਕਰਕੇ ਹਾਈਡਰੋਜਨ ਨੂੰ ਪ੍ਰੋਡਿਊਸ ਕੀਤਾ ਜਾਂਦਾ ਹੈ। ਔਰ ਜਦੋਂ ਉਹਦੀ ਪ੍ਰੋਡਕਸ਼ਨ ਦੇ ਵਿੱਚ ਕੋਈ ਵੀ ਫੋਸਿਲ ਫਿਊਲ ਬਰਨ ਨਹੀਂ ਹੁੰਦਾ, ਕਿਸੇ ਵੀ ਕਿਸਮ ਦਾ ਫੋਸਿਲ ਫਿਊਲ ਦੀ ਬਰਨਿੰਗ ਇਨਵੋਲਵ ਨਹੀਂ ਹੈ ਔਰ ਪੂਰਾ ਦਾ ਪੂਰਾ ਰਿਨਿਊਏਬਲ એનર્ਜੀ ਸੋਰਸ ਯੂਜ਼ ਕੀਤਾ ਗਿਆ ਹੈ, ਤਾਂ ਉਹ ਕੀ ਬਣ ਜਾਂਦਾ ਹੈ? ਸਾਡਾ ਗ੍ਰੀਨ ਹਾਈਡਰੋਜਨ ਬਣ ਜਾਂਦਾ ਹੈ। ਹੁਣ ਇੰਡੀਆ ਇਹਦੇ ਉੱਤੇ ਫੋਕਸ ਕਰ ਰਹੀ ਹੈ। ਵੀ ਵਾਂਟ ਕਿ ਸਾਡੇ ਇਦਾਂ ਦੇ ਸੈਕਟਰ ਜੋ ਕਿ ਬਹੁਤ ਬੜੀ ਮਾਤਰਾ ਦੇ ਵਿੱਚ ਕਾਰਬਨ ਰਿਲੀਜ਼ ਕਰਦੇ ਨੇ, ਫੋਸਿਲਸ ਰਿਲੀਜ਼ ਕਰਦੇ ਨੇ, ਆਪਾਂ ਉਹਨਾਂ ਨੂੰ ਡੀਕਾਰਬਨਾਈਜ਼ ਕਰ ਸਕੀਏ ਤਾਂ ਕਿ ਆਪਾਂ એનર્ਜੀ ਵੱਲ ਰਿਨਿਊਏਬਲ એનર્ਜੀ ਦਾ ਵੱਧ ਇਸਤੇਮਾਲ ਕਰੀਏ। ਸੋ ਦੈਟ ਇਜ਼ ਦ ਮੇਨ ਟਾਰਗੇਟ ਓਵਰ ਹੇਅਰ ਆਫ ਵਾਟ? ਗ੍ਰੀਨ ਹਾਈਡਰੋਜਨ ਮਿਸ਼ਨ। ਹੁਣ ਪੁੱਛਿਆ ਗਿਆ ਕਿ ਇਹਦਾ ਆਊਟਕਮ ਕੀ ਨਹੀਂ ਹੋਏਗਾ? ਲੀਸਟ ਲਾਈਕਲੀ ਟੂ ਬੀ ਦ ਆਊਟਕਮ। ਪਹਿਲਾ ਆਊਟਕਮ ਹੈ
national green hydrogen production capacity of at least 5 mmT is the target. Per annum ਅਸੀਂ 5 million metric tons ਜਿਹੜਾ ਹੈਗਾ ਹੈ ਉਹ green hydrogen produce ਕਰਨਾ ਹੈ. Now this was the aim. ਇਹ officially state ਕੀਤਾ ਗਿਆ ਸੀ ਕਿ national green hydrogen ਦਾ aim ਹੈ by 2030 5 million metric tons ਅਸੀਂ green hydrogen produce ਕਰਨਾ ਹੈ. That was the target. ਤਾਂ ਇਹ ਤਾਂ ਸਾਡਾ target ਸੀਗਾ. So this is the outcome, ਠੀਕ ਹੈ, ਜੋ ਅਸੀਂ ਚਾਹੁੰਦੇ ਹਾਂ. Second ਸੀ renewable energy capacity addition of 125 gigawatt. ਇਹ ਵੀ official estimate ਸੀਗਾ, ਕਿਉਂਕਿ ਜਦੋਂ ਆਪਾਂ green hydrogen produce ਕਰਨੀ ਹੈ ਸਾਨੂੰ ਕੀ ਚਾਹੀਦਾ ਹੈ, ਸਾਨੂੰ renewable energy ਚਾਹੀਦੀ ਹੈ. ਇਸ ਕਰਕੇ renewable energy ਦੀ capacity ਨੂੰ ਵਧਾਇਆ ਜਾਏਗਾ. Additionally solar energy, wind capacity increase ਕੀਤੀ ਜਾਏਗੀ ਤਾਂ ਕਿ ਅਸੀਂ green hydrogen produce ਕਰੀਏ. ਸੋ ਇਹ ਵੀ realistic ਹੈ, ਇਹ ਵੀ outcome ਹੈ. Then ਉਹ ਬੋਲ ਰਹੇ हैं that there would be creation of 6 lakh full-time jobs. Now ਇਹ ਵੀ projected estimate ਸੀ ਕਿ ਅਸੀਂ ਇਹਦੇ ਵਿੱਚ ਮੈਨੂਫੈਕਚਰਿੰਗ ਕਰਨੀ ਹੈ, ਸਟੋਰੇਜ ਕਰਨਾ ਹੈ, ਇਲੈਕਟ੍ਰੋਲਾਈਜ਼ਰ ਉੱਤੇ ਕੰਮ ਕਰਨਾ ਹੈ, ਲੌਜਿਸਟਿਕਸ ਹੋਊਗਾ, ਇਨਫਰਾਸਟ੍ਰਕਚਰ ਹੋਊਗਾ. ਇਹਨਾਂ ਸਾਰੀਆਂ ਚੀਜ਼ਾਂ ਕਰਕੇ ਜਿਹੜਾ ਨੈਸ਼ਨਲ ਗ੍ਰੀਨ ਹਾਈਡਰੋਜਨ ਮਿਸ਼ਨ ਹੈ ਇਹ ਜੌਬਸ ਵੀ ਪ੍ਰੋਡਿਊਸ ਕਰੂਗਾ. ਸੋ ਦਿਸ ਵਾਸ ਆਲਸੋ ਅ ਗੁੱਡ ਐਸਟੀਮੇਟ. ਤੇ ਜਿਹੜੀ ਸਟੇਟਮੈਂਟ ਰੋਂਗ ਹੈ, ਹੁਣ ਇੱਕੋ ਹੀ ਬਚੀ, ਉਹੀ ਰੋਂਗ ਹੋਏਗੀ. ਉਹ ਹੈ ਰਿਗਾਰਡਿੰਗ ਨੈਟ ਜ਼ੀਰੋ ਐਮਿਸ਼ਨ. Net zero emissions. It says that attaining the national goal of net zero emissions by 2030. Now this is incorrect. ਜਦੋਂ ਵੀ ਆਪਾਂ environment ਦੇ ਵਿੱਚ ਪੜ੍ਹਦੇ ਹਾਂ ਕਿ ਇੰਡੀਆ ਦੇ goals ਕੀ ਨੇ, targets ਕੀ ਨੇ, ਸਾਡੇ ਕੋਲ 5 ਅੰਮ੍ਰਿਤ ਆਉਂਦੇ ਆ, 5 ਮੇਨ ਟਾਰਗੇਟਸ ਆਉਂਦੇ ਨੇ. ਉਹਨਾਂ ਵਿੱਚੋਂ ਸਾਡਾ ਇੱਕ ਟਾਰਗੇਟ ਹੈ ਕਿ ਅਸੀਂ ਨੈਟ ਜ਼ੀਰੋ, ਮਤਲਬ ਸਾਡਾ ਜਿਹੜਾ ਗ੍ਰੀਨ ਹਾਊਸ ਗੈਸਿਸ ਦਾ ਜੋ ਫੁੱਟਪ੍ਰਿੰਟ ਹੈ ਉਹ ਨੈਟ ਜ਼ੀਰੋ ਅਸੀਂ ਕਰਨਾ ਹੈ. ਕਦੋਂ ਤੱਕ ਕਰਨਾ ਹੈ? ਬਾਏ 2070. ਸਾਡਾ ਟਾਰਗੇਟ ਕੀ ਹੈ? 2070. ਪੀਪੀਸੀ ਨੇ ਕੀ ਲਿਖਤਾ? 2030. 2030 ਤੱਕ ਨੈਟ ਜ਼ੀਰੋ ਅਟੇਨ ਕਰਨਾ ਅਨਰੀਅਲਿਸਟਿਕ ਟਾਰਗੇਟ ਹੈ ਐਂਡ ਇਹ ਮਿਸ਼ਨ ਦਾ ਟਾਰਗੇਟ ਵੀ ਨਹੀਂ ਹੈ. ਇਹ ਦੇਖੋ, ਹੁਣ ਏਦਾਂ ਨਹੀਂ ਕਿ ਕਿਤੋਂ ਵੀ ਪੁੱਛ ਲਿਆ. ਜਦੋਂ ਵੀ ਆਪਾਂ ਇਨਵਾਇਰਨਮੈਂਟ ਪੜ੍ਹਦੇ ਆ ਤਾਂ ਕੁਝ ਇੰਪੋਰਟੈਂਟ ਕਮਿਟਮੈਂਟਸ ਜਿਹੜੀਆਂ ਇੰਡੀਆ ਨੇ ਗਲੋਬਲ ਲੈਵਲ ਤੇ ਕੀਤੀਆਂ ਹੋਈਆਂ ਆਪਾਂ ਉਹਨਾਂ ਬਾਰੇ ਪੜ੍ਹਦੇ ਆ ਤਾਂ ਉਹਨਾਂ ਵਿੱਚੋਂ ਇੱਕ ਕਮਿਟਮੈਂਟ ਹੈ ਕਿ ਅਸੀਂ 2070 ਤੱਕ 2070 ਤੱਕ ਨੈਟ ਜ਼ੀਰੋ ਤੱਕ ਪਹੁੰਚਣਾ ਹੈ. ਸੋ ਇੱਥੋਂ ਕੁਐਸਚਨ ਪੁੱਛਿਆ ਗਿਆ. ਜੇ ਤੁਹਾਨੂੰ ਹੋਰ ਕੁਝ ਨਹੀਂ ਪਤਾ, ਜੇ ਤੁਹਾਨੂੰ ਨੈਸ਼ਨਲ ਗ੍ਰੀਨ ਹਾਈਡਰੋਜਨ ਮਿਸ਼ਨ ਵੀ ਨਹੀਂ ਪਤਾ, ਪਰ ਤੁਹਾਨੂੰ ਇੰਡੀਆ ਦੀ ਕੀਤੀਆਂ ਹੋਈਆਂ ਕਮਿਟਮੈਂਟਸ ਪਤਾ ਨੇ, ਦਿਸ ਇਜ਼ ਵਨ ਆਫ ਦ ਮੇਜਰ ਕਮਿਟਮੈਂਟ ਕਿ 2070 ਤੱਕ ਆਪਾਂ ਕੀ ਕਰਨਾ ਹੈ? ਨੈਟ ਜ਼ੀਰੋ ਐਮਿਸ਼ਨਸ ਲੈ ਕੇ ਆਉਣੀਆਂ ਨੇ. ਤੁਹਾਡਾ ਇਹ ਕੁਐਸਚਨ ਬਹੁਤ ਈਜ਼ੀਲੀ ਸੋਲਵ ਹੋ ਜਾਂਦਾ ਹੈ. ਹਾਈਡਰੋਜਨ ਇਜ਼ ਕਾਲਡ ਐਜ਼ ਫਿਊਲ ਆਫ ਦ ਫਿਊਚਰ ਕਿਉਂਕਿ ਬਹੁਤ ਕਲੀਨਲੀ ਬਰਨ ਹੁੰਦਾ ਹੈ ਤੇ ਜਦੋਂ ਬਰਨ ਹੁੰਦਾ ਹੈ ਬਾਈ ਪ੍ਰੋਡਕਟ ਦੇ ਵਿੱਚ ਵਾਟਰ ਪ੍ਰੋਡਿਊਸ ਹੁੰਦਾ ਹੈ ਔਰ ਇਟ ਕੈਨ ਸਟੋਰ ਰੀਨਿਊਏਬਲ એનર્ਜੀ ਐਸ ਵੈਲ. ਸੋ ਇਸ ਕਰਕੇ ਗ੍ਰੀਨ ਹਾਈਡਰੋਜਨ ਮਿਸ਼ਨ ਚਲਾਇਆ ਜਾਂਦਾ ਹੈ ਤੇ ਇਹਦੇ ਇਹ ਸਟੇਟਮੈਂਟ ਸੀਗੀਆਂ. ਐਂਡ ਲਾਸਟ ਸਟੇਟਮੈਂਟ ਜਿਹੜੀ ਸਾਡੀ ਹੈਗੀ ਹੈ ਦੈਟ ਵਾਸ ਲੀਸਟ ਲਾਈਕਲੀ ਟੂ ਬੀ ਆਊਟਕਮ. ਅਸੀਂ ਨੈਟ ਜ਼ੀਰੋ ਅਚੀਵ ਕਰਨਾ ਹੈ ਕਦੋਂ? 2070 ਤੱਕ. ਹੁਣ ਇੱਥੋਂ ਇੰਪੋਰਟੈਂਟ ਹੋ ਜਾਂਦਾ ਤੁਹਾਡੇ ਲਈ, ਇੰਡੀਆ ਨੇ COP ਟਾਰਗੇਟਸ ਜੋ ਕਮਿਟਮੈਂਟਸ ਕੀਤੀਆਂ ਨੇ ਉਹ ਕਮਿਟਮੈਂਟਸ ਨੂੰ ਯਾਦ ਕਰਨਾ. ਫਾਈਨ एवरीवन. ਜਿੱਦਾਂ ਆਪਾਂ ਕਹਿੰਦੇ ਹਾਂ ਕਿ ਅਸੀਂ ਨੌਨ ਫੋਸਿਲ ਇਲੈਕਟ੍ਰਿਸਿਟੀ ਕੈਪੈਸਿਟੀ ਇਨਕਰੀਜ਼ ਕਰਨੀ ਹੈ, 2030 ਤੱਕ 500 ਗੀਗਾਵਾਟਸ ਕਰਨੀ ਹੈ, 50% એનર્ਜੀ ਰੀਨਿਊਏਬਲ ਸੋਰਸਿਸ ਤੋਂ ਲੈ ਕੇ ਆਣੀ ਹੈ. ਸੋ ਇਦਾਂ ਦੇ ਟਾਰਗੇਟਸ ਇੰਡੀਆ ਨੇ ਕਮਿਟਮੈਂਟਸ ਕੀਤੀਆਂ ਹੋਈਆਂ ਨੇ. ਇਹ ਕੁਐਸਚਨ ਉਹ ਕਮਿਟਮੈਂਟ ਤੋਂ ਡਿਰਾਈਵ ਹੁੰਦਾ ਹੈ. ਫਾਈਨ, ਚਲੋ ਜੀ ਨੈਕਸਟ ਕੁਐਸਚਨ ਦੇਖਦੇ ਹਾਂ. ਅਗੇਨ ਹਿਊਜ ਸਟੇਟਮੈਂਟ. ਹੁਣ ਇਹ ਕੁਐਸਚਨ ਵੀ ਜੋ ਹੈ ਇਟ ਇਜ਼ ਅ ਮਿਕਸਚਰ. ਜੀਓਗ੍ਰਾਫੀ ਇਜ਼ ਅ ਸਾਇੰਸ. ਇਸ ਕੁਐਸਚਨ ਦੇ ਵਿੱਚ ਸਾਇੰਸ, ਜੀਓਗ੍ਰਾਫੀ, ਲੌਜਿਕ ਇਹਨੂੰ ਸਭ ਨੂੰ ਮਿਲਾ ਕੇ ਕੁਐਸਚਨ ਬਣਾਇਆ ਗਿਆ ਹੈ. ਇੱਥੇ ਸਾਡੇ ਕੋਲ ਕੈਰੈਕਟਰਸ ਦਿੱਤੇ ਗਏ ਹੈ ਹੈਰੀ ਪੋਟਰ ਦੇ ਔਰ ਫਿਨੋਮੀਨਾਸ ਦਿੱਤੇ ਗਏ ਹੈ ਤੇ ਪੁੱਛਿਆ ਗਿਆ ਹੈ ਕਿ ਦੱਸੋ ਕਿਹੜੀ ਆਬਜ਼ਰਵੇਸ਼ਨ ਤੇ ਕਿਹੜਾ ਆਰਗੂਮੈਂਟ ਮੋਸਟ ਫਲॉड ਹੈ, ਜਿਹੜਾ ਉਹਨਾਂ ਠੀਕ ਨਹੀਂ ਹੈ. ਹੁਣ ਦੇਖੋ ਐਗਜ਼ਾਮੀਨਰ ਕੀ ਕਰ ਰਿਹਾ ਹੈ. ਐਗਜ਼ਾਮੀਨਰ ਤੁਹਾਨੂੰ ਡਾਇਰੈਕਟਲੀ ਸਾਇੰਸ ਦਾ ਫੈਕਟ ਨਹੀਂ ਪੁੱਛ ਰਿਹਾ. ਐਗਜ਼ਾਮੀਨਰ ਤੁਹਾਨੂੰ ਕਹਿ ਰਿਹਾ ਕਿ ਇੱਕ ਸਿਚੁਏਸ਼ਨ ਬਣਾ ਕੇ ਦਿੱਤੀ ਤੇ ਦੱਸਿਆ, ਪੁੱਛ ਰਿਹਾ ਹੈ ਕਿ ਦੱਸੋ ਇਹਨਾਂ ਵਿੱਚੋਂ ਰੀਜ਼ਨਿੰਗ ਕਿਹਦੀ ਸਹੀ ਨਹੀਂ ਹੈ, ਕਿਹਦੀ ਕਨਸੈਪਚੁਅਲ ਕਲੈਰਿਟੀ ਸਹੀ ਨਹੀਂ ਹੈ. ਐਗਜ਼ਾਮੀਨਰ ਡਾਇਰੈਕਟਲੀ ਤੁਹਾਡੇ ਤੋਂ ਕੁਐਸਚਨ ਨਹੀਂ ਪੁੱਛ ਰਿਹਾ, ਇਨਡਾਇਰੈਕਟ ਸਟੇਟਮੈਂਟਸ ਦੇਖ ਕੇ ਜਾਣਨਾ ਚਾਹੁੰਦਾ ਹੈ ਕਿ ਤੁਹਾਡੇ ਸਾਰਿਆਂ ਵਿੱਚੋਂ ਸਾਇੰਟਿਫਿਕਲੀ ਰੀਜ਼ਨਿੰਗ ਕਿਹਦੀ ਸਹੀ ਹੈ.
ਤੇ ਕੁਐਸਚਨ ਚ ਕੀ ਪੁੱਛਿਆ ਹੈ ਕਿ ਸਾਡੇ ਕੋਲੇ ਕੈਰੈਕਟਰਸ हैं जो कि ਆਰਗਿਊ ਕਰ ਰਹੇ हैं ਕੁਝ ਫਿਨੋਮੇਨਾਸ ਨੂੰ ਲੈ ਕੇ ਔਰ ਉਹਨੇ ਕੁਝ ਆਰਗੂਮੈਂਟਸ ਰੱਖੇ ਨੇ ਆਪਣੀ ਆਪਣੀ ਆਬਜ਼ਰਵੇਸ਼ਨ ਨੂੰ ਐਕਸਪਲੇਨ ਕਰਨ ਵਾਸਤੇ ਤੁਸੀਂ ਦੱਸਣਾ ਹੈ ਕਿ ਇਹ ਆਬਜ਼ਰਵੇਸ਼ਨ ਵਿੱਚੋਂ ਸਭ ਤੋਂ ਜ਼ਿਆਦਾ ਫਲॉड ਜਿਹਦੇ ਵਿੱਚ ਗਲਤੀਆਂ ਨੇ ਕਿਹਦੀ ਸਟੇਟਮੈਂਟ ਹੈ। फाइन एवरीवन, तो सब तो पहली स्टेटमेंट देखते हैं। हैरी ने स्टेटमेंट दी है, वो कह रहे हैं कि आई सॉ लाइटनिंग स्ट्राइक, मैं बिजली चमकदी देखी, ठीक है, किसी डिस्टेंस ते सीगी ते मैनू थंडर थोड़ा बाद विच सुनिया, ठीक है, ते बिजली दी जिहड़ी फ्लैश सीगी वो मैनू पहला दिखी, लाइट मैनू पहला दिखी, लेकिन बिजली चमकन ते जिहड़ा वो थंडर हुंदा है वो थंडर मैनू बाद च सुनिया। क्या ये ऑब्जरवेशन सही है? ਜਦੋਂ ਵੀ ਲਾਈਟਨਿੰਗ ਸਟ੍ਰਾਈਕ ਕਰਦੀ ਹੈ ਲਾਈਟਨਿੰਗ ਸਾਨੂੰ ਪਹਿਲਾਂ ਦਿਸਦੀ ਹੈ ਤੇ ਥੰਡਰ ਸਾਨੂੰ ਕੁਝ ਦੇਰ ਬਾਅਦ ਸੁਣਦਾ ਹੈ। ਕਿਉਂ? ਉਹਨੇ ਰੀਜ਼ਨਿੰਗ ਦਿੱਤੀ ਕਿ ਦਿਸ ਮਾਈਟ ਬੀ ਬਿਕੋਜ਼ ਦ ਸਪੀਡ ਆਫ ਦ ਲਾਈਟ ਇਜ਼ ਗ੍ਰੇਟਰ ਦੈਨ ਦ ਸਾਊਂਡ। ਪੜ੍ਹਦੇ ਆਪਾਂ ਇਹ ਸਾਇੰਸ ਚ ਬੇਸਿਕ ਪੜ੍ਹਦੇ ਹਾਂ ਕਿ ਜਦੋਂ ਵੀ ਲਾਈਟਨਿੰਗ ਹੁੰਦੀ ਹੈ ਥੰਡਰ ਬਾਅਦ ਚ ਸੁਣਦਾ ਹੈ। ਕਿਉਂ? ਬਿਕਾਜ਼ ਲਾਈਟ travels faster than sound. Light ਦੀ speed ਹੁੰਦੀ ਹੈ 3 into 10 raised to the power 8 meter per second ਤੇ sound ਦੀ approximately 340 meter per second ਦੀ speed ਹੁੰਦੀ ਹੈ। ਇਸ ਕਰਕੇ flash instantly ਪਹੁੰਚ ਜਾਂਦੀ ਸਾਡੇ ਤੱਕ ਤੇ ਜਿਹੜਾ ਥੰਡਰ ਹੈ ਉਹ ਬਾਅਦ ਚ ਪਹੁੰਚਦਾ ਹੈ। ਸੋ ਮੇਰੇ ਹਿਸਾਬ ਨਾਲ ਔਰ ਤੁਸੀਂ ਵੀ ਮੰਨੋਗੇ ਕਿ ਹੈਰੀ ਦੀ ਜਿਹੜੀ ਆਹ ਆਬਜ਼ਰਵੇਸ਼ਨ ਸੀ ਤੇ ਉਸ ਆਬਜ਼ਰਵੇਸ਼ਨ ਨੂੰ ਲੈ ਕੇ ਜੋ ਉਹਨੇ ਰੀਜ਼ਨਿੰਗ ਦਿੱਤੀ ਇਹ ਕੀ ਹੈ? ਸਹੀ ਹੈ। ਚਲੋ ਜੀ ਅੱਗੇ ਚੱਲਦੇ ਹਾਂ। ਨੈਕਸਟ ਹੈ ਹਰਮਾਇਨੀ ਦੀ ਸਟੇਟਮੈਂਟ ਜਿਹਦੇ ਵਿੱਚ ਉਹ ਕਹਿ ਰਹੀ ਹੈ that ਆਪਾਂ we were traveling on a ship in river Danube। ਹੁਣ ਕੀ ਹੈ ਸਾਡੇ ਕੋਲ, ਤੁਸੀਂ ਜੀਓਗ੍ਰਾਫੀ ਚ ਪੜ੍ਹਦੇ ਹੋ, ਯੂਰਪ ਤੇ ਏਸ਼ੀਆ ਦੇ ਵਿਚਕਾਰ ਇੱਕ ਸੀ ਲਾਈ ਕਰਦੀ ਹੈ ਬਲੈਕ ਸੀ, ਜਿਹਦੇ ਵਿੱਚ ਆ ਕੇ ਇੱਕ ਰਿਵਰ ਡਰੇਨ ਕਰਦੀ ਹੈ ਜਿਹਦਾ ਨਾਮ ਹੈ ਦਾਨੂਬੇ। ਤਾਂ ਹਰਮਾਇਨੀ ਇਹ ਕਹਿ ਰਹੀ ਹੈ ਕਿ ਆਪਾਂ ਇੱਕ ਸ਼ਿਪ ਚ ਟਰੈਵਲ ਕਰ ਰਹੇ ਹਾਂ, we are traveling the river Danube। so as we enter the black sea, ਜਿਵੇਂ ਹੀ ਆਪਾਂ ਬਲੈਕ ਸੀ ਚ ਐਂਟਰ ਕਰਦੇ ਹਾਂ ਆਰ ਸ਼ਿਪ ਰੋਜ਼ ਇਨ ਲੈਵਲ। ਤਾਂ ਮਤਲਬ ਜੇ ਪਹਿਲਾਂ ਸਾਡੀ ਸ਼ਿਪ ਇਸ ਲੈਵਲ ਤੇ ਫਲੋ ਕਰ ਰਹੀ ਸੀ, ਜਿੱਦਾਂ ਹੀ ਆਪਾਂ ਬਲੈਕ ਸੀ ਤੇ ਗਏ ਤਾਂ ਸਾਡੀ ਜਿਹੜੀ ਸ਼ਿਪ ਹੈ ਉਹਦਾ ਜਿਹੜਾ ਲੈਵਲ ਹੈ ਉਹ ਕੀ ਕਰ ਗਿਆ? ਰਾਈਜ਼ ਕਰ ਗਿਆ। ਤੇ ਰੀਜ਼ਨਿੰਗ ਉਹਨੇ ਦਿੱਤੀ ਦਿਸ ਇਜ਼ ਬਿਕਾਜ਼ ਆਫ ਲਾਈਟਰ ਬਾਇੰਟ ਫੋਰਸ ਇਨ ਦ ਸੀ ਵਾਟਰ। ਉਹ ਕਹਿੰਦੇ ਸੀ ਵਾਟਰ ਦੇ ਵਿੱਚ ਜਿਹੜੀ ਬਾਇੰਟ ਫੋਰਸ ਹੁੰਦੀ ਹੈ, ਜੋ ਬਾਇਓਂਸੀ ਹੁੰਦੀ ਹੈ ਉਹ ਘੱਟ ਹੈ ਐਸ ਕੰਪੇਅਰ ਟੂ ਦ ਡੈਂਸਰ ਵਾਟਰ ਆਫ ਦ ਰਿਵਰ। ਰਿਵਰ ਵਾਟਰ ਕੀ ਹੈ? ਜ਼ਿਆਦਾ ਡੈਂਸ ਹੈ ਤੇ ਸੀ ਵਾਟਰ ਜਿਹੜਾ ਹੈਗਾ ਹੈ ਉਹ ਕੰਪੈਰੀਟਿਵਲੀ ਘੱਟ ਬਾਇਓਂਸੀ ਲਗਾ ਰਿਹਾ ਹੈ। ਹੁਣ ਇਹਦੇ ਵਿੱਚ ਰੀਜ਼ਨਸ ਕੀ ਹੈ? ਧਿਆਨ ਨਾਲ ਦੇਖੋ ਕੀ ਚੀਜ਼ਾਂ ਨੇ। ਜਦੋਂ ਵੀ ਆਪਾਂ ਬਾਇਓਂਸੀ ਨੂੰ ਸਮਝਦੇ ਹਾਂ, ਸੀ ਵਾਟਰ ਦੇ ਵਿੱਚ ਕੀ ਹੁੰਦਾ ਹੈ? ਦੇਰ ਆਰ ਸਾਲਟਸ, ਬਹੁਤ ਤੁਹਾਨੂੰ ਪਤਾ ਨਮਕੀਨ ਹੁੰਦਾ, ਸਾਲਟਸ ਹੁੰਦੇ ਨੇ। ਸਾਲਟਸ ਹੋਣ ਕਰਕੇ ਡੈਂਸਿਟੀ ਜ਼ਿਆਦਾ ਹੁੰਦੀ ਹੈ, ਸੀ ਵਾਟਰ ਜ਼ਿਆਦਾ ਡੈਂਸਰ ਹੁੰਦਾ ਹੈ, ਠੀਕ ਹੈ। ਜਿਹੜਾ ਆਪਣਾ ਫਰੈਸ਼ ਵਾਟਰ ਹੈ, ਜੋ ਨਦੀਆਂ ਦਾ ਪਾਣੀ ਹੈ, ਉਹਦੇ ਵਿੱਚ ਓਨੇ ਸਾਲਟਸ ਨਹੀਂ ਹੁੰਦੇ, ਉਹ ਮਿੱਠਾ ਪਾਣੀ ਹੁੰਦਾ, ਫਰੈਸ਼ ਵਾਟਰ ਹੁੰਦਾ ਹੈ। ਲੇਕਿਨ ਓਸ਼ਨ ਜਾਂ ਸੀ ਦਾ ਜਿਹੜਾ ਪਾਣੀ ਹੁੰਦਾ ਹੈ ਖਾਰਾ ਹੁੰਦਾ ਹੈ। ਕਿਉਂ? ਬਿਕਾਜ਼ ਉਹਦੇ ਵਿੱਚ ਸਾਲਟਸ ਘੁਲੇ ਹੋਏ ਹੁੰਦੇ ਆ ਤੇ ਜਦੋਂ ਵੀ ਪਾਣੀ ਦੇ ਵਿੱਚ ਸਾਲਟਸ ਘੁਲ ਜਾਂਦੇ ਆ ਤਾਂ ਉਹ ਪਾਣੀ ਥੋੜਾ ਡੈਂਸਰ ਹੋ ਜਾਂਦਾ ਹੈ। ਔਰ ਜਿੰਨਾ ਡੈਂਸਰ ਪਾਣੀ ਹੁੰਦਾ ਹੈ ਉਨੀ ਜ਼ਿਆਦਾ ਕੀ ਹੁੰਦੀ ਹੈ? ਬਾਇੰਸੀ ਲੱਗਦੀ ਹੈ, ਉਨੀ ਜ਼ਿਆਦਾ ਬਾਇੰਟ ਫੋਰਸ ਲੱਗਦੀ ਹੈ। ਸੋ ਇਸ ਕਰਕੇ ਜਿੱਦਾਂ ਹੀ ਸ਼ਿਪ ਜਾਏਗੀ ਸ਼ਿਪ ਵਿਲ ਫਲੋ ਸਲਾਈਟਲੀ ਹਾਇਰ ਦੈਨ ਦ ਲੈਵਲ। ਕਿਉਂ? ਬਿਕਾਜ਼ ਜ਼ਿਆਦਾ ਡੈਂਸਿਟੀ ਹੋਣ ਕਰਕੇ ਬਲੈਕ ਸੀ ਦੇ ਵਿੱਚ ਬਾਇੰਸੀ ਦੀ ਜਿਹੜੀ ਫੋਰਸ ਹੋਗੀ ਉਹ ਕੀ ਹੋਗੀ? ਜ਼ਿਆਦਾ ਹੋਗੀ। ਦਿਸ ਇਜ਼ ਸਮਥਿੰਗ ਦੈਟ ਵੀ ਨੀਡ ਟੂ ਨੋ। ਮਤਲਬ ਆਪਾਂ ਇਹ ਮੰਨ ਸਕਦੇ ਹਾਂ ਕਿ ਜਿਹੜੀ ਆਪਣੀ ਬਾਇੰਸੀ ਹੈਗੀ ਹੈ ਦਿਸ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਵਾਟ? ਇਟ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਡੈਂਸਿਟੀ। ਬਾਇੰਟ ਫੋਰਸ ਨੂੰ ਆਪਾਂ FB ਨਾਲ ਡਿਨੋਟ ਕਰ ਸਕਦੇ ਹਾਂ ਤੇ ਜਿੰਨਾ ਡੈਂਸਿਟੀ ਆਫ ਫਲੂਇਡ ਜ਼ਿਆਦਾ ਹੋਏਗਾ ਉਨੀ ਬਾਇੰਸੀ ਜ਼ਿਆਦਾ ਹੋਊਗੀ। ਹੁਣ ਬਾਇੰਸੀ ਨੂੰ ਇਦਾਂ ਸਮਝੋ, ਕਦੇ ਕਦੇ ਆਪਾਂ ਕੀ ਕਰਦੇ ਹਾਂ ਬਕਟ ਦੇ ਵਿੱਚ ਪਾਣੀ ਭਰ ਲੈਂਦੇ ਹਾਂ, ਬਾਲਟੀ ਵਿੱਚ ਪਾਣੀ ਭਰ ਕੇ ਆਪਾਂ ਮੱਗ ਨੂੰ ਪੁੱਠਾ ਕਰਕੇ ਅੰਦਰ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਲੇਕਿਨ ਕੀ ਹੁੰਦਾ ਹੈ ਜਿੱਦਾਂ ਹੀ ਆਪਾਂ ਫੋਰਸ ਲਗਾ ਰਹੇ ਹੁੰਦੇ ਹਾਂ ਪਾਣੀ ਵੀ ਇੱਕ ਫੋਰਸ ਉੱਪਰ ਨੂੰ ਲਗਾਉਂਦੀ ਹੈ ਜਿਹਦੇ ਨਾਲ ਸਾਡਾ ਕੱਪ ਉੱਪਰ ਨੂੰ ਆਉਂਦਾ ਹੈ। ਇਹਨੂੰ ਕਹਿੰਦੇ ਆ ਬਾਇੰਟ ਫੋਰਸ। ਜਿੰਨੀ ਜ਼ਿਆਦਾ ਵਾਟਰ ਦੀ ਜਾਂ ਫਲੂਇਡ ਦੀ ਡੈਂਸਿਟੀ ਜ਼ਿਆਦਾ ਹੋਏਗੀ ਉਨੀ ਜ਼ਿਆਦਾ ਕੀ ਲੱਗੇਗੀ? ਬਾਇੰਟ ਫੋਰਸ ਲੱਗੇਗੀ। ਤਾਂ ਬਲੈਕ ਸੀ ਦੀ ਡੈਂਸਿਟੀ ਜ਼ਿਆਦਾ ਹੈ, ਜ਼ਿਆਦਾ ਸਾਲਟਸ ਨੇ, ਇਸ ਕਰਕੇ ਬਾਇੰਸੀ ਵੱਧ ਲੱਗੇਗੀ ਔਰ ਜੋ ਸ਼ਿਪ ਹੈ ਉਹ ਕੰਪੈਰੀਟਿਵਲੀ ਹਾਇਰ ਲੈਵਲ ਤੇ ਜਾਏਗਾ। ਤਾਂ ਇਹ ਰੀਜ਼ਨਿੰਗ ਵੀ ਸਾਨੂੰ ਠੀਕ ਲੱਗੀ। ਹੁਣ ਇਸ ਤੋਂ ਬਾਅਦ ਡੌਬੀ ਦੀ ਸਟੇਟਮੈਂਟ ਹੈ। ਉਹ ਕਹਿ ਰਿਹਾ ਹੈ
that whenever large electric current flows through a circuit, ਜਦੋਂ ਵੀ ਇੱਕ circuit ਵਿੱਚੋਂ large electric current pass ਕਰਦਾ ਹੈ, and hence through a fuse wire, large heat is produced which melts the fuse wire. Fuse ਕਿਵੇਂ ਕੰਮ ਕਰਦਾ ਹੈ? ਆਪਾਂ ਕਹਿੰਦੇ ਆ fuse ਉੜ ਗਿਆ। Fuse ਕਿੱਦਾਂ ਕੰਮ ਕਰਦਾ ਹੈ? Fuse work because of heating of the current. ਜਦੋਂ ਜ਼ਿਆਦਾ ਕਰੰਟ ਪਾਸ ਕਰਦਾ ਹੈ ਫਿਊਜ਼ ਵਾਇਰ ਚੋਂ, ਫਿਊਜ਼ ਵਾਇਰ ਨੂੰ ਉਸ ਮਟੀਰੀਅਲ ਦਾ ਬਣਾਇਆ ਜਾਂਦਾ ਹੈ ਕਿ ਜਿੱਦਾਂ ਹੀ ਥੋੜੀ ਜਿਹੀ ਵੀ ਵੱਧ ਹੀਟ ਪ੍ਰੋਡਿਊਸ ਹੋਈ, ਉਹ ਵਾਇਰ ਮੈਲਟ ਕਰ ਜਾਂਦੀ ਹੈ ਤੇ ਜਿਹੜਾ ਫਿਊਜ਼ ਹੈ ਉਹ ਉੜ ਜਾਂਦਾ ਹੈ। The circuit breaks, circuit ਟੁੱਟ ਜਾਏਗਾ and the current stops. Therefore, fuse is the safety device that prevents damage of the application. ਜਿੱਦਾਂ ਹੀ ਵੱਧ ਬਿਜਲੀ ਆਈ, ਵੱਧ ਬਿਜਲੀ ਆਉਣ ਦੇ ਨਾਲ ਜ਼ਿਆਦਾ ਹੀਟ ਪ੍ਰੋਡਿਊਸ ਹੋਈ ਔਰ ਉਸ ਵੱਧ ਹੀਟ ਨੇ ਫਿਊਜ਼ ਨੂੰ ਮੈਲਟ ਕਰਤਾ, ਸਰਕਿਟ ਬ੍ਰੇਕ ਹੋ ਗਿਆ ਔਰ ਤੁਹਾਡੇ ਜਿਹਦੇ ਕਰਕੇ ਇਦਾਂ ਦੇ ਇਨਸੀਡੈਂਟ ਵਿੱਚ ਜਿਹੜੇ ਇਲੈਕਟ੍ਰੀਕਲ ਅਪਲਾਈਐਂਸਸ ਹੈ ਉਹ ਖਰਾਬ ਨਹੀਂ ਹੁੰਦੇ। ਬਿਲਕੁਲ ਸਹੀ ਸਟੇਟਮੈਂਟ ਡੌਬੀ ਨੇ ਵੀ ਕਹੀ ਹੈ। ਹੁਣ ਲਾਸਟ ਵਿੱਚ ਬਚਦਾ ਹੈ ਰੌਨ। ਰੌਨ ਦੀ ਸਟੇਟਮੈਂਟ ਹੈ that ਇਹ ਗੱਲ ਕਰ ਰਿਹਾ ਟੰਗਸਟਨ ਬਾਰੇ। ਟੰਗਸਟਨ has very high melting point। ਕਹਿ ਰਹੇ ਟੰਗਸਟਨ ਦਾ ਬਹੁਤ ਹਾਈ ਮੈਲਟਿੰਗ ਪੁਆਇੰਟ ਹੈ, ਮਤਲਬ ਉਹਦਾ ਮੈਲਟਿੰਗ ਪੁਆਇੰਟ ਜੋ ਟੈਂਪਰੇਚਰ ਉਹ ਕਾਫੀ ਹਾਈ ਤੇ ਜਾ ਕੇ ਅਚੀਵ ਹੁੰਦਾ ਹੈ with very low resistivity. Thus, it allows current to pass through it easily and limits the loss of electric energy into heat, which is why filament of electric bulb are made up of tungsten. ਹੁਣ ਇੱਥੇ ਕੀ ਹੈ, ਕੁਝ ਗੱਲਾਂ ਸਹੀ ਨੇ ਤੇ ਜੋ ਫੈਕਟ ਹੈ, ਜੇ ਆਪਾਂ ਫੈਕਟ ਦੀ ਗੱਲ ਕਰੀਏ, ਆਪਾਂ ਟੰਗਸਟਨ ਦੀ ਗੱਲ ਕਰੀਏ ਤਾਂ ਉਹ ਬਿਲਕੁਲ ਸਹੀ ਹੈ। ਜੇ ਸਿਰਫ ਆਪਾਂ ਟੰਗਸਟਨ ਦੀ ਗੱਲ ਕਰੀਏ ਤਾਂ ਬਿਲਕੁਲ ਸਹੀ ਹੈ। ਕੀ ਕਿਹਾ ਇਹਦੇ ਵਿੱਚ ਕਿ ਟੰਗਸਟਨ ਹੈਜ਼ ਵੈਰੀ ਹਾਈ ਮੈਲਟਿੰਗ ਪੁਆਇੰਟ, ਬਿਲਕੁਲ ਸਹੀ ਹੈ। ਹਾਈ ਮੈਲਟਿੰਗ ਪੁਆਇੰਟ ਹੋਣ ਕਰਕੇ ਐਕਸਟ੍ਰੀਮ ਹੀਟਿੰਗ ਵੀ ਟੰਗਸਟਨ ਜਿਹੜਾ ਹੈ ਉਹਦੇ ਵਿੱਚ ਸਰਵਾਈਵ ਕਰਦਾ ਹੈ। ਲੇਕਿਨ ਜਿਹੜਾ ਗਲਤ ਪੁਆਇੰਟ ਹੈ ਉਹ ਹੈ with low resistivity. This is incorrect. This is wrong. ਟੰਗਸਟਨ ਦੇ ਵਿੱਚ ਕੀ ਹੁੰਦਾ ਹੈ, ਇਹਦੀ ਰੈਜ਼ਿਸਟਿਵਿਟੀ ਵੀ ਹਾਈ ਹੁੰਦੀ ਹੈ। ਜਦੋਂ ਆਪਾਂ ਕਿਸੇ ਹੋਰ ਨਾਲ ਕੰਪੇਅਰ ਕਰੀਏ, ਆਪਾਂ ਗੁੱਡ ਕੰਡਕਟਰਸ ਨਾਲ ਕੰਪੇਅਰ ਕਰਦੇ ਹਾਂ, ਕਾਪਰ ਨਾਲ ਕੰਪੇਅਰ ਕਰਦੇ ਹਾਂ, ਕਾਪਰ ਦੇ ਕੰਪੈਰੀਜ਼ਨ ਦੇ ਵਿੱਚ ਟੰਗਸਟਨ ਦੀ ਰੈਜ਼ਿਸਟਿਵਿਟੀ ਹਾਈ ਹੁੰਦੀ ਹੈ। which is why bulb ਦੇ ਜਿਹੜੇ ਫਿਲਾਮੈਂਟ ਨੇ ਉਹ ਟੰਗਸਟਨ ਦੇ ਬਣਾਏ ਜਾਂਦੇ ਆ। ਕਿਉਂ? ਬਿਕਾਜ਼ ਇਹ ਕਰੰਟ ਨੂੰ ਰੈਜ਼ਿਸਟ ਕਰਦਾ ਹੈ, becomes extremely hot and AC ਕਰਕੇ ਤਾਂ ਗਲੋ ਕਰਦਾ ਹੈ। ਜੇ ਇਹ ਰੈਜ਼ਿਸਟ ਨਹੀਂ ਕਰੇਗਾ ਤਾਂ ਉਹ ਟੈਂਪਰੇਚਰ ਅਚੀਵ ਨਹੀਂ ਹੋ ਪਾਏਗਾ ਤੇ ਟੰਗਸਟਨ ਗਲੋ ਨਹੀਂ ਕਰੇਗਾ। ਟੰਗਸਟਨ ਦੀ ਰੈਜ਼ਿਸਟਿਵਿਟੀ ਰੋਕਣ ਦੀ ਜਿਹੜੀ ਸ਼ਮਤਾ ਹੈ ਉਹ ਜ਼ਿਆਦਾ ਹੁੰਦੀ ਹੈ। ਇਹ ਕਰੰਟ ਨੂੰ ਰੈਜ਼ਿਸਟ ਕਰਦਾ ਹੈ, ਟੈਂਪਰੇਚਰ ਵੱਧਦਾ ਹੈ, ਜਿਹਦੇ ਕਰਕੇ ਟੰਗਸਟਨ ਗਲੋ ਕਰਦਾ ਹੈ। that is the core principle ਕਿ ਟੰਗਸਟਨ ਬਲਬ ਕਿਵੇਂ ਕੰਮ ਕਰਦਾ ਹੈ। ਜਦੋਂ ਬਲਬ ਦਾ ਜੋ ਫਿਲਾਮੈਂਟ ਹੈ ਉਹ ਹੀਟ ਅਪ ਹੋ ਜਾਂਦਾ ਹੈ ਔਰ ਉਹ ਹੀਟਿੰਗ ਕਰਕੇ ਜਿਹੜਾ ਬਲਬ ਹੈ ਉਹਦੇ ਵਿੱਚੋਂ ਗਲੋ ਆਉਂਦਾ ਹੈ। ਜੇ ਰੈਜ਼ਿਸਟਿਵਿਟੀ ਘੱਟ ਹੋਏਗੀ ਇਹਦਾ ਮਤਲਬ ਉਨੀ ਹੀਟ ਹੀ ਪ੍ਰੋਡਿਊਸ ਨਹੀਂ ਹੋਏਗੀ, ਔਰ ਜਦੋਂ ਹੀਟ ਪ੍ਰੋਡਿਊਸ ਨਹੀਂ ਹੋਏਗੀ ਤਾਂ ਬਲਬ ਵੀ ਪ੍ਰੋਪਰਲੀ ਗਲੋ ਨਹੀਂ ਕਰ ਪਾਏਗਾ। ਤਾਂ ਜੋ ਰੌਨ ਦੀ ਰੀਜ਼ਨਿੰਗ ਹੈ ਉਹਦੇ ਵਿੱਚ ਇੱਥੇ ਗੜਬੜ ਹੈ। ਇਸ ਕਰਕੇ ਕੀ ਦੀ ਰੀਜ਼ਨਿੰਗ ਥੋੜੀ ਜੀ ਫਲॉड ਹੈ, that is wrong for you. wrong ਦੀ ਰੀਜ਼ਨਿੰਗ ਸਾਨੂੰ ਇੱਥੇ ਥੋੜੀ ਗੜਬੜ ਮਿਲ ਰਹੀ ਹੈ। ਨੈਕਸਟ ਸਾਡੇ ਕੋਲ ਕੁਐਸਚਨ ਆਉਂਦਾ ਹੈ which is the linkage between ਪੰਜਾਬ ਕਲਚਰਲ ਲਿੰਕੇਜ, ਜਾਂ ਆਪਾਂ ਜੇ ਆਪਾਂ ਹਿਸਟਰੀ ਦੀ ਗੱਲ ਕਰੀਏ, ਬਲਖ ਤੇ ਬੁਖਾਰਾ। ਇੱਥੇ ਕਿਹਾ ਗਿਆ ਕਿ ਬਲਖ ਐਂਡ ਬੁਖਾਰਾ ਆਰ ਹਿਸਟੋਰਿਕ ਸਿਟੀਜ਼ that also find mention in well known ਪੰਜਾਬੀ ਪ੍ਰਵਰਬ। ਕਹਿ ਰਹੇ ਕਿ ਪੰਜਾਬੀ ਕਹਾਵਤ ਹੈ ਉਹਦੇ ਵਿੱਚ ਵੀ ਬਲਖ ਤੇ ਬੁਖਾਰੇ ਦਾ ਜ਼ਿਕਰ ਹੁੰਦਾ ਹੈ। ਕਿਹੜੀ ਕਹਾਵਤ ਹੈ? ਜੋ ਸੁਖ ਛੱਜੂ ਦੇ ਚਵਾਰੇ ਉਹ ਨਾ ਬਲਖ ਨਾ ਬੁਖਾਰੇ। ਆਪਾਂ ਸਾਰਿਆਂ ਨੇ ਸੁਣੀ ਹੈ ਇਹ ਗੱਲ। ਬਟ ਕੁਐਸਚਨ ਕੀ ਹੈ? ਕੁਐਸਚਨ ਇਹ ਹੈ ਕਿ ਜਿਹੜਾ ਬਲਖ ਤੇ ਬੁਖਾਰਾ ਹੈ ਇਹ ਅੱਜ ਦੇ ਸਮੇਂ ਕਿਹੜੇ ਕੰਟਰੀ ਦੇ ਵਿੱਚ ਲੋਕੇਟਡ ਹੈ। That's the question ਕਿ ਬਲਖ ਤੇ ਬੁਖਾਰਾ ਅੱਜ ਦੀ ਕਰੰਟ ਸਿਚੁਏਸ਼ਨ ਵਿੱਚ ਕਿਹੜੀ ਕੰਟਰੀ ਵਿੱਚ ਲੋਕੇਟਡ ਹੈ। ਤਾਂ ਇਹਦਾ ਸਹੀ ਆਨਸਰ ਹੋਏਗਾ A, ਅਫਗਾਨਿਸਤਾਨ ਐਂਡ ਉਜ਼ਬੇਕਿਸਤਾਨ। ਅਫਗਾਨਿਸਤਾਨ ਐਂਡ ਉਜ਼ਬੇਕਿਸਤਾਨ। ਬਲਖ ਜੋ ਹੈ ਇਹ ਨਦਰਨ ਅਫਗਾਨਿਸਤਾਨ ਦੇ ਵਿੱਚ ਹੈ। ਇਹ ਐਂਸ਼ੀਐਂਟ ਸੀ ਰੂਟ ਦਾ ਹਿੱਸਾ ਸੀ, ਪਰਸ਼ੀਅਨ ਕਲਚਰ ਦਾ ਇਹ ਸੈਂਟਰ ਰਿਹਾ ਹੈ। ਠੀਕ ਹੈ, ਇਹਨੂੰ ਮਦਰ ਆਫ ਸਿਟੀਜ਼ ਵੀ ਕਿਹਾ ਜਾਂਦਾ ਸੀ। ਐਂਡ ਜੋ ਬੁਖਾਰਾ ਹੈ, ਬੁਖਾਰਾ ਇਜ਼ ਲੋਕੇਟਡ ਇਨ ਉਜ਼ਬੇਕਿਸਤਾਨ। ਅਗੇਨ ਸਿਲਕ ਰੂਟ ਦਾ ਇੱਕ ਇੰਪੋਰਟੈਂਟ ਸ਼ਹਿਰ ਜੋ ਕਿ ਬਲਖ ਔਰ ਬੁਖਾਰਾ ਜਿਹਨਾਂ ਦਾ ਜ਼ਿਕਰ ਕੀਤਾ ਗਿਆ। ਬਲਖ ਕਿੱਥੇ ਹੈ? ਅਫਗਾਨਿਸਤਾਨ 'ਚ। ਬੁਖਾਰਾ ਕਿੱਥੇ ਹੈ? ਉਜ਼ਬੇਕਿਸਤਾਨ 'ਚ। ਕਲੀਅਰ एवरीवन? ਤਾਂ ਇਸ ਤਰੀਕੇ ਦਾ ਕੁਐਸਚਨ ਵੀ ਪੀਪੀਐਸਸੀ ਨੇ ਪੁੱਛਿਆ ਹੈ, ਜਿੱਥੇ ਹਿਸਟੋਰੀਕਲ ਲੋਕੇਸ਼ਨਸ ਨੂੰ
ਕਰੰਟ ਲੋਕੇਸ਼ਨ ਦੇ ਨਾਲ ਰਿਲੇਟ ਕਰਕੇ ਪੁੱਛਿਆ ਕਿ ਅੱਜ ਦੇ ਸਮੇਂ ਵਿੱਚ ਇਹ ਕਿੱਥੇ ਨੇ। ਚਲੋ ਨੈਕਸਟ ਪੁਆਇੰਟ, ਇਹ ਤਾਂ ਇਦਾਂ ਦਾ ਕੁਐਸਚਨ ਹੈ ਜੋ ਡਿਫਰੈਂਟ ਟਰਮਸ 'ਚ ਫੇਰ ਪੁੱਛਿਆ ਜਾ ਸਕਦਾ ਹੈ। ਤੁਹਾਨੂੰ ਵਰਲਡ ਮੈਪ ਦਿੱਤਾ ਹੋਇਆ, ਇਸ ਵਰਲਡ ਮੈਪ ਦੇ ਉੱਤੇ ਬਹੁਤ ਸਾਰੀਆਂ ਲੋਕੇਸ਼ਨਸ ਮਾਰਕ ਕੀਤੀਆਂ ਗਈਆਂ ਨੇ P, Q, R, S and T। ਕਿਹਾ ਗਿਆ ਹੈ ਕਿ ਸਾਡੇ ਕੋਲ ਕੁਝ ਚੋਕ ਪੁਆਇੰਟਸ ਨੇ। These choke points are strategic location of immense importance। कुछ strategically important locations ने। These are not just central to international maritime trade, but also play a role keystone in the arc of geopolitics। Certain choke points are shown in the figure। Identify Strait of Hormuz and Strait of Malacca। Well, लगी नहीं रहा कि 2024 ਦਾ question है। This is what is currently going on। ਜਦੋਂ ਆਪਾਂ ਵੈਸਟ ਏਸ਼ੀਆ ਵਾਰ ਦੀ ਗੱਲ ਕਰਦੇ ਹਾਂ, US, ਇਜ਼ਰਾਈਲ, ਈਰਾਨ ਦੀ ਗੱਲ ਕਰ ਰਹੇ ਹਾਂ, ਕੀ ਹੋ ਰਿਹਾ ਹੈ? ਸਟ੍ਰੇਟ ਆਫ ਹਾਰਮੂਜ਼ ਨੂੰ ਬਲੌਕ ਕਰਤਾ ਈਰਾਨ ਨੇ। ਐਂਡ ਉਹ ਇੱਕ ਜੀਓਪੋਲਿਟੀਕਲ ਸਾਡੇ ਕੋਲ ਜਿਹੜਾ ਗੇਮ ਚੱਲਦਾ ਪਿਆ ਹੈ, ਸਪਲਾਈ ਚੇਨ ਜਿਹੜੀ ਹੈਗੀ ਆ ਉਹ ਡਿਸਰਪਟ ਹੋ ਚੁੱਕੀ ਹੈ। ਸੋ ਜਿਹੜੇ ਇਦਾਂ ਦੇ ਚੋਕ ਪੁਆਇੰਟਸ ਹੁੰਦੇ ਨੇ, ਥੀਸ ਆਰ ਵੈਰੀ 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 ਕ੍ਰਿਟੀਕਲ। ਸਟ੍ਰੇਟ ਆਫ ਹਾਰਮੂਜ਼ ਦੀ ਤਾਂ ਆਪਾਂ ਹੁਣ ਗੱਲ ਕਰਦੇ ਪਏ ਹਾਂ। ਕੁਝ ਮਹੀਨੇ ਪਹਿਲਾਂ ਆਪਾਂ ਸਟ੍ਰੇਟ ਆਫ ਬਾਬ ਅਲ ਮੰਦੇਬ ਦੀ ਗੱਲ ਕਰਦੇ ਪਏ ਸੀ। ਤਾਂ ਇਹਦੇ ਵਿੱਚ ਕੀ ਕੀਤਾ ਹੈ, ਇਹਨਾਂ ਨੇ ਤੁਹਾਨੂੰ ਵਰਲਡ ਮੈਪ ਦੇਤਾ ਵਿਦ ਆਪਸ਼ਨਸ ਤੇ ਪੁੱਛ ਰਹੇ ਕਿ ਸਟ੍ਰੇਟ ਆਫ ਹਾਰਮੂਜ਼ ਤੇ ਸਟ੍ਰੇਟ ਆਫ ਮਲੱਕਾ ਕਿੱਥੇ ਹੈ। ਤਾਂ ਕਲੀਅਰਲੀ ਸਾਡੇ ਕੋਲ ਜਿੱਥੇ ਅੱਜ ਕੱਲ੍ਹ ਡਿਵੈਲਪਮੈਂਟਸ ਚੱਲ ਰਹੀਆਂ ਨੇ, ਦਿਸ ਇਜ਼ ਦ ਰੀਜਨ। ਇੱਥੇ ਤੁਹਾਡਾ ਈਰਾਨ ਹੈ, ਇਹ ਤੁਹਾਡੀ ਸਟ੍ਰੇਟ ਆਫ ਹਾਰਮੂਜ਼ ਹੈ ਤੇ ਦਿਸ ਇਜ਼ ਓਵਰ ਹੇਅਰ, ਇਹ ਇੰਡੋਨੇਸ਼ੀਆ, ਸਿੰਗਾਪੁਰ, ਇੱਥੋਂ ਪਾਸ ਕਰਦੀ ਹੈ ਤੁਹਾਡੀ ਸਟ੍ਰੇਟ ਆਫ ਮਲੱਕਾ ਜਿੱਥੇ ਟੀ ਹੈ। ਇਹਦਾ ਸਹੀ ਆਨਸਰ ਕੀ ਹੋਏਗਾ? S and T। ਸੋ D would be the right answer। ਸੋ ਹੁਣ ਮੇਨ ਅਪਰੋਚ ਸਾਡੀ ਕੀ ਰਹੇਗੀ? ਦੁਨੀਆ ਭਰ ਵਿੱਚ ਜਿਹੜੀਆਂ ਵੀ ਇੰਪੋਰਟੈਂਟ ਸਟ੍ਰੇਟਸ ਨੇ ਉਹਨਾਂ ਨੂੰ ਕਵਰ ਕਰਨਾ ਇੱਕ ਇੰਪੋਰਟੈਂਟ ਆਬਜੈਕਟਿਵ ਹੈ। ਕਿੱਥੇ ਸਟ੍ਰੇਟ ਆਫ ਬਾਬ ਅਲ ਮੰਦੇਬ ਹੈ, ਸਟ੍ਰੇਟ ਆਫ ਜਿਬਰਾਲਟਰ ਕਿੱਥੇ ਹੈ, ਡੇਵਿਸ ਸਟ੍ਰੇਟ ਕਿੱਥੇ ਹੈ, ਤੁਹਾਡੀ ਸਟ੍ਰੇਟ ਆਫ ਮਲੱਕਾ ਕਿੱਥੇ ਹੈ, ਪਾਕ ਸਟ੍ਰੇਟ ਕਿੱਥੇ ਹੈ। देयर आर सो मैनी स्ट्रेट्स, कोई भी स्ट्रेट पूछी जा सकती है। सो दिस इज एन इंपॉर्टेंट क्वेश्चन। अज दे समय लिए भी ये बहुत इंपॉर्टेंट क्वेश्चन है। स्ट्रेट ऑफ मलक्का हैगा है थोड़ा टी पॉइंट ते स्ट्रेट ऑफ हॉर्मूज हैगा है एस पॉइंट ते। जे आपां पी दी गल करिए, इत्थे साडी पैंदी है पनामा कनाल। इत्थे की है? पनामा कनाल है। ਤੁਸੀਂ ਜਦੋਂ ਪੜ੍ਹਦੇ ਹੋ ਤੁਸੀਂ ਦੇਖਦੇ ਹੋ ਕਿ ਇੱਥੇ ਆ ਕੇ ਨਾਰਥ ਅਮਰੀਕਾ ਔਰ ਸਾਊਥ ਅਮਰੀਕਾ ਨੂੰ ਇੱਕ ਬਹੁਤ ਹੀ ਨੈਰੋ ਸਟ੍ਰਿਪ ਆਪਸ ਵਿੱਚ ਜੋੜਦੀ ਹੈ। ਤਾਂ ਇਹਦੇ ਵਿੱਚ ਕੀ ਕੀਤਾ ਗਿਆ ਹੈ? ਇੱਕ ਵਾਟਰਵੇ ਬਣਾਇਆ ਗਿਆ ਹੈ ਜਿਹਨੂੰ ਕਹਿੰਦੇ ਆ ਪਨਾਮਾ ਕਨਾਲ। ਤਾਂ ਪੀ ਤੇ ਕੀ ਹੈ? ਪਨਾਮਾ ਕਨਾਲ। ਕਿਊ ਦੀ ਜੇ ਆਪਾਂ ਗੱਲ ਕਰੀਏ, ਇੱਥੇ ਲਾਈ ਕਰਦੀ ਹੈ ਸਟ੍ਰੇਟ ਆਫ ਜਿਬਰਾਲਟਰ। ਸਟ੍ਰੇਟ ਆਫ ਜਿਬਰਾਲਟਰ ਜੋ ਕਿ ਯੂਰਪ ਤੇ ਅਫਰੀਕਾ ਦੇ ਵਿਚਕਾਰ ਲਾਈ ਕਰਦੀ ਹੈ। ਇਹ ਜਿਹੜਾ ਚੋਕ ਪੁਆਇੰਟ ਹੈਗਾ ਹੈ at the point Q is Strait of Gibraltar। R ਵੀ ਜੇ ਆਪਾਂ ਗੱਲ ਕਰੀਏ, ਇਹ ਹੈਗੀ ਹੈ Strait of Bab al-Mandeb। This is the Strait of Bab al-Mandeb। S ਹੈਗੀ ਹੈ Strait of Hormuz ਤੇ T ਹੈਗੀ ਹੈ Strait of Malacca। ਅਗੇਨ ਬਹੁਤ ਇੰਪੋਰਟੈਂਟ ਬਣ ਜਾਂਦਾ ਹੈ ਜੀਓਗ੍ਰਾਫੀ ਦੇ ਵਿੱਚ। ਐਟਲਸ ਦੇ ਇਹ ਇੰਪੋਰਟੈਂਟ ਚੋਕ ਪੁਆਇੰਟਸ ਨੂੰ ਤੁਸੀਂ ਜ਼ਰੂਰ ਕਵਰ ਕਰਕੇ ਜਾਣਾ ਹੈ। ਅਲੱਗ ਤਰੀਕੇ ਦਾ ਕੁਐਸਚਨ ਵੀ ਤੁਹਾਨੂੰ ਅੱਗੇ ਮਿਲ ਸਕਦਾ ਹੈ। नाउ फिर अगे चलते हैं नेक्स्ट क्वेश्चन, फिर तो डिस्क्रिप्टिव फॉर्म च दिता होया है। लेट्स सी इथे वन बाय वन करके की पूछा गया है। नाउ इस क्वेश्चन दे विच ना बहुत इंटीग्रेशन देखने लिए मिलेगी। इट सेज दैट कंसीडर द फॉलोइंग जियोग्राफिकल और इकोलॉजिकल मार्वल्स ऑफ इंडिया। सानू कुछ इंडिया दे कुछ इंपॉर्टेंट जियोग्राफिकल फीचर्स दिते गए हैं ते कहा गया है बाद च ऑप्शंस दिते गए हैं कि ਇਹਨਾਂ ਨੂੰ ਮੈਚ ਕਰੋ ਕਿ ਕਿਹਦੇ ਨਾਲ ਕਿਸ ਏਰੀਆ ਦੀ ਕਿਸ ਲੋਕੇਸ਼ਨ ਦੀ ਗੱਲ ਹੋ ਰਹੀ ਹੈ। ਠੀਕ ਹੈ, ਸਭ ਤੋਂ ਪਹਿਲਾ ਮਾਰਵਲ ਕੀ ਹੈ? ਇੰਡੀਆਜ਼ ਗ੍ਰੈਂਡ ਕੈਨਨ which is beautifully carved by Pennar River as it cuts through Eramalla Hills। ਸਾਡੇ ਕੋਲ ਸਾਊਥ ਇੰਡੀਆ ਦੇ ਵਿੱਚ ਇੱਕ ਰਿਵਰ ਹੈ ਪੈਨਾਰ ਰਿਵਰ। ਇਹ ਪੈਨਾਰ ਰਿਵਰ ਜਦੋਂ ਐਰਾਮੱਲਾ ਹਿਲਸ ਨੂੰ ਕ੍ਰਾਸ ਕਰਦੀ ਹੈ ਤਾਂ ਇਹ ਇੱਕ ਬਹੁਤ ਸੋਹਣਾ ਕੈਨਨ ਬਣਾਉਂਦੀ ਹੈ। ਸਮਥਿੰਗ ਲਾਈਕ ਦਿਸ ਇਜ਼ ਦ ਪਿਕਚਰ। ਇਹਨੂੰ ਕਿਹਾ ਜਾਂਦਾ ਹੈ ਦੀ ਗ੍ਰੈਂਡ ਕੈਨਨ। ਦਿਸ ਇਜ਼ ਕਾਲਡ ਐਜ਼ ਗ੍ਰੈਂਡ ਕੈਨਨ, ਜੋ ਕਿ ਕੌਣ ਬਣਾਉਂਦੀ ਹੈ? ਪੈਨਾਰ ਰਿਵਰ ਬਣਾਉਂਦੀ ਹੈ ਜਦੋਂ ਵੀ ਇਹ ਐਰਾਮੱਲਾ ਹਿਲਸ ਨੂੰ ਕ੍ਰਾਸ ਕਰਦੀ ਹੈ। ਠੀਕ ਹੈ, ਇਹਦੀ ਲੋਕੇਸ਼ਨ ਪੁੱਛੀ ਗਈ ਹੈ।
ਇਹ ਐਗਜ਼ੈਕਟਲੀ ਗ੍ਰੈਂਡ ਕੈਨਨ ਕਿਹੜੀ ਲੋਕੇਸ਼ਨ ਤੇ ਹੈ? ਤਾਂ ਦਿਸ ਇਜ਼ ਪ੍ਰੈਜ਼ੈਂਟ ਐਟ ਗਾਂਧੀਕੋਟਾ। ਗਾਂਧੀਕੋਟਾ ਤੇ ਇਹ ਪ੍ਰੈਜ਼ੈਂਟ ਹੈ। ਇਟ ਇਜ਼ ਇਨ ਆਂਧਰਾ ਪ੍ਰਦੇਸ਼। ਗਾਂਧੀਕੋਟਾ ਇਜ਼ ਇਨ ਆਂਧਰਾ ਪ੍ਰਦੇਸ਼। ਇਸ ਲੋਕੇਸ਼ਨ ਤੇ ਪੈਨਾਰ ਰਿਵਰ ਐਰਾਮੱਲਾ ਹਿਲਸ ਨੂੰ ਕ੍ਰਾਸ ਕਰਦੇ ਹੋਏ ਇੰਡੀਆ ਦਾ ਗ੍ਰੈਂਡ ਕੈਨਨ ਬਣਾਉਂਦੀ ਹੈ। ਠੀਕ ਹੈ ਜੀ, ਚਲੋ ਸੋ ਪਹਿਲਾ ਆਪਸ਼ਨ ਕੀ ਹੋਣਾ ਚਾਹੀਦਾ ਹੈ? ਗਾਂਧੀਕੋਟਾ। ਸੈਕਿੰਡ ਹੈ home of Kurinjini flowers that bloom every 12 years and its periodicity help local Pelian tribe to calculate their age। एक ऐसा फ्लावर कुरिंजी फ्लावर जो हर 12 साल बाद उगता है, खिलता है, और उस फ्लावर ਨੂੰ ਦੇਖ ਕੇ ਉੱਥੇ ਦੇ ਜਿਹੜੇ ਇੰਡੀਜੀਨੀਅਸ ਟ੍ਰਾਈਬ ਹੈ ਉਹ ਆਪਣੀ ਉਮਰ ਕੈਲਕੂਲੇਟ ਕਰਦੀ ਹੈ ਕਿ ਇੱਕ ਵਾਰੀ ਉਦੋਂ ਖਿਲਿਆ ਸੀ, ਫਿਰ ਹੁਣ 12 ਸਾਲ ਬਾਅਦ ਅੱਜ ਖਿਲਿਆ ਹੈ ਤੇ ਮੇਰੀ ਅੱਜ ਉਮਰ ਕਿੰਨੀ ਹੋ ਗਈ ਹੈ। ਸੋ ਦਿਸ ਇਜ਼ ਦ ਬਿਊਟੀਫੁਲ, ਇੱਥੇ ਆਪਾਂ ਕਿਹਦੀ ਗੱਲ ਕਰਦੇ ਪਏ ਹਾਂ? ਵੀ ਆਰ ਟਾਕਿੰਗ ਅਬਾਊਟ ਦੀ ਨੀਲਗਿਰੀ ਹਿਲਸ। ਨੀਲਾ ਕੁਰਿੰਜੀ is the name of the flowers ਤੇ ਇਹ ਮੇਨਲੀ ਕਿੱਥੇ ਮਿਲਦੇ ਹੈ? ਨੀਲਗਿਰੀ ਹਿਲਸ ਤੇ ਮਿਲਦੇ ਹੈ। ਤਾਂ ਹੀ ਤਾਂ ਨੀਲਗਿਰੀ ਹਿਲਸ ਦਾ ਨਾਮ ਨੀਲਗਿਰੀ ਹੈ ਬਿਕਾਜ਼ ਆਫ ਥੀਸ ਨੀਲਾ ਕੁਰਿੰਜੀ ਫਲਾਵਰਸ। ਹਰ 12 ਸਾਲ ਬਾਅਦ ਫੇਮਸ ਕਿਉਂ ਹੈ? ਹਰ 12 ਸਾਲ ਬਾਅਦ ਇਹ ਖਿਲਦੇ ਨੇ। ਹਰ 12 ਸਾਲ ਬਾਅਦ ਨੀਲਾ ਕੁਰਿੰਜੀ ਫਲਾਵਰਸ ਦਾ ਸਾਨੂੰ ਬਲੂਮ ਦੇਖਣ ਲਈ ਮਿਲਦਾ ਹੈ। ਸੋ ਇਸ ਕਰਕੇ ਇਹ ਜੋ ਫੀਚਰ ਹੈ ਹੋਮ ਆਫ ਕੁਰਿੰਜਨੀ ਫਲਾਵਰ ਜੋ ਹਰ 12 ਸਾਲ ਬਾਅਦ ਉਗਦੇ ਨੇ, ਖਿਲਦੇ ਨੇ, that is ਨੀਲਗਿਰੀ for you। ਠੀਕ ਹੈ ਜੀ। थर्ड स्टेटमेंट है इट इज बिलीव्ड टू बी ओल्डेस्ट एंड लार्जेस्ट इनहैबिटेड रिवराइन आइलैंड ऑफ द वर्ल्ड। दुनिया दा सब तो बड़ा इनहैबिटेड रिवराइन आइलैंड ऑफ द वर्ल्ड। सब तो पुराना, सब तो बड़ा इनहैबिटेड रिवराइन आइलैंड केड़ा है? दी आंसर यू शुड नो। तुहानू पता है कि जदों भी आपां ब्रह्मपुत्र रिवर दी गल करते हां, ब्रह्मपुत्रा रिवर ਦੇ ਵਿਚਕਾਰ ਸਾਨੂੰ ਇੱਕ ਮਾਜੂਲੀ ਆਈਲੈਂਡ ਮਿਲਦਾ ਹੈ। ਇਹ ਮਾਜੂਲੀ ਆਈਲੈਂਡ ਆਸਾਮ ਵਿੱਚ ਲੋਕੇਟਡ ਹੈ, ਦੁਨੀਆ ਭਰ ਚ ਫੇਮਸ ਹੈ ਬਿਕਾਜ਼ ਦਿਸ ਇਜ਼ ਦੀ ਲਾਰਜੈਸਟ ਇਨਹੈਬਿਟਡ ਰਿਵਰ ਆਈਲੈਂਡ। ਰਿਵਰ ਦੇ ਵਿਚਕਾਰ ਇਹ ਆਈਲੈਂਡ ਸਾਨੂੰ ਦੇਖਣ ਲਈ ਮਿਲਦਾ ਹੈ। ਸੋ ਦਿਸ ਇਜ਼ ਬੇਸਿਕਲੀ ਮਾਜੂਲੀ। ਔਰ ਇਸ ਤਰੀਕੇ ਨਾਲ ਇਹ ਤਿੰਨੋਂ ਕੁਐਸਚਨਸ ਨੂੰ, ਇਹ ਤਿੰਨੋਂ ਸਟੇਟਮੈਂਟਸ ਨੂੰ ਤੁਸੀਂ ਸੋਲਵ ਕਰਨਾ ਸੀ ਐਂਡ ਦ ਰਾਈਟ ਆਂਸਰ ਇਜ਼ ਡੀ ਫॉर यू। क्लियर एवरीवन? चलो जी अगले क्वेश्चन ते चलते हैं। नाउ जो नेक्स्ट क्वेश्चन है ਇਹਦੇ ਵਿੱਚ ਤੁਹਾਨੂੰ ਉਹਨਾਂ ਨੇ ਟ੍ਰੈਂਡ ਪੁੱਛਿਆ। ਪੰਜਾਬ ਦੇ ਵਿੱਚ ਇੱਕ ਪਾਰਟਿਕੂਲਰ ਕ੍ਰੌਪ ਬਾਰੇ ਪੁੱਛਿਆ ਗਿਆ ਹੈ ਕਿ ਅਸੀਂ ਤੁਹਾਨੂੰ ਇੱਕ ਟੇਬਲ ਸ਼ੋ ਕਰ ਰਹੇ ਹਾਂ ਐਂਡ ਓਵਰ ਦ ਡਿਕੇਡਸ ਤੁਸੀਂ ਦੇਖ ਸਕਦੇ ਹੋ ਕਿ ਇਸ ਪਾਰਟਿਕੂਲਰ ਕ੍ਰੌਪ ਦਾ ਜਿਹੜਾ ਪਰਸੈਂਟੇਜ ਏਰੀਆ ਹੈ, ਜੋ ਪਰਸੈਂਟੇਜ ਸ਼ੇਅਰ ਹੈ, ਉਹ ਲਗਾਤਾਰ ਵੱਧਦਾ ਜਾ ਰਿਹਾ ਹੈ। 1960 ਦੇ ਟਾਈਮ ਤੇ 4.8% ਸੀਗਾ, ਵਾਧਾ ਹੋਇਆ 6.9 ਤੇ ਗਿਆ, 17, 26, 40 ਤੇ ਹੁਣ ਜਾकर ਜੋ ਪਹਿਲਾਂ 1960 ਵਿੱਚ 4.8% ਤੇ ਸੀਗਾ ਉਹ 40% ਤੇ ਪਹੁੰਚ ਚੁੱਕਿਆ ਹੈ। ਨਾ ਇੱਥੇ ਐਗਜ਼ਾਮੀਨਰ ਨਾ ਤੁਹਾਡੀ ਇੰਟਰਪ੍ਰੀਟੇਸ਼ਨ ਨੂੰ ਚੈੱਕ ਕਰ ਰਿਹਾ ਹੈ। ਆਪਾਂ ਸਭ ਨੂੰ ਪਤਾ ਹੈ ਕਿ ਪੰਜਾਬ ਵਿੱਚ ਗ੍ਰੀਨ ਰੈਵੋਲੂਸ਼ਨ ਦਾ ਕਿੰਨਾ ਵੱਡਾ ਰੋਲ ਹੈ ਔਰ ਗ੍ਰੀਨ ਰੈਵੋਲੂਸ਼ਨ ਨੇ ਬੇਸਿਕਲੀ ਵੀਟ ਤੇ ਪੈਡੀ ਦਾ ਇੱਕ ਬੂਸਟ ਦਿੱਤਾ ਹੈ ਪੰਜਾਬ ਦੇ ਵਿੱਚ ਪ੍ਰੋਡਕਸ਼ਨ ਦੇ ਵਿੱਚ। ਹਾਲਾਂਕਿ ਜਦੋਂ ਆਪਾਂ 1960, ਕਿਉਂਕਿ 1960 ਇਜ਼ ਇੰਪੋਰਟੈਂਟ ਫॉर ਵਾਟ? ਇਟ ਇਜ਼ ਇੰਪੋਰਟੈਂਟ ਫॉर ਗ੍ਰੀਨ ਰੈਵੋਲੂਸ਼ਨ। ਇਸ ਤੋਂ ਪਹਿਲਾਂ ਵੀ ਆਪਾਂ ਵੀਟ ਲਗਾ ਰਹੇ ਸੀ, ਲੇਕਿਨ 1960 ਤੋਂ ਬਾਅਦ ਪੈਡੀ ਕਲਟੀਵੇਸ਼ਨ ਜੋ ਹੈ ਉਹ ਡਰਾਮੈਟਿਕਲੀ ਇਨਕਰੀਜ਼ ਕੀਤੀ ਹੈ ਪੰਜਾਬ ਦੇ ਵਿੱਚ। ਪੰਜਾਬ ਪਹਿਲਾ ਰਾਈਸ ਗਰੋਇੰਗ ਸਟੇਟ ਨਹੀਂ ਸੀ क्योंकि पंजाब का जो क्लाइमेट है वो बहुत ही एक सेमी एरिड क्लाइमेट है, लेकिन ग्रीन रेवोल्यूशन के आने तो बाद, MSP के आने तो बाद, इरीगेशन मैथड्स करके, गवर्नमेंट पॉलिसीज करके पंजाब दे विच जो पैडी का जो कह लो कि है ना शेयर है वो ड्रामैटिकली इंक्रीज किया है। वीट पहला भी उगाई जाती सीगी सिग्निफिकेंटली, हुण भी उगाई जाती है, बट इन्ना बड़ा शिफ्ट किदा रहा है, इन्ना बड़ा शिफ्ट रहा है पैडी का। ठीक है जी, चलो नेक्स्ट देखते हैं। नेक्स्ट साडी जिहड़ी स्टेटमेंट हैगी है यह रिवर्स दे नाल रिलेटेड है एंड इत्थे भी दो चीज़ां ने, असर्शन ते रीजनिंग। असर्शन विच सानू एक स्टेटमेंट दित्ती गई है ते वो स्टेटमेंट दा क्या रीजन है वो रीजनिंग विच दिता गया। इहदे विच साडे कोल ऑप्शंस हुंदे हैं कि या तां असर्शन भी ठीक है, रीजनिंग भी ठीक है। दूजा ऑप्शन हुंदा है असर्शन तो ठीक है, गल तो सही बोली है, लेकिन रीजनिंग ठीक नहीं सी।
तीसरा ऑप्शन होता है एजर्शन तो गलत बोली है लेकिन रीजनिंग ठीक है, तो चौथा ऑप्शन होता है कि ना अजर्शन सही है ना रीजनिंग सही है। यह होंदा है ट्रेंड इस तरह के क्वेश्चंस का। हुण गल करते हैं पहली स्टेटमेंट की। अजर्शन की दिती है, अजर्शन है नर्मदा एंड तापी फॉर्म द लार्जेस्ट डेल्टा इन साउथ एशिया आफ्टर सुंदरबंस। सुंदरबंस तो बाद नर्मदा और तापी साउथ एशिया विच वड्डा डेल्टा बनाउंदी है। सब तो पहला आप इस स्टेटमेंट ते आ जाते हैं। ये स्टेटमेंट गलत है। नर्मदा ते तापी डेल्टाज नहीं बनाते, नर्मदा ते तापी एस्चुरीज बनाते ने। हुण तुसीं जदों भी जियोग्राफी पढ़ते हो आपां ये सेंटेंस पढ़ते हैं, ये स्टेटमेंट जरूर पढ़ते हैं कि नर्मदा और तापी डेल्टा नहीं बनाते, ये एस्चुरीज बनाते हैं। हुण डेल्टा ते एस्चुरी दे विच फर्क हुंदा है। डेल्टाज उदों बनते हैं जदों रिवर्स अपने पूरी लंबी जर्नी विच उन्हें जिन्ने भी सैडीमेंट्स इकट्ठे कीते ने, जदों जाकर शांत जी समुंदर दे नाल मिलदी है नदी, वो जिन्ने भी सैडीमेंट्स इकट्ठे कीते उन्होंने डिपॉजिट करना शुरू कर दिंदी है, ते डिपॉजिट कर करके की बन जाता है, उत्थे डेल्टा बन जाता है। जिद्दां गंगा ब्रह्मपुत्रा मिलके बनाते हैं सुंदरबंस डेल्टा, नाइल रिवर ओदा डेल्टा, गोदावरी दा डेल्टा। लेकिन कुछ रिवर्स ऐसी होंदियां ने कि जिथे जाके वो समुंदर नाल मिलदियां ने, उत्थे समुंदर दा टाइडल एक्शन बहुत स्ट्रॉन्ग होंदा है। उत्थे काम कंडीशंस होंदियां ही नहीं कि शांति नाल जाके रिवर, उत्थे कोई छेड़खानी नहीं हो रही, हौली हौली करके रिवर ने अपने सेडिमेंट्स नूं डिपॉजिट करता ते डेल्टा बनाता। उत्थे हैगियां ने बहुत ही एक्सट्रीम टाइड्स जो आ रही ने, हूंज के थोड़े सेडिमेंट्स नूं लैके जा रही ने, आ रही ने सेडिमेंट्स नूं लै गईयां, तां उत्थे एस्चुरी बनदी है, उत्थे डेल्टा नहीं बनता। सैडीमेंट्स उत्थे डिपॉजिट नहीं हो पाते ते उत्थे डेल्टा नहीं, उत्थे एस्चुरी बनती है। ते जेकर आपां नर्मदा ते तापी की गल करिए, ये जिथे जाके अरेबियन सी दे विच ड्रेन करते हैं, उत्थे डेल्टाज नहीं, उत्थे एस्चुरीज बनदियां ने। इहदा रीजन है क्योंकि जो आपां अपने वैसटर्न कोस्टल प्लेन्स की गल करते हैं, आज साडे जिहड़े वैसटर्न कोस्टल प्लेन्स है बहुत नैरो ने, ते अरेबियन सी दे विच जिहड़ियां टाइड्स आंदियां ने वो बहुत स्ट्रॉन्ग हुंदियां ने, ते आके वो टाइड्स की करदियां ने, लगातार सैडीमेंट्स की डिपोजिशन नूं होण नहीं दिंदियां, माउथ नूं क्लीयर करी जांदियां ने। इस करके डेल्टा नहीं बन पांदा, क्या बनता है, एस्चुरी बनती है। इस करके जो एजर्शन दिती है कि नर्मदा और तापी डेल्टा बनाती है, ये एजर्शन ही गलत है। अगे चलते हैं, रीजनिंग की है। रीजनिंग है नर्मदा एंड तापी पासिस थ्रू रिफ्ट वैली। पढ़ते हैं आप इहदे बारे। नर्मदा एंड तापी पासिस थ्रू रिफ्ट वैली दैट आर हाईली प्रोन टू इरोजन एंड देयर लार्ज ट्रिब्यूटरी पासिस थ्रू सॉफ्ट रॉक्स दैट कंट्रीब्यूट एनॉर्मस सिल्ट टू द मेन रिवर। बेसिकली की कह रहा है, नर्मदा और तापी रिफ्ट वैली तो पास करती है, ये गल बिल्कुल सही है, लेकिन ये कहना कि एदी ट्रिब्यूटरीज, बड़ी बड़िया ट्रिब्यूटरीज बहुत सारा सेडिमेंट लेकर आंदी है, दिस थिंग इज रॉन्ग। नर्मदा और तापी दी उन्नियां बड़िया बड़िया ट्रिब्यूटरीज नहीं ने जिन्नियां हिमालयन रिवर्स दियां ने। गंगा दियां बड़िया ट्रिब्यूटरीज ने, इंदस दियां बड़िया ट्रिब्यूटरीज ने, ब्रह्मपुत्रा दियां बड़िया ट्रिब्यूटरीज ने, लेकिन नर्मदा और तापी दियां इन्नियां बड़िया ट्रिब्यूटरीज नहीं है कि वो भर भर के सेडिमेंट्स लेके आन। इस करके साडा रीजनिंग भी की है गलत है, तो यह जे केस विच साडे कोल बोथ ए एंड आर फॉल्स, एजर्शन भी गलत है, रीजनिंग भी गलत है। इस करके विल गो विद ऑप्शन नंबर डी। क्लियर एवरीबॉडी? चलो आगे देखते हैं नेक्स्ट क्वेश्चन। नेक्स्ट क्वेश्चन साडे कोल आंदा है विद रिस्पेक्ट टू लैंडफॉर्म्स। जियोमॉर्फोलॉजी दे विच तुसी लैंडफॉर्म्स बारे पढ़ते हो एंड ਇਹਦੇ ਵਿੱਚ किया गया है कि साडे कोल एक ਇਹੋ ਜਿਹਾ लैंडफॉर्म जो कि क्रिसेंट शेप ਦਾ है, कुछ इस तरीके ਦਾ, चंद दे ਅੱਧੇ चंद ਦੀ शेप ਵਰਗਾ है, और ये लगातार जो सैंड ड्यून शिफ्ट करते हैं उदों बनता है। ਇਹਨੂੰ ਤੁਸੀਂ ਕੀ ਕਹੋਗੇ? ਤਾਂ ਯੂ ਨੋ ਦਿਸ, ਜਦੋਂ ਵੀ ਆਪਾਂ ਡੈਜ਼ਰਟਿਕ ਲੈਂਡਫਾਰਮਸ ਬਾਰੇ ਪੜ੍ਹਦੇ ਆ, ਜਿਹੜੇ ਡੈਜ਼ਰਟਸ 'ਚ ਵਿੰਡਸ ਕਰਕੇ ਬਣਦੇ ਆ, ਏਓਲੀਅਨ ਲੈਂਡਫਾਰਮਸ ਬਾਰੇ ਪੜ੍ਹਦੇ ਆ, ਤਾਂ ਉੱਥੇ ਆਪਾਂ ਸੈਂਡ ਡਿਊਨ ਬਾਰੇ ਪੜ੍ਹਦੇ ਆ। ਔਰ ਜਦੋਂ ਸੈਂਡ ਡਿਊਨਸ ਦੀਆਂ ਸ਼ਿਫਟਿੰਗ ਹੁੰਦੀ ਹੈ ਔਰ ਸੈਂਡ ਡਿਊਨ ਦੀ ਸ਼ਿਫਟਿੰਗ ਕਰਕੇ ਜਦੋਂ ਕ੍ਰਿਸੈਂਟ ਸ਼ੇਪ ਵਿੱਚ ਸਾਨੂੰ ਸੈਂਡ ਡਿਊਨ ਮਿਲਦਾ ਹੈ, ਉਹਨੂੰ ਆਪਾਂ ਵਰਚਾਨ ਕਹਿੰਦੇ ਆ। ਸੋ ਆਪਸ਼ਨ ਏ ਇਜ਼ ਰਾਈਟ ਓਵਰ ਹੇਅਰ।
ਸਾਡੇ ਕੋਲ ਇਸ ਤਰੀਕੇ ਦੀਆਂ ਚੀਜ਼ਾਂ ਤੁਸੀਂ ਪੜੋਗੇ। ਆਲ ਥੀਸ ਆਰ ਲੈਂਡਫਾਰਮਸ ਜੋ ਕਿ ਡੈਜ਼ਰਟਸ ਦੇ ਵਿੱਚ ਤੇਜ਼ ਹਵਾਵਾਂ ਚੱਲਣ ਦੇ ਨਾਲ ਬਣਦਾ ਹੈ, ਪਰ ਜੋ ਕ੍ਰਿਸੈਂਟ ਸ਼ੇਪ ਸ਼ਿਫਟਿੰਗ ਸੈਂਡ ਡਿਊਨ ਹੈ ਉਹਨੂੰ ਆਪਾਂ ਬਰਚਾਨ ਕਹਿੰਦੇ ਹਾਂ। ਸੋ दैट इज द इंपॉर्टेंट पॉइंट हियर। ਅੱਗੇ ਵਧਦੇ ਹਾਂ, ਨੈਕਸਟ ਕੁਐਸਚਨ ਦੇਖਦੇ ਹਾਂ। ਨਾउ ਦਿਸ ਇਜ਼ ਸਮਥਿੰਗ ਵਿਚ ਸ਼ੋਜ਼ ਯੂ ਕਿ ਜਿਹੜੀ ਵੀ ਪਲੇਸ ਇੰਪੋਰਟੈਂਟ ਪਲੇਸ ਨਿਊਜ਼ ਵਿੱਚ ਹੋਏਗੀ ਉਹਦਾ ਮੈਚ ਦ ਫੋਲੋਇੰਗ ਬਣ ਕੇ ਕੁਐਸਚਨ ਆ ਗਿਆ ਹੈ। ਤੁਹਾਡੇ ਕੋਲ ਪਲੇਸਿਸ ਇਨ ਨਿਊਜ਼ ਦਿੱਤੀਆਂ ਗਈਆਂ ਨੇ ਤੇ ਰੀਜਨ ਦਿੱਤਾ ਗਿਆ ਹੈ ਮੈਚ ਕਰਨ ਵਾਸਤੇ। ਐਂਡ ਵੈਨ ਯੂ ਰੀਡ ਅਬਾਊਟ ਇਟ ਤੁਹਾਨੂੰ ਪਤਾ ਲੱਗਦਾ ਹੈ ਕਿ ਜੋ ਦਾਗਿਸਤਾਨ ਤੇ ਨੋਵੋ ਓਰਿਆਯੋਵੋ ਦੇ ਜੋ ਰੀਜਨ ਹੈ ਇਹ ਰਸ਼ੀਆ ਯੂਕਰੇਨ ਵਾਰ ਕਰਕੇ ਨਿਊਜ਼ ਵਿੱਚ ਆਇਆ ਸੀ। और रशिया यूक्रेन वॉर का जो सेंटर है, जो एपी सेंटर है वो की है, दैट इज योर ब्लैक सी, दैट इज योर ब्लैक सी। साउथ ईस्ट एशिया नहीं है, दागिस्तान, ठीक है, और थोड़ा जरा नोवो ओगारियोवो है, दीज आर प्रेजेंट इन दी, ये रशिया नाल रिलेटेड हैगे ने ते यह ब्लैक सी दे नेड़े ने, ना कि साउथ ईस्ट एशिया दे, ठीक है। सेकंड, पार्सल आइलैंड एंड स्पार्टली आइलैंड्स, वेरी इंपॉर्टेंट। ਇਹ ਜਿਹੜੇ ਡਿਸਪਿਊਟਡ ਏਰੀਆਜ਼ ਨੇ ਇਹ ਲੋਕੇਟਡ ਨੇ ਸਾਊਥ ਚਾਈਨਾ ਸੀ ਦੇ ਵਿੱਚ, ਜਿੱਥੇ ਚਾਈਨਾ ਆਪਣੀ ਡੋਮੀਨੈਂਸ ਸ਼ੋ ਕਰਦਾ ਰਹਿੰਦਾ ਹੈ ਤੇ ਬਾਰ-ਬਾਰ ਆਈਲੈਂਡਸ ਜਿਹੜੇ ਹੈਗੇ ਨਿਊਜ਼ ਚਾਹੁੰਦੇ ਨੇ। ਇਹ ਬਲੈਕ ਸੀ ਦੇ ਵਿੱਚ ਨਹੀਂ, ਇਹ ਕਿੱਥੇ ਨੇ? ਇਹ ਸਾਊਥ ਚਾਈਨਾ ਸੀ ਦੇ ਵਿੱਚ ਨੇ। ਦੈਨ ਨੈਕਸਟ ਸਾਡੇ ਕੋਲ ਆਂਦਾ ਹੈ ਜਿਹੜਾ ਆਪਸ਼ਨ, ਇਹਦੇ ਵਿੱਚ ਕੀ ਕੀਤਾ ਹੋਇਆ ਹੈ? ਦੇ ਹੈਵ ਗਿਵਨ ਦੀ ਸਨੇਕ ਆਈਲੈਂਡ ਐਂਡ ਦੀ ਪੋਰਟ ਆਫ ਓਡੇਸਾ। ਇਹ ਤਾਂ ਜਦੋਂ ਆਪਾਂ ਰਸ਼ੀਆ ਯੂਕਰੇਨ ਵਾਰ ਦੀ ਖਬਰਾਂ ਪੜ੍ਹਦੇ ਸੀਗੇ ਉਦੋਂ ਬਾਰ-ਬਾਰ ਆਂਦਾ ਸੀ snake island and the port of Odessa. This is not related to Red Sea, it is related to Black Sea again, ठीक है जी। ਤੇ ਲਾਸਟਲੀ ਸਾਡੇ ਕੋਲ ਰਫਾ ਤੇ ਖਾਨ ਯੂਨਿਸ। ਜਦੋਂ ਆਪਾਂ ਇਜ਼ਰਾਈਲ ਗਾਜ਼ਾ ਕਨਫਲਿਕਟ ਦੀ ਸ਼ੁਰੂਆਤ ਦੇਖੀ ਤਾਂ ਉਦੋਂ ਰਫਾ ਕੋਰੀਡੋਰ ਤੇ ਖਾਨ ਯੂਨਿਸ ਵਾਸ ਇਨ ਨਿਊਜ਼। ਇਹ ਵੈਸਟ ਅਫਰੀਕਾ ਦੇ ਵਿੱਚ ਨਹੀਂ, ਰਾਦਰ ਤੁਹਾਡੇ ਵੈਸਟ ਜਿਹੜਾ ਸਾਡਾ ਮਿਡਲ ਈਸਟ ਹੈਗਾ ਹੈ, ਵੈਸਟ ਏਸ਼ੀਆ ਹੈ, ਉੱਥੇ ਪ੍ਰੈਜ਼ੈਂਟ ਹੈ। ਸੋ ਦਿਸ ਇਜ਼ ਪਾਰਟ ਆਫ ਦ ਗਾਜ਼ਾ ਸਟ੍ਰਿਪ। ਵੈਸਟਰਨ ਏਸ਼ੀਆ ਦੇ ਵਿੱਚ ਤੁਹਾਨੂੰ ਰਫਾ ਤੇ ਖਾਨ ਯੂਨਿਸ ਮਿਲੇਗਾ, ਨਾ ਕਿ ਵੈਸਟ ਅਫਰੀਕਾ ਦੇ ਵਿੱਚ। ਤਾਂ ਕੋਈ ਵੀ ਲੋਕੇਸ਼ਨ ਇਹਦੇ ਵਿੱਚ ਸਹੀ ਮਾਰਕ ਨਹੀਂ ਕੀਤੀ ਹੋਈ ਸੀ। ਸੋ ਹੁਣ ਤੋਂ ਜਦੋਂ ਵੀ ਤੁਸੀਂ ਨਿਊਜ਼ਪੇਪਰ ਪੜੋਗੇ ਤੇ ਜਿਹੜੀ ਵੀ ਪਲੇਸ ਨਿਊਜ਼ ਵਿੱਚ ਆਏਗੀ that is something important for you। ਇਸ ਤਰੀਕੇ ਦੇ ਨਾਲ ਕੁਐਸਚਨ ਪੁੱਛਿਆ ਜਾ ਸਕਦਾ ਹੈ। ਨੈਕਸਟ ਕੁਐਸਚਨ ਸਾਡੇ ਕੋਲ ਆਂਦਾ ਹੈ, ਇਹਦੇ ਵਿੱਚ ਜੀਓਗ੍ਰਾਫਿਕਲੀ ਇੰਪੋਰਟੈਂਟ ਹੈ। ਇੱਕ ਪਾਰਟਿਕੂਲਰ ਐਲੀਮੈਂਟ ਦੀ ਗੱਲ ਕੀਤੀ ਗਈ ਹੈ that we have an element which is soft and silvery white alkali metal, often regarded as a critical mineral for India's pursuit of energy reliance, transition towards greener economy. X-Info resources were recently established in Salal Haimana area of Riyasi district, Jammu and Kashmir. X triangle consists of Argentina, Bolivia and Chile, has more than half of the world total X resources. Tell what is X? ਦੱਸੋ X ਕੀ ਹੈ? X ऐसा एलिमेंट है जो इंडिया ਨੂੰ एनर्जी सेल्फ रिलायंस ਲਈ ਜ਼ਰੂਰੀ ਹੈ, ਸਾਡੇ ਇਲੈਕਟ੍ਰਿਕ ਵਹੀਕਲ ਦੀ ਟ੍ਰਾਂਜੀਸ਼ਨ ਲਈ ਜ਼ਰੂਰੀ ਹੈ, ਗ੍ਰੀਨ ਇਕਨੋਮੀ ਲਈ ਜ਼ਰੂਰੀ ਹੈ। ਅਰਜਨਟੀਨਾ, ਬੋਲੀਵੀਆ, ਚਿਲੀ ਦੇ ਵਿੱਚ ਇੱਕ ਟ੍ਰਾਇੰਗਲ ਹੈ, ਉੱਥੇ ਮਿਲਦਾ ਹੈ ਤੇ ਰੀਸੈਂਟਲੀ ਜੰਮੂ ਐਂਡ ਕਸ਼ਮੀਰ ਦੇ ਵਿੱਚ ਵੀ ਮਿਲਿਆ ਹੈ। ਦਿਸ ਇਜ਼ ਲਿਥੀਅਮ। ਦਿਸ ਇਜ਼ ਲਿਥੀਅਮ। ਜਦੋਂ ਆਪਾਂ ਸਾਊਥ ਅਮਰੀਕਾ ਦੇਖਦੇ ਹਾਂ ਤਾਂ ਆ ਜੋ ABC ਟ੍ਰਾਇੰਗਲ ਬਣਦਾ ਹੈ, ਅਰਜਨਟੀਨਾ, ਬੋਲੀਵੀਆ, ਚਿਲੀ, ਇੱਥੇ ਜਿਹੜਾ ਐਲੀਮੈਂਟ ਮਿਲਦਾ ਹੈ that is lithium। ਤੇ ਜਦੋਂ ਇਹ ਪੇਪਰ ਹੋਇਆ ਸੀ ਉਦੋਂ ਕਰੰਟ ਅਫੇਅਰਸ ਵਿੱਚ ਇਹ ਗੱਲ ਆ ਰਹੀ ਸੀ ਕਿ ਇੰਡੀਆ ਦੇ ਜੰਮੂ ਐਂਡ ਕਸ਼ਮੀਰ ਰਿਆਸੀ ਡਿਸਟ੍ਰਿਕਟ ਵਿੱਚੋਂ ਵੀ ਲਿਥੀਅਮ ਮਿਲਿਆ ਹੈ ਤੇ ਬਹੁਤ ਬੜੀ ਹੈਡਲਾਈਨਸ ਬਣੀਆਂ ਸੀ। ਕਿਉਂ? ਬਿਕਾਜ਼ ਇੰਡੀਆ ਦੀ એનર્ਜੀ ਸਿਕਿਉਰਿਟੀ ਦੇ ਲਈ, ਕਲੀਨਰ એનર્ਜੀ ਟ੍ਰਾਂਜੀਸ਼ਨ ਦੇ ਲਈ ਇਹ ਇੱਕ ਬਹੁਤ ਇੰਪੋਰਟੈਂਟ ਡਿਸਕਵਰੀ ਸੀ। ਸੋ ਇਸ ਕਰਕੇ ਦਿਸ ਇਜ਼ ਇੰਪੋਰਟੈਂਟ। ਚਲੋ ਜੀ ਨੈਕਸਟ ਆਰਟੀਕਲ ਨੈਕਸਟ ਆਪਾਂ ਨਿਊਜ਼ ਦੀ ਗੱਲ ਕਰੀਏ, ਕੁਐਸਚਨ ਦੀ ਗੱਲ ਕਰੀਏ ਤਾਂ ਫਿਰ ਕੁਝ ਚੀਜ਼ਾਂ ਦਿੱਤੀਆਂ ਹੋਈਆਂ ਨੇ। ਤੁਹਾਨੂੰ ਦੱਸਣਾ ਹੈ ਕਿ ਇਹਨਾਂ ਵਿੱਚੋਂ ਕਰੈਕਟ ਆਰਡਰ ਕਿਹੜਾ ਹੈ, ਕਰੈਕਟ ਸਟੇਟਮੈਂਟ ਕਿਹੜੀ ਹੈ। ਪਹਿਲਾ ਹੈ ਇਕੁਏਟਰ ਪਾਸਿਸ ਥਰੂ, ਮਤਲਬ ਤੁਹਾਨੂੰ ਉਹ ਕੰਟਰੀਜ਼ ਪਤਾ ਹੋਣੇ ਚਾਹੀਦੇ ਨੇ ਜਿੱਥੋਂ ਇਕੁਏਟਰ ਪਾਸ ਕਰਦਾ ਹੈ। ਇਹਨਾਂ ਨੇ ਆਪਸ਼ਨ ਦਿੱਤਾ ਹੈ ਬ੍ਰਾਜ਼ੀਲ, ਜ਼ਿੰਬਾਬਵੇ, ਫਿਲੀਪੀਨਸ ਐਂਡ ਨਾਈਜੀਰੀਆ। ਤਾਂ ਇਹ ਬਿਲਕੁਲ ਬੇਸਿਕ ਕੁਐਸਚਨ ਹੈ, ਇਸ ਤੋਂ ਬੇਸਿਕ ਕੁਐਸਚਨ ਨਹੀਂ ਹੋ ਸਕਦਾ ਜਿਹਦੇ ਵਿੱਚ ਆਪਾਂ ਕੀ ਯਾਦ ਕਰ ਰਹੇ ਹਾਂ ਕਿ ਇਕੁਏਟਰ ਕਿੱਥੋਂ ਕਿੱਥੋਂ ਪਾਸ ਕਰਦਾ ਹੈ। ਇੱਕ ਸਟੇਟਮੈਂਟ ਜਿਹੜੀ ਹੈ ਉਹ ਗਲਤ ਹੈ।
ਹਾਲਾਂਕਿ ਇਕੁਏਟਰ ਬ੍ਰਾਜ਼ੀਲ ਤੋਂ ਤਾਂ ਪਾਸ ਕਰਦਾ ਹੈ, ਲੇਕਿਨ ਜਿਹੜਾ ਇਕੁਏਟਰ ਹੈ ਉਹ ਨਾਈਜੀਰੀਆ ਤੋਂ ਪਾਸ ਨਹੀਂ ਕਰਦਾ, ਰਾਦਰ ਇਟ ਪਾਸਿਸ ਸਾਊਥ। ਇਕੁਏਟਰ ਜ਼ਿੰਬਾਬਵੇ ਤੋਂ ਵੀ ਪਾਸ ਨਹੀਂ ਕਰਦਾ। ਜ਼ਿੰਬਾਬਵੇ ਤਾਂ ਪੂਰੇ ਤਰੀਕੇ ਨਾਲ ਇਕੁਏਟਰ ਦੇ ਸਾਊਥ ਵਿੱਚ ਲਾਈ ਕਰਦਾ ਹੈ। ਇਕੁਏਟਰ ਆਲਸੋ ਡਸ ਨਾਟ ਪਾਸਿਸ ਥਰੂ ਫਿਲੀਪੀਨਸ। ਇਸ ਕਰਕੇ ਸਿਰਫ ਇੱਕ ਸਹੀ ਆਪਸ਼ਨ ਦਿੱਤਾ ਸੀ, ਬਾਕੀ ਸਭ ਗਲਤ ਸੀਗੇ। ਇਸ ਕਰਕੇ ਪਹਿਲੀ ਸਟੇਟਮੈਂਟ ਗਲਤ ਹੋ ਜਾਂਦੀ ਹੈ। ਇਕੁਏਟਰ ਇਥੋਂ ਜ਼ਿੰਬਾਬਵੇ, ਫਿਲੀਪੀਨਸ ਔਰ ਨਾਈਜੀਰੀਆ ਤੋਂ ਪਾਸ ਨਹੀਂ ਕਰਦਾ। ਇਸ ਕਰਕੇ ਇਹ ਮੈਪ ਮੈਂ ਇੱਥੇ ਤੁਹਾਨੂੰ ਪ੍ਰੋਵਾਈਡ ਕੀਤਾ ਹੈ। ਯਾਦ ਕਰਾਂਗੇ ਆਪਾਂ ਕਿਹੜੇ-ਕਿਹੜੇ ਉਹ ਕੰਟਰੀਜ਼ ਨੇ ਜਿੱਥੋਂ ਇਕੁਏਟਰ ਪਾਸ ਕਰਦਾ ਹੈ। ਨੈਕਸਟ ਆਉਂਦਾ ਹੈ ਕੁਐਸਚਨ, ਕਹਿ ਰਿਹਾ ਚੰਡੀਗੜ੍ਹ, ਦਿੱਲੀ, ਮੈਂਗਲੋਰ, ਚੇਨਈ ਦੇ ਆਰ ਲੋਕੇਟਡ ਔਨ ਸੇਮ ਲੌਂਗੀਟਿਊਡ। ਕੀ ਇਹ ਇੱਕੋ ਲਾਈਨ ਵਿੱਚ ਸੇਮ ਲੌਂਗੀਟਿਊਡਸ ਤੇ ਲੋਕੇਟਡ ਨੇ? ਅਗੇਨ ਦਿਸ ਸਟੇਟਮੈਂਟ ਇਜ਼ ਰੋਂਗ, ਕਿਉਂਕਿ ਜਦੋਂ ਆਪਾਂ ਲੌਂਗੀਟਿਊਡਸ ਚੈੱਕ ਕਰਦੇ ਹਾਂ, ਹਾਲਾਂਕਿ ਚੰਡੀਗੜ੍ਹ ਤੇ ਦਿੱਲੀ ਲੱਗਦੇ ਸੇਮ ਲੌਂਗੀਟਿਊਡ ਤੇ ਨੇ, ਬਟ देयर इज अ ਮਾਈਲਡ ਡਿਫਰੈਂਸ। ਚੰਡੀਗੜ੍ਹ 76 ਡਿਗਰੀਜ਼ ਦੇ ਆਸ-ਪਾਸ ਹੈ ਤੇ ਦਿੱਲੀ 77 ਡਿਗਰੀਜ਼ ਈਸਟ ਦੇ ਆਸ-ਪਾਸ ਹੈ। 1 ਡਿਗਰੀ ਦਾ ਫਰਕ ਹੈ, ਪਰ ਫਰਕ ਤਾਂ ਹੈ, ਸੇਮ ਲਾਈਨ ਤੇ ਨਹੀਂ ਹੈ। ਮੈਂਗਲੋਰ ਇੱਥੇ ਹੈ, ਚੇਨਈ ਇੱਥੇ ਹੈ, ਦੇ ਆਰ ਨਾਟ ਔਨ ਦ ਸੇਮ ਲਾਈਨ। ਤਾਂ ਜਿਹੜਾ ਸੈਕੰਡ ਸਟੇਟਮੈਂਟ ਹੈ ਉਹ ਵੀ ਇੱਥੇ ਗਲਤ ਹੈ। ਕਲੀਅਰ? ਨੈਕਸਟ ਇਹਨੇ ਤੁਹਾਨੂੰ ਦਿੱਤੇ ਹੋਏ ਨੇ ਡੈਮਸ, दुलहस्ती, बगलीहार, तुलबुल, नथपा झाकड़ी रिवर वैली प्रोजेक्ट्स। क्या यह चनाब ते ने सारे दे सारे? अगेन इत्थे भी गड़बड़ है। दुलहस्ती डैम चनाब ते है, बिल्कुल सही। बागलीहार डैम चनाब ते है, बिल्कुल सही। लेकिन जदों आपां तुलबुल डैम की गल करते हैं, इट इज नॉट ऑन चनाब, यह झेलम रिवर ते है। ਜਦੋਂ ਆਪਾਂ ਨਥਪਾ ਝਕੜੀ ਡੈਮ ਦੀ ਗੱਲ ਕਰਦੇ ਹਾਂ, ਇਟ ਇਜ਼ ਨਾਟ ਔਨ ਚਨਾਬ, ਇਹ ਸਤਲੁਜ ਤੇ ਹੈ। ਇਸ ਕਰਕੇ ਇਹ ਸਟੇਟਮੈਂਟ ਵੀ ਗਲਤ ਹੋ ਜਾਂਦੀ ਹੈ। ਇੰਪੋਰਟੈਂਟ ਕੀ ਹੋ ਗਿਆ? ਇੰਦਸ ਰਿਵਰ ਤੇ ਉਹਦੀਆਂ ਟ੍ਰਿਬਿਊਟਰੀਆਂ ਸਤਲੁਜ, ਬਿਆਸ, ਰਾਵੀ, ਚਨਾਬ, ਜੇਲਮ, ਇਹਨਾਂ ਸਾਰਿਆਂ ਦੇ ਰਿਵਰ ਪ੍ਰੋਜੈਕਟਸ ਆਪਾਂ ਨੂੰ ਯਾਦ ਹੋਣੇ ਚਾਹੀਦੇ ਆ। ਲਾਸਟ ਜਿਹੜੀ ਸਟੇਟਮੈਂਟ ਹੈ, ਹੁਣ ਜਦੋਂ ਸਾਰੀਆਂ ਗਲਤ ਹੋ ਗਈਆਂ, ਇਹ ਤਾਂ ਸਹੀ ਹੋਣੀ ਚਾਹੀਦੀ ਹੈ, ਬਟ ਦਿਸ ਸੇਜ਼ that Australia and Kazakhstan have large reserves of uranium, and uranium is also associated with Jaduguda and Tumla-Pale mines in India. Now this is correct. ਜਦੋਂ ਆਪਾਂ ਦੁਨੀਆ ਭਰ ਦੇ ਵਿੱਚ ਯੂਰੇਨੀਅਮ ਦੇ ਦੇਖਦੇ ਹਾਂ ਤਾਂ ਸਭ ਤੋਂ ਜ਼ਿਆਦਾ ਯੂਰੇਨੀਅਮ ਪ੍ਰੋਡਕਸ਼ਨ ਜਿਹੜੀ ਹੈਗੀ ਉਹ ਕਜ਼ਾਕਿਸਤਾਨ ਤੋਂ ਹੁੰਦੀ ਹੈ, ਫੋਲੋਡ ਬਾਈ ਕੈਨੇਡਾ ਐਂਡ ਆਸਟ੍ਰੇਲੀਆ। ਇਹ ਤਿੰਨ ਮੇਜਰ ਪ੍ਰੋਡਿਊਸਰਸ ਨੇ ਜਿੱਥੋਂ ਕਿ ਸਾਡੇ ਕੋਲ ਯੂਰੇਨੀਅਮ ਦੀ ਪ੍ਰੋਡਕਸ਼ਨ ਆਉਂਦੀ ਹੈ। ਅਲੋਂਗ ਵਿਦ ਦੈਟ ਜਿਹੜਾ ਜਾਦੂਗੁੜਾ ਹੈ, ਉੱਥੇ ਵੀ ਇੰਡੀਆ ਦੀ ਇੰਪੋਰਟੈਂਟ ਯੂਰੇਨੀਅਮ ਮਾਈਨ ਹੈ, ਤੇ ਤੁਮਲਾ ਪਾਲੇ ਜਿਹੜਾ ਹੈਗਾ ਇਟ ਇਜ਼ ਆਲਸੋ ਵਨ ਆਫ ਦੀ ਇੰਪੋਰਟੈਂਟ ਰਿਜ਼ਰਵਸ ਫॉर ਇੰਡੀਆ। ਠੀਕ ਹੈ ਜੀ। ਦੈਨ another question which comes, ਇੱਥੇ ਤੁਹਾਨੂੰ ਮੈਚਿੰਗ ਦਾ ਕੁਐਸਚਨ ਬਣਾ ਕੇ ਦਿੱਤਾ ਹੋਇਆ ਹੈ। ਪਹਿਲਾ ਕੁਐਸਚਨ ਹੈ, Sirocco is hot, dry dusty wind that originate from this region। ਆਪਾਂ ਆਪਣੀ ਲਾਸਟ ਵੀਡੀਓ ਵਿੱਚ ਵੀ ਲੋਕਲ ਵਿੰਡਸ ਦੀ ਗੱਲ ਕੀਤੀ ਸੀ ਤੇ ਆਪਾਂ ਉੱਥੇ ਹੈਰਮੈਟਨ ਵਿੰਡ ਦੀ ਗੱਲ ਕੀਤੀ ਸੀ। ਅੱਜ ਸਾਨੂੰ ਪੁੱਛਿਆ ਗਿਆ ਸਿਰੋਕੋ ਬਾਰੇ। ਸਿਰੋਕੋ ਵਿੰਡ ਕਿੱਥੋਂ ਓਰੀਜਿਨੇਟ ਕਰਦੀ ਹੈ? ਆਪਾਂ ਹੈਰਮੈਟਨ ਇੱਥੇ ਡਿਸਕਸ ਕੀਤੀ ਸੀ। ਅੱਜ ਕੁਐਸਚਨ ਰਿਪੀਟ ਹੋ ਗਿਆ ਸਿਰੋਕੋ ਦੇ ਰਿਸਪੈਕਟ ਵਿੱਚ। ਸਿਰੋਕੋ ਓਰੀਜਿਨੇਟ ਕਰਦੀ ਹੈ ਕਿੱਥੋਂ? ਇਟ ਓਰੀਜਿਨੇਟਸ ਫਰੋਮ ਸਹਾਰਾ ਡੈਜ਼ਰਟ। ਤਾਂ ਮਤਲਬ ਪਹਿਲੇ ਦੇ ਨਾਲ ਤਾਂ ਆਪਸ਼ਨ ਕੀ ਹੋਣਾ ਚਾਹੀਦਾ ਹੈ? ਕਿਉਂ ਹੋਣਾ ਚਾਹੀਦਾ ਹੈ। ਸੈਕੰਡ ਸਾਨੂੰ ਕਹਿੰਦਾ ਹੈ about the bushman tribe। next question ਜਿਹੜਾ ਹੈਗਾ it is bushman tribe। ਜਿਹੜੀ bushman tribe ਹੈਗੀ ਹੈ, bushman tribe are found in this part of the world। bushman tribe ਸਾਨੂੰ ਮਿਲਦੀ ਹੈ ਕਾਲਾਹਾਰੀ ਡੈਜ਼ਰਟ ਦੇ ਵਿੱਚ। ਸੋ 2 ਦੇ ਨਾਲ ਕੀ ਹੋਣਾ ਚਾਹੀਦਾ ਹੈ? R। that should be the matching। ਫਿਰ ਕਹਿ ਰਹੇ हैं pygmies are primarily located in this area। मतलब पिगमीज नाम ਦੀ ट्राइब ਸਾਨੂੰ ਕਿਹੜੇ ਏਰੀਆ ਚੋਂ ਮਿਲਦੀ ਹੈ? ਤਾਂ ਸਾਡਾ ਜਿਹੜਾ ਅਫਰੀਕਾ ਜਿੱਥੇ ਕੋਂਗੋ ਰਿਵਰ ਫਲੋ ਕਰਦੀ ਹੈ, ਕੋਂਗੋ ਰਿਵਰ ਬੇਸਿਨ ਜਾਂ ਫਿਰ ਕਹਿ ਲਓ ਕਿ ਐਮਾਜ਼ਨ ਬੇਸਿਨ, ਇੱਥੋਂ ਸਾਨੂੰ ਮੋਸਟਲੀ ਜਿਹੜੀ ਸਾਡੀ ਪਿਗਮੀਜ਼ ਟ੍ਰਾਈਬ ਹੈਗੀ ਹੈ ਉਹ ਮਿਲਦੀ ਹੈ। ਠੀਕ ਹੈ, ਸੋ ਇਹਦਾ ਆਪਸ਼ਨ ਹੋਣਾ ਚਾਹੀਦਾ ਹੈ ਐਸ। ਦੈਨ ਸਾਡੇ ਕੋਲ ਆ ਜਾਂਦੇ ਆ ਨੈਕਸਟ ਆਪਸ਼ਨ ਵਿਚ ਇਜ਼ ਦ ਗੀਜ਼ਰ, ओल्ड फेथफुल गीजर, जो कि यूएसए ਦੇ ਸਾਡੇ ਕੋਲ ਯੈਲੋਸਟੋਨ ਨੈਸ਼ਨਲ ਪਾਰਕ ਦੇ ਵਿੱਚ ਲੋਕੇਟਡ ਹੈ। ਤਾਂ ਫੋਰਥ ਦਾ ਆਪਸ਼ਨ ਹੋਣਾ ਚਾਹੀਦਾ ਹੈ यूएसए ਵਿਚ ਇਜ਼ 1 ਵਿਚ ਇਜ਼ ਪੀ। ਸੌਰੀ, यूएसए ਕਿਤੇ ਦਿੱਤਾ ਹੋਇਆ ਹੈ? ਪੀ ਤੇ। ਲਾਸਟਲੀ
ਪੈਂਪਾਸ ਬਾਰੇ ਬੋਲਿਆ ਗਿਆ ਹੈ, ਦ ਲੈਂਡ ਆਫ ਪੈਂਪਾਸ ਗ੍ਰਾਸਲੈਂਡ। ਪੈਂਪਾਸ ਸਾਡੇ ਕੋਲ ਕਿੱਥੇ ਲੋਕੇਟਡ ਨੇ? ਪੈਂਪਾਸ ਆਰ ਦ ਗ੍ਰਾਸਲੈਂਡ ਵਿਚ ਆਰ ਫਾਊਂਡ ਇਨ ਅਰਜਨਟੀਨਾ। ਤਾਂ ਇਹ ਸਾਨੂੰ ਮਿਲ ਰਿਹਾ ਹੈ QRSPT, ਠੀਕ ਹੈ, that is the right statement which is supposed to be, ਸਾਡੇ ਕੋਲ ਲਾਸਟ ਵਿੱਚ ਇੱਥੇ T ਆਣਾ ਚਾਹੀਦਾ ਹੈ, QR। ਮੈਨੂੰ ਲੱਗਦਾ ਮੈਂ ਕਿਤੇ ਅਲਫਾਬੈਟ ਤਾਂ ਨਹੀਂ ਗਲਤ ਲਿਖਤਾ, ਨਹੀਂ। ਸੋ ਇਹਦਾ ਜਿਹੜਾ ਕਰੈਕਟ ਸਟੇਟਮੈਂਟ ਸਾਡੇ ਕੋਲ ਆਣੀ ਚਾਹੀਦੀ ਹੈ, that is QRUPT। ਮਤਲਬ I think I have written something wrong over here। ਇੱਥੇ ਸਿਰੋਕੋ ਸਹਾਰਾ ਡੈਜ਼ਰਟ ਹੈ, बुशमन कालीहार है, ਤੇ ਸਾਡੇ ਕੋਲ ਜਿਹੜਾ ਪਿਗਮੀਜ਼ ਹੈ ਉਹ ਕੋਂਗੋ ਬੇਸਿਨ ਤੋਂ ਆ ਰਿਹਾ ਹੈ, ओल्ड फेथफुल यूएसए तो आ रहा है, पैंपास अर्जेंटीना तो आ रहा है। आई गेस कोई अल्फाबेट इत्थे मिस होया जिदे करके ये गड़बड़ हो रही है ना। यस, इत्थे एस की जगह की आना चाहिए है, इत्थे एस की जगह यू आना चाहिए, ठीक है। चलो नेक्स्ट जेड़ा साडे कोल, दैट्स ऑल दीज क्वेश्चंस वी आर डन विद इट। सो बेसिकली साडी लोकल विंड्स इंपॉर्टेंट हो जाती हैं, लोकल विंड्स ते लोकल विंड्स दे नाल नाल इंपॉर्टेंट वर्ल्ड दियां ट्राइब्स कित्थे लोकेटेड है, दैट इज ऑल्सो इंपॉर्टेंट थिंग, ठीक है। तो इत्थे किसी ने कंफ्यूज नहीं होना, इत्थे साडे कोल यू ऑप्शन होना चाहिए सीगा, जो कि इत्थे एस फॉर्म करके लिखा होया सीगा, इस करके मैं इत्थे एस लिखता सी, बट एक्चुअली च की होना चाहिए यू, एंड द राइट आंसर वुड बी सी, QRUPT। क्लीयर एवरीवन, सारे नु क्लीयर है स्टेटमेंट जिन्ने भी आपां क्वेश्चंस कवर कीते ने। सो 2024 दा जेड़ा पेपर सीगा, इट वाज क्वाइट डिस्क्रिप्टिव पेपर, ठीक है, एंड दिस इज हाउ वी सॉल्व दिस काइंड ऑफ पेपर। समझाण दे विच, एक्सप्लेन करन विच टाइम वध लगदा है, ऑफ कोर्स तुहानू सॉल्व करन दे विच टाइम घट लगेगा। सो दैट इज ऑल फ्रॉम माय साइड। अज असी 2024 दे जोग्राफी दे क्वेश्चंस नू कवर कर लिया है। सो थैंक यू सो मच फॉर वॉचिंग, एंड मिलते हैं तुहानू अपनी नेक्स्ट वीडियो दे विच। थैंक यू सो मच।